ਮਾਈ ਰੇਡੀਓ 580 AM ਅਤੇ ਸੋਸ਼ਲ ਮੀਡੀਆ ਤੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜ ਬਰਾੜ ਲੈ ਕੇ ਹਾਜ਼ਰ ਹਾਂ ਇੱਕ ਵਿਸ਼ੇਸ਼ ਗੱਲਬਾਤ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕੈਲਗਰੀ ਸ਼ਹਿਰ ਦੇ ਵਿੱਚ ਵੋਟਾਂ ਦਾ ਕੰਮ ਚੱਲ ਰਿਹਾ ਜੀ। ਮਿਊਨਿਸਪਲ ਵੋਟਾਂ ਹੋ ਰਹੀਆਂ ਨੇ ਤੇ ਵਾਰਡ 5 ਦੇ ਵਿੱਚੋਂ ਬਹੁਤ ਸਾਰੇ ਉਮੀਦਵਾਰ ਖੜੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਉਮੀਦਵਾਰ ਸਾਡੇ ਨਾਲ ਅੱਜ ਗੱਲਬਾਤ ਕਰਨ ਵਾਸਤੇ ਹਾਜ਼ਰ ਨੇ ਤੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਾਡੇ ਨਾਲ ਨੇ ਅੱਜ ਰਾਜ ਧਾਲੀਵਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਜੀ ਥੈਂਕ ਯੂ ਫॉर ਹੈਵਿੰਗ ਮੀ ਤੇ ਸਾਰੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤੁਸੀਂ ਕੌਂਸਲਰ ਦੀਆਂ ਚੋਣਾਂ ਦੇ ਵਿੱਚ ਖੜੇ ਹੋ, ਉਮੀਦਵਾਰ ਹੋ ਤੇ ਤੁਸੀਂ ਇਹ ਜਿਹੜਾ ਡਿਸਾਈਡ ਕਿਵੇਂ ਕੀਤਾ ਕਿ ਮੈਨੂੰ ਚੋਣ ਲੜਨੀ ਚਾਹੀਦੀ ਹੈ ਤੇ ਮੈਂ ਬੈਸਟ ਕੌਂਸਲਰ ਕੈਲਗਰੀ ਵਿੱਚ ਸਾਬਤ ਹੋ ਸਕਦਾ? ਹਾਂਜੀ ਨਹੀਂ, ਵੈਰੀ ਗੁੱਡ ਕੁਐਸਚਨ ਹੈ। ਮੈਂ ਤੁਹਾਨੂੰ ਆਨੈਸਟਲੀ ਦੱਸਾਂ, ਮੈਂ ਪਿਛਲੇ ਕਈ ਸਾਲਾਂ ਤੋਂ ਆਮ ਗੋਇੰ ਸੇ 7-8 ਸਾਲਾਂ ਤੋਂ ਮੈਂ ਕਮਿਊਨਿਟੀ ਚ ਇੰਗੇਜ ਹਾਂ, ਇਨਵੋਲਵ ਹਾਂ, ਵੋਲੰਟੀਅਰ ਵਰਕ ਕਰ ਰਿਹਾ ਹਾਂ। ਮੈਂ ਕੈਲਗਰੀ ਪਬਲਿਕ ਲਾਇਬ੍ਰੇਰੀ ਨਾਲ 7-8 ਸਾਲ ਤੋਂ ਵੋਲੰਟੀਅਰ ਕਰ ਰਿਹਾ ਹਾਂ ਇੱਥੇ ਸੈਟਲ ਟਾਊਨ ਤੇ ਵਿਲੇਜ ਸਕੁਆਇਰ ਦੇ ਵਿੱਚ। ਮੈਂ ਟੈਕਨੋਲੋਜੀ ਕੋਚ ਹਾਂ, ਉਹਦੇ ਵਿੱਚ ਆਪਣੇ ਬਜ਼ੁਰਗਾਂ ਨੂੰ ਕੰਪਿਊਟਰ ਸਿਖਾਈਦਾ, ਨਿਊ ਇਮੀਗ੍ਰੈਂਟਸ ਨੂੰ ਕੰਪਿਊਟਰ ਸਿਖਾਈਦਾ। ਫਿਰ ਨਾਰਥ ਈਸਟ ਫੈਮਿਲੀ ਕਨੈਕਸ਼ਨ ਦਾ ਮੈਂ ਵੋਲੰਟੀਅਰ ਨਾਰਥ ਈਸਟ ਫੈਮਿਲੀ ਕਨੈਕਸ਼ਨ ਦੇ ਬੋਰਡ ਦੇ ਉੱਤੇ ਮੈਂ ਰਿਹਾ। ਉੱਥੇ ਜਿਹੜੀਆਂ ਫੈਮਲੀਜ਼ ਨਵੀਆਂ ਆਉਂਦੀਆਂ ਉਹਨਾਂ ਨੂੰ ਕਿੱਦਾਂ ਹੈਲਪ ਦੇਣੀ ਆ, ਵਲਨਰੇਬਲ ਕਮਿਊਨਿਟੀਜ਼ ਨੂੰ ਕਿੱਦਾਂ ਹੈਲਪ ਕਰਨਾ, ਉਹ ਕੀਤਾ। ਫਿਰ ਸਿਟੀਜ਼ਨਸ ਫॉर ਸਿਟੀਜ਼ਨ ਨਾਲ ਮੈਂ ਕੰਮ ਕਰ ਰਿਹਾ ਸੀ। ਉੱਥੇ ਮੈਨੂੰ ਦੇਖਣ ਨੂੰ ਮਿਲਿਆ ਕਿ ਸਾਡੀ ਕਮਿਊਨਿਟੀ ਦੇ ਕੀ ਇਸ਼ੂਜ਼ ਨੇ, ਖਾਸ ਕਰ ਯੂਥ ਦੇ ਨਾਲ। ਫਿਰ ਉਸ ਤੋਂ ਬਾਅਦ ਲਾਸਟ ਈਅਰ ਮੈਂ ਜਦੋਂ ਕੋਵਿਡ ਦੇ ਵੇਲੇ ਲੋਕਡਾਊਨ ਸੀ, ਗੁਰਦੁਆਰਾ ਸਾਹਿਬ ਨੇ ਮੈਨੂੰ ਉਦੋਂ ਜ਼ਿੰਮੇਵਾਰੀ ਦਿੱਤੀ ਤੇ 2 ਮਹੀਨੇ ਅਸੀਂ ਲੋਕਾਂ ਦੇ ਘਰ ਜਾ ਕੇ ਮੀਲਸ ਡਿਲੀਵਰ ਕੀਤੇ। ਓਵਰ 70,000 ਅਸੀਂ 3-4 ਜਾਣੇ ਸੀਗੇ। ਸੋ ਜਦੋਂ ਇਹ ਸਾਰਾ ਕਮਿਊਨਿਟੀ ਵਰਕ ਕੀਤਾ ਤੇ ਫਿਰ ਬਜ਼ੁਰਗਾਂ ਨਾਲ ਵੀ ਗੱਲ ਹੁੰਦੀ ਰਹਿੰਦੀ ਸੀ, ਉਹਨਾਂ ਦੀਆਂ ਵੀ ਗੱਲਾਂ ਸੁਣਦੇ। ਫਿਰ ਜਦੋਂ ਇਹ ਸਾਰਾ ਹੋਇਆ ਤੇ ਮੈਨੂੰ ਕਮਿਊਨਿਟੀ ਵੱਲੋਂ ਆਵਾਜ਼ ਆਈ। ਕਮਿਊਨਿਟੀ ਨੇ ਮੈਨੂੰ ਅਪਰੋਚ ਕੀਤਾ ਕਿ ਰਾਜ ਵੀ ਤੂੰ ਇਸ਼ੂਜ਼ ਨੂੰ ਜਾਣਦਾ, ਤੂੰ ਕਮਿਊਨਿਟੀ ਦੇ ਵਿੱਚ ਪਿਛਲੇ 7-8 ਸਾਲਾਂ ਤੋਂ ਰਹਿ ਰਿਹਾ ਵਾ, ਅੰਗੇਜ ਆ, ਤੈਨੂੰ ਪਤਾ ਵਾ, ਵਾਈ ਡੋਂਟ ਯੂ ਕਮ ਐਂਡ ਗਿਵ ਅਸ ਸਮ ਸੋਰਟ ਆਫ ਰਿਪਰੈਜ਼ੈਂਟੇਸ਼ਨ। ਤੇ ਮੈਂ ਉਹਨਾਂ ਨਾਲ ਫਿਰ ਉਸ ਤੋਂ ਬਾਅਦ ਮੈਂ ਹੋਰ ਕੰਸਲਟੇਸ਼ਨ ਕੀਤੀ। ਫਿਰ ਸਭ ਨੂੰ ਇੰਪੋਰਟੈਂਟ ਹੁੰਦੀ ਆ ਫੈਮਿਲੀ, ਬਿਲਕੁਲ ਠੀਕ ਹੈ ਨਾ। ਫਿਰ ਫੈਮਿਲੀ ਦੇ ਨਾਲ ਗੱਲ ਕੀਤੀ। ਮੈਂ ਆਪਣੇ ਪੇਰੈਂਟਸ ਨਾਲ ਰਹਿੰਦਾ ਤੇ ਮੇਰੀ ਵਾਈਫ ਨਾਲ ਮੈਂ ਗੱਲ ਕੀਤੀ ਕਿਉਂਕਿ ਸ਼ੀ ਇਜ਼ ਮਾਈ ਲਾਈਫ ਪਾਰਟਨਰ, ਤੇ ਉਹਨਾਂ ਨੇ ਵੀ ਇਨਕਰੇਜ ਕੀਤਾ ਕਿ ਲੈਟਸ ਡੂ ਇਟ। ਮੇਰੇ ਆਪਣੇ 2 ਬੱਚੇ ਨੇ, 7 ਸਾਲ ਦਾ 11 ਸਾਲ ਦਾ। ਫਿਰ ਮੈਂ ਦੇਖਿਆ ਕਿ ਉਹਨਾਂ ਨੂੰ ਅਸੀਂ ਕਿੱਦਾਂ ਦਾ ਕੈਲਗਰੀ ਦੇਣਾ, ਕਿੱਦਾਂ ਦਾ ਵਾਰਡ 5 ਦੇਣਾ, ਕਿੱਦਾਂ ਸੇਫਰ ਹੈਲਥੀਅਰ ਕਮਿਊਨਿਟੀਜ਼ ਬਣਾਉਣੀ। ਉਹ ਸਾਰਾ ਕਰਨ ਤੋਂ ਬਾਅਦ ਕਮਿਊਨਿਟੀ ਦੀ ਰਿਪੋਰਟ, ਪੇਰੈਂਟਸ ਦੀ, ਫਰੈਂਡਸ ਦੀ, ਫੈਮਲੀਜ਼ ਦੀ, ਵਾਈਫ ਦੀ, ਈਵਨ ਬੱਚਿਆਂ ਦੀ, ਫਿਰ ਮੈਂ ਡਿਸੀਜਨ ਕੀਤਾ ਕਿ ਨਾਓ ਇਜ਼ ਦ ਰਾਈਟ ਟਾਈਮ। ਕਿਉਂਕਿ ਅਸੀਂ ਕੋਵਿਡ ਚੋਂ ਨਿਕਲ ਰਹੇ ਹਾਂ, ਕੈਲਗਰੀ ਨੂੰ ਇੱਕ ਨਵੀਂ ਡਾਇਰੈਕਸ਼ਨ ਵਿੱਚ ਲੈ ਕੇ ਆਉਣਾ, ਵਾਰਡ 5 ਨੂੰ ਨਵੀਂ ਡਾਇਰੈਕਸ਼ਨ ਦੇ ਵਿੱਚ ਲੈਣਾ, ਅੱਗੇ ਮੂਵ ਕਰਨਾ। ਤੇ ਕਾਉਂਸਲ ਦੇ ਵਿੱਚ ਪਿਵਟਲ ਮੂਵਮੈਂਟ ਆ ਕਿਉਂਕਿ ਅਸੀਂ ਨਵੇਂ 9 ਕਾਉਂਸਲਰ ਚੁਣਨੇ ਨੇ, ਨਵੇਂ ਮੇਅਰ ਚੁਣਨੇ ਨੇ, ਇੱਕ ਨਵੀਂ ਡਾਇਰੈਕਸ਼ਨ ਦੇਣੀ ਹੈ। ਸੋ ਇਹ ਸਾਰਾ ਕੁਝ ਤੋਂ ਬਾਅਦ ਮੈਂ ਡਿਸਾਈਡ ਕੀਤਾ ਕਿ ਨਾਓ ਇਜ਼ ਦ ਰਾਈਟ ਟਾਈਮ ਟੂ ਰਨ। ਵੈਸੇ ਤਾਂ ਰਾਜ ਜੀ ਇਹ ਦੇਖਿਆ ਗਿਆ ਕਿ ਜੇ ਤੁਹਾਡੀ ਕੋਈ ਪੋਲੀਟੀਕਲ ਬੈਕਗ੍ਰਾਉਂਡ ਹੈਗੀ ਆ ਤਾਂ ਮੋਸਟਲੀ ਅਸੀਂ ਅੱਗੇ ਆਉਣੇ ਆ ਕੰਮ ਕਰਨ ਵਾਸਤੇ। ਤੁਸੀਂ ਆਪਣੀ ਬੈਕਗ੍ਰਾਉਂਡ ਬਾਰੇ ਦੱਸੋ ਕਿ ਤੁਸੀਂ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ, ਕਿ ਪਰਿਵਾਰ ਦੇ ਵਿੱਚ ਵੀ ਕੋਈ ਪੋਲੀਟੀਕਲੀ ਇਨਵੋਲਵ ਸੀਗਾ? No, ਜੀ ਸਾਡੇ there was no political not engagement, ਮਤਲਬ ਪੋਲੀਟੀਕਲ ਆਫਿਸ ਲਈ ਕੋਈ ਰਨ ਨਹੀਂ ਕੀਤਾ ਹੀ। ਪੋਲੀਟੀਕਲ ਇੰਗੇਜਮੈਂਟ ਜ਼ਰੂਰ ਰਹੀ ਆ। ਮੇਰਾ ਪਿੰਡ ਜਿੱਦਾਂ ਮਾਲਵੇ ਰੀਜਨ ਦੇ ਵਿੱਚ ਹੈਗਾ ਵਾ ਚੀਮਨਾ, ਤੇ ਮੈਂ ਇੱਥੇ ਮਾਈਗ੍ਰੇਟ, ਮੇਰੇ ਪੇਰੈਂਟਸ ਮੈਨੂੰ ਲੈ ਆਏ ਸੀਗੇ 1994 ਦੇ ਵਿੱਚ। ਮੇਰੀ ਜਿਹੜੀ ਸਟੋਰੀ ਆ ਉਹ ਜਿਹੜੇ ਤੁਹਾਡੇ ਦੇਖ ਰਹੇ ਆ ਸਾਰਿਆਂ ਨਾਲ ਰੈਜ਼ੋਨੇਟ ਹੋਊਗੀ ਕਿ ਅਸੀਂ ਇਮੀਗ੍ਰੈਂਟਸ ਦੀ ਸਟੋਰੀ ਆ। ਮੇਰੇ ਪੇਰੈਂਟਸ ਨੇ ਇੱਥੇ, ਉਹ ਇੰਜੀਨੀਅਰ ਸੀ ਮੇਰੇ ਡੈਡ ਇੰਡੀਆ ਦੇ ਵਿੱਚ, ਮੇਰੇ ਮਮ ਡੈਡ ਨੇ ਇੱਥੇ ਆ ਕੇ ਉਹੀ ਕੰਮ ਕੀਤਾ ਜੋ ਅਸੀਂ ਇਮੀਗ੍ਰੇਟ ਕਰਦੇ ਹਾਂ ਸਾਨੂੰ ਬੈਟਰ ਫਿਊਚਰ ਦੇਣ ਲਈ। ਮੇਰੀ ਮਮ ਦੀ ਪਹਿਲੀ ਜੌਬ ਡਿਸ਼ ਵਾਸ਼ਰ ਸੀਗੀ, ਰਾਈਟ। ਤੇ ਮੈਂ ਵੀ ਜਦੋਂ ਇੱਥੇ ਆਇਆ ਮੈਂ ਵੀ ਉਹਨਾਂ ਨੂੰ ਸਪੋਰਟ ਕਰਨ ਦੇ ਲਈ, ਓਬਵੀਅਸਲੀ ਮੇਰੇ ਡੈਡ ਨੂੰ ਜੌਬ ਨਹੀਂ ਮਿਲੀ ਕਿਉਂਕਿ ਉੱਥੋਂ ਹੀ ਮੈਨੂੰ ਇੱਕ ਪਹਿਲੀ ਵਾਰ ਪਤਾ ਲੱਗਿਆ ਕਿ ਸਿਸਟੈਮਿਕ ਰੇਸਿਜ਼ਮ ਕੀ ਹੁੰਦਾ। ਇੰਟਰਵਿਊਜ਼ ਬਹੁਤ ਆਉਂਦੀਆਂ ਸੀ ਪਰ ਉਹ ਪੱਗ ਬੰਨ੍ਹਦੇ ਸੀ ਤੇ ਉਹਨਾਂ ਨੂੰ ਕਿਹਾ ਜਾਂਦਾ ਯੂ ਆਰ ਓਵਰ ਕੁਆਲੀਫਾਈਡ। ਤੇ ਗੁੱਡ ਕੰਪਨੀਆਂ ਵਿੱਚੋਂ ਤੇ ਕਿਤੇ ਨਾ ਕਿਤੇ ਲੱਗਿਆ ਸੀ ਸਿਸਟੈਮਿਕ ਰੇਸਿਜ਼ਮ ਹੈਗਾ। ਫਿਰ ਮੈਂ ਉਸ ਤੋਂ ਬਾਅਦ ਮੈਂ ਪੇਰੈਂਟਸ ਦੇ ਨਾਲ ਮੈਂ ਵੀ ਲੱਗਿਆ, ਛੋਟਾ ਬ੍ਰਦਰ ਸੀ, ਮੈਂ ਵੀ ਡਿਸ਼ ਵਾਸ਼ਿੰਗ ਦਾ ਕੰਮ ਕੀਤਾ, ਮੈਂ ਵੀ ਡਾਊਨਟਾਊਨ ਕਲੀਨ ਅਪ ਕੀਤੀ, ਮੈਂ ਵੀ ਵੇਅਰ ਹਾਊਸ 'ਚ ਕੰਮ ਕੀਤਾ। ਲੈਸਟਰ ਬੀ ਪੀਅਰਸਨ ਸਕੂਲ ਦੇ ਵਿੱਚ ਮੈਂ ਪੜ੍ਹਦਾ ਹੁੰਦਾ ਸੀਗਾ। ਸ਼ਾਮ ਤੱਕ ਕੰਮ ਕਰਨਾ, ਰਾਤ ਨੂੰ 11 ਤੋਂ ਸਵੇਰ ਦੇ 7 ਵਜੇ ਤੱਕ ਮੈਕ ਸਟੋਰ ਦੇ ਵਿੱਚ ਇੱਥੇ ਹੀ, ਤੇ 8 ਵਜੇ ਸਕੂਲ ਜਾਣਾ, 4 ਵਜੇ ਵਾਪਸ ਆਉਣਾ, ਸੌਣਾ। ਸੋ ਸਾਰਾ ਕੁਛ ਕੀਤਾ। ਦੈਨ ਆਈ ਵੈਂਟ ਇਨਟੂ ਯੂਨੀਵਰਸਿਟੀ ਆਫ ਕੈਲਗਰੀ, ਈਵਨ ਦੈਨ ਆਈ continue doing my part-time jobs. ਫਿਰ ਮੈਨੂੰ ਪੋਲੀਟੀਕਲ ਇੰਗੇਜਮੈਂਟ ਦੇ ਵਿੱਚ ਮੈਂ ਪਿਆ ਜਦੋਂ ਮੈਨੂੰ ਲੱਗਿਆ ਕਿ you gotta demand some changes. For that you gotta be the change before you expect the change. ਫਿਰ ਮੈਂ ਐਕਟਿਵਿਜ਼ਮ ਵੱਲ ਤੁਰਿਆ ਤੇ ਉੱਥੋਂ ਹੀ ਇੱਕ ਪੈਸ਼ਨ ਬਣ ਗਿਆ। ਫਿਰ ਮੈਂ ਯੂਨੀਵਰਸਿਟੀ ਦੇ ਵਿੱਚ ਜਦੋਂ ਪਹਿਲੀ ਮੇਰੀ ਡਿਗਰੀ ਵੀ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਸੀਗੀ ਵਿਦ ਮੇਜਰ ਇਨ ਮਿਡਲ ਈਸਟਰਨ ਪੋਲਿਟਿਕਸ। ਫਿਰ ਮੈਂ ਉੱਥੋਂ ਹੀ ਫਿਰ ਮੈਂ ਕੈਮੀਕਲ ਇੰਜੀਨੀਅਰਿੰਗ ਕੀਤੀ। ਫਿਰ ਆਇਲ ਐਂਡ ਗੈਸ ਸੈਕਟਰ ਦੇ ਵਿੱਚ ਜੌਬ ਮਿਲ ਗਈ, ਉੱਥੇ ਵੀ ਐਕਟਿਵਿਜ਼ਮ ਦੀ ਥੋੜ੍ਹੀ
अपॉर्चुनिटी मिली तो या वो सारा करके ही मैं शुरू तो वॉलंटियर करता रहा हाँ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਬਿਕਾਜ਼ ਆਈ ਵਾਂਟ ਟੂ ਬੀ ਪਾਰਟ ਆਫ ਦ ਚੇਂਜ ਆਈ ਵਾਂਟ ਟੂ ਮੇਕ ਸ਼ੋਰ ਅਸੀਂ ਆਪਣੀ ਕੰਟਰੀ ਨੂੰ ਅੱਗੇ ਲੈ ਕੇ ਜਾਈਏ ਚੰਗੇ ਤਰੀਕੇ ਨਾਲ ਸੋ ਇਹੀ ਸਾਰਾ ਸੀ ਪਰ ਕਿਤੇ ਵੀ ਇਦਾਂ ਨਹੀਂ ਹੈਗਾ ਕਿ ਮੇਰੇ ਪਰਿਵਾਰ ਦੇ ਵਿੱਚ ਕਿਸੇ ਨੇ ਆਫਿਸ ਲਈ ਰਨ ਕੀਤਾ ਜੀ ਫॉर ਬੈਟਰਮੈਂਟ ਵਾਸਤੇ ਤੁਸੀਂ ਅੱਗੇ ਹਾਂਜੀ ਬਿਲਕੁਲ ਕਮਿਊਨਿਟੀ ਆਈ ਥਿੰਕ ਕਮਿਊਨਿਟੀ ਐਮਪਾਵਰਮੈਂਟ ਲਈ ਜੀ ਕੀ ਤੁਹਾਡਾ ਏਜੰਡਾ ਕੀ ਆ ਕੀ ਤੁਹਾਡੇ ਪਲਾਨਸ ਨੇ ਸਪੋਜ਼ ਕਰੋ ਤੁਸੀਂ ਇਲੈਕਟ ਹੋ ਜਾਂਦੇ ਹੋ ਤੁਹਾਨੂੰ ਵੋਟਰਸ ਵੋਟ ਪਾਉਂਦੇ ਨੇ ਤੁਹਾਨੂੰ ਚੁਣ ਲੈਂਦੇ ਨੇ ਤੁਹਾਡਾ ਮੇਨ ਏਜੰਡਾ ਕੀ ਹੈ ਕਿ ਕਿਹੜੀਆਂ ਚੇਂਜਸ ਤੁਸੀਂ ਲਿਆਉਣਾ ਚਾਹੁੰਦੇ ਹੋ ਸਿਟੀ ਦੇ ਵਿੱਚ ਬੈਟਰ ਕੀ ਕਰ ਸਕਦੇ ਹੋ ਦੇਖੋ ਪਹਿਲਾਂ ਤਾਂ ਮੈਂ ਵਾਰਡ 5 ਲਈ ਰਨ ਕਰ ਰਿਹਾ ਠੀਕ ਹੈ ਨਾ ਮੈਂ ਮੇਰਾ ਇਹ ਹੈਗਾ ਕਿ ਮੈਂ ਬਲੀਵ ਕਰਦਾ ਟੂ ਵੇ ਕਮਿਊਨੀਕੇਸ਼ਨ ਚ ਮੈਂ ਬਲੀਵ ਕਰਦਾ ਅੰਗੇਜਮੈਂਟ ਚ ਮੈਂ ਬਲੀਵ ਕਰਦਾ ਕਿ ਅਸੀਂ ਵੀ ਇਹ ਤੁਹਾਡੇ ਬਾਰੇ ਨਹੀਂ ਇਹ ਮੇਰੇ ਬਾਰੇ ਨਹੀਂ ਇਹ ਸਾਡੇ ਸਾਰਿਆਂ ਬਾਰੇ ਆ ਸੋ ਜੋ ਵੀ ਅਸੀਂ ਕਰਨਾ ਕਮਿਊਨਿਟੀ ਦੀ ਬੈਟਰਮੈਂਟ ਲਈ ਕਰਨਾ ਤੇ ਕਮਿਊਨਿਟੀ ਐਟ ਲਾਰਜ ਠੀਕ ਹੈ ਨਾ ਮੈਂ ਇੱਕ ਕਮਿਊਨਿਟੀ ਮਤਲਬ ਜਦੋਂ ਮੈਂ ਗੱਲ ਕਰਦਾ ਐਥਨਿਕ ਕਮਿਊਨਿਟੀ ਦੀ ਗੱਲ ਨਹੀਂ ਕਰ ਰਿਹਾ ਫਿਰ ਵਾਰਡ 5 ਦਾ ਜਿਹੜਾ ਕਾਉਂਸਲਰ ਆ ਉਹਨੇ ਸਿਟੀ ਦੇ ਵਿੱਚ ਵੀ ਪਾਰਟਿਸਿਪੇਟ ਕਰਨਾ ਕਾਉਂਸਲ 'ਚ ਸਿਟੀ ਨੂੰ ਵੀ ਇੱਕ ਨਵੀਂ ਡਾਇਰੈਕਸ਼ਨ ਦੇਣੀ ਆ ਸੋ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਸਿਟੀ ਦੇ ਵੀ ਕੀ ਮੁੱਦੇ ਨੇ ਸੋ ਵਾਰਡ 5 ਦੇ ਵਿੱਚ ਜਿੱਦਾਂ ਬਹੁਤ ਮੈਂ ਚੈਲੰਜਸ ਦੇਖਦਾ ਵਾਰਡ 5 ਨੂੰ ਅੱਗੇ ਫਾਰਵਰਡ ਲਿਜਾਣ ਦੇ ਵਿੱਚ ਉਹ ਚੈਲੰਜਸ ਨੂੰ ਅਸੀਂ ਕਿੱਦਾਂ ਹੁਣ ਜਿੱਦਾਂ ਫੋਰ ਇੰਸਟੈਂਸ ਮੈਂ ਕੁਝ ਡੇਟਾ ਦੇਖ ਰਿਹਾ ਸੀਗਾ ਪਾਵਰਟੀ ਰੇਟ ਆ ਵਾਰਡ 5 ਦੇ ਵਿੱਚ 10% ਜਿਹੜੇ ਲੋਕ ਨੇ ਉਹ ਪਾਵਰਟੀ ਰੇਟ ਤੋਂ ਥੱਲੇ ਰਹਿ ਰਹੇ ਨੇ ਰਾਈਟ ਜਿਹੜੇ ਜਿੱਦਾਂ ਫੋਰ ਇੰਸਟੈਂਸ 0 ਮਤਲਬ 17 ਸਾਲ ਤੋਂ ਥੱਲੇ ਬੱਚੇ ਨੇ 4500 ਬੱਚੇ ਇਸ ਵਕਤ ਪਾਵਰਟੀ ਦੇ ਵਿੱਚ ਰਹਿ ਰਹੇ ਨੇ ਸੋ ਉਹਦੇ ਤੇ ਕੰਮ ਕਰਨਾ ਇਹ ਇੱਕ ਡਿਵਰਸ ਵਾਰਡ ਆ ਆਪਾਂ ਸ਼ੁਰੂ ਹੋ ਜਾਈਏ ਕੈਸਲ ਵਿੱਚ ਤੋਂ ਆਲ ਦ ਵੇ ਰੈਡਸਟੋਨ ਡਿਵਰਸਿਟੀ ਮਿਲੂਗੀ ਸਾਨੂੰ ਵਿਚ ਵੀ ਆਰ ਲੱਕੀ ਟੂ ਹੈਵ ਬਿਕਾਜ਼ ਇੱਕ ਮੈਂ ਕਹਿੰਦਾ ਹੁੰਦਾ ਮਿਨੀ ਯੂਨਾਈਟਿਡ ਨੇਸ਼ਨਸ ਆ ਸਾਨੂੰ ਡਿਫਰੈਂਟ ਕੁਜ਼ੀਨਸ ਕਲਚਰਸ ਦੇਖਣ ਨੂੰ ਮਿਲਦੇ ਆ ਪਰ ਉਹਦੇ ਵਿੱਚ ਇਹ ਆ ਕਿ ਜ਼ਿਆਦਾ ਇਮੀਗ੍ਰੈਂਟਸ ਵੀ ਇੱਥੇ ਆਉਂਦੇ ਆ ਹਾਊਸਿੰਗ ਅਫੋਰਡੇਬਿਲਿਟੀ ਹੋਰ ਇਸ਼ੂ ਹੈਗਾ ਵਾ ਮੈਂ ਦੇਖ ਰਿਹਾ ਸੀਗਾ ਔਨ ਐਵਰੇਜ ਵਾਰਡ 5 ਦੇ ਵਿੱਚ ਜਿਹੜਾ ਰੈਂਟ ਆ $1,1365 ਆ ਨਵੀਂ ਫੈਮਿਲੀਜ਼ ਦੇ ਲਈ ਉਹ ਬਹੁਤ ਔਖਾ ਵਾ ਅਫੋਰਡੇਬਲ ਹਾਊਸਿੰਗ ਨੂੰ ਕਿੱਦਾਂ ਅੱਗੇ ਇੱਥੇ ਕਰਨਾ ਵਾ ਤਾਂ ਨਵੇਂ ਇਮੀਗ੍ਰੈਂਟਸ ਆਪਣੀ ਫੈਮਿਲੀਜ਼ ਦੇ ਉੱਤੇ ਸੇਫ ਫੋਕਸ ਕਰ ਸਕਣ ਉਹ ਇਸ਼ੂਜ਼ ਨੇ ਫਿਰ ਸੇਫਟੀ ਕ੍ਰਾਈਮ ਉਹ ਵੀ ਇੱਕ ਬਹੁਤ ਵੱਡਾ ਇਸ਼ੂ ਹੈ ਮੈਂ ਡੋਰ ਨੌਕਿੰਗ ਤੇ ਜਾਣਾ ਵਾ ਮਾਰਟਿਨਡੇਲ ਦੇ ਵਿੱਚ ਬਹੁਤ ਉੱਭਰ ਕੇ ਆ ਰਿਹਾ ਵਾ ਫਿਰ ਉਸ ਤੋਂ ਬਾਅਦ ਜਿੱਦਾਂ ਆਪਾਂ ਕਹਿ ਸਕਦੇ ਹਾਂ ਰੈਕ੍ਰੀਏਸ਼ਨਲ ਐਕਟੀਵਿਟੀਜ਼ ਉਹਦੇ ਵਿੱਚ ਵੀ ਕਿੱਦਾਂ ਇਨਵੈਸਟ ਕਰਨਾ ਤੇ ਇਨਵੈਸਟਮੈਂਟ ਕਿੱਦਾਂ ਵਾਰਡ 5 ਦੇ ਵਿੱਚ ਲੈ ਕੇ ਆਉਣੀ ਸਮਾਲ ਬਿਜ਼ਨਸ ਓਨਰ ਸਾਡੇ ਅਸੀਂ ਕੈਸਲ ਵਿੱਚ ਪਲਾਜ਼ਾ ਚਲੇ ਜਾਈਏ ਫਾਲਕਨ ਵਿੱਚ ਜਿੱਥੇ ਅੱਜ ਆਪਾਂ ਇੱਥੇ ਬੈਠੇ ਆ ਸਾਡੇ ਜਿਹੜੇ ਮੋਸਟਲੀ ਜੌਬਸ ਨੇ ਸਮਾਲ ਬਿਜ਼ਨਸਿਸ ਉਹਨਾਂ ਨੂੰ ਬਣਾਉਂਦੇ ਨੇ ਉਹਨਾਂ ਨੂੰ ਕਿੱਦਾਂ ਰਿਲੀਫ ਦੇਣੀ ਆ ਟੈਕਸੇਸ਼ਨ ਦੇ ਵਿੱਚ ਕਿੱਦਾਂ ਫੇਅਰਨੈਸ ਲੈ ਕੇ ਆਉਣੀ ਆ ਸੋ ਇੱਕ ਬਜ਼ੁਰਗਾਂ ਦੇ ਬੜੇ ਇਸ਼ੂ ਨੇ ਸੀਨੀਅਰਸ ਦੇ ਰਾਈਟ ਬੱਸ ਪਾਸਿਸ ਜਿੱਦਾਂ ਆਪਾਂ ਕਹਿ ਸਕਦੇ ਹਾਂ ਸਬਸਿਡੀ ਜਿਹੜੇ ਉਹਨਾਂ ਨੂੰ ਪਾਸਿਸ ਮਿਲਦੇ ਆ ਉਹਦੇ ਵਿੱਚ ਇਸ਼ੂਜ਼ ਆਉਂਦੇ ਉਹਨਾਂ ਨੂੰ ਕੋਈ ਇਨਕਮ ਦਿਖਾਉਣੀ ਪੈਂਦੀ ਆ ਉਹਦੇ ਤੇ ਵਰਕ ਕਰਨਾ ਸੋ ਇਹ ਸਾਰੇ ਇਸ਼ੂਜ਼ ਨੇ ਸਾਡਾ ਯੂਥ ਨੂੰ ਇੰਪਾਵਰਮੈਂਟ ਕਿੱਦਾਂ ਕਰਨਾ ਸਾਡੇ ਯੂਥ ਨੂੰ ਕਿੱਦਾਂ ਅੰਗੇਜ ਕਰਨਾ ਕੈਲਗਰੀ ਦੇ ਵਿੱਚ ਯੂਥ ਕਾਉਂਸਲ ਲੈ ਕੇ ਆਉਣੀ ਤਾਂ ਸਾਡਾ ਫਿਰ ਸਿਟੀ ਓਵਰਆਲ ਸਿਟੀ ਦੇ ਵਿੱਚ ਡਾਊਨਟਾਊਨ ਦੇ ਵਿੱਚ 30% ਵੇਕੈਂਸੀ ਆ 15 ਮਿਲੀਅਨ ਸਕੁਆਇਰ ਫੁੱਟ ਇਸ ਵਕਤ ਸਪੇਸ ਖਾਲੀ ਪਈ ਆ ਉਹਨੂੰ ਕਿੱਦਾਂ ਰੀਵਾਈਟਲਾਈਜ਼ ਕਰਨਾ ਉਹਨੂੰ ਕਿੱਦਾਂ ਮੇਕ ਸ਼ੋਰ ਕਰਨਾ ਨਵੇਂ ਬਿਜ਼ਨਸ ਉੱਥੇ ਅਟਰੈਕਟ ਕਰੀਏ ਜਿਹਦੇ ਨਾਲ ਸਾਡੇ ਸਬਰਬਸ ਜਿੱਥੇ ਅਸੀਂ ਬੈਠੇ ਆ ਜਿੱਥੇ ਕੈਸਲ ਰਿਜ ਜਾਂ ਸਾਈਡਲ ਰਿਜ ਜਾਂ ਟੈਰਾਡੇਲ ਇੱਥੇ ਜਿਹੜੀ ਟੈਕਸੇਸ਼ਨ ਆ ਉਹਨੂੰ ਘਟਾਇਆ ਜਾ ਸਕੇ ਤੇ ਫਿਰ ਸਿਟੀ ਸਰਵਿਸਿਜ਼ ਉਹਨਾਂ ਨੂੰ ਕਿੱਦਾਂ ਮੇਨਟੇਨ ਕਰਨਾ ਸਿਟੀ ਸਰਵਿਸਿਜ਼ ਨੂੰ ਕਿੱਦਾਂ ਅਸੀਂ ਜਿੱਦਾਂ ਕਹਿ ਸਕਦੇ ਆ ਕਿ ਚੱਲਦੇ ਰੱਖਣਾ ਵਾ ਬੈਟਰ ਕਰਨਾ ਵਾ ਪਰ ਉਹਦਾ ਬੋਝ ਵੀ ਲੋਕਾਂ ਦੇ ਉੱਤੇ ਨਹੀਂ ਪਾਉਣਾ ਉਹ ਇਨੋਵੇਟਿਵ ਬਾਕੀ ਪਬਲਿਕ ਜਿਹੜੀਆਂ ਜੌਬਸ ਆ ਉਹਨਾਂ ਦਾ ਬਹੁਤ ਵੱਡਾ ਐਡਵੋਕੇਟ ਆ ਉਹਨਾਂ ਨੂੰ ਕਿੱਦਾਂ ਮੇਕ ਸ਼ੋਰ ਕਰਨਾ ਬਚਾਇਆ ਜਾਵੇ ਪ੍ਰਾਈਵੇਟਾਈਜੇਸ਼ਨ ਨਾਲ ਅਸੀਂ ਘੱਟ ਜਾਈਏ ਤੇ ਈਵਨ ਸਕੂਲਿੰਗ ਮੈਂ ਨਦਰਨ ਕਮਿਊਨਿਟੀਜ਼ ਦੇ ਵਿੱਚ ਬਹੁਤ ਸੁਣਦੇ ਆ ਸਕਾਈ ਵਿਊ ਰੈਡਸਟੋਨ ਕੋਰਨਰਸਟੋਨ ਸਿਟੀਸਕੇਪ ਕੀ ਸਕੂਲ ਚਾਹੀਦੇ ਨੇ ਜਿਹੜੀ ਸਕੂਲਿੰਗ ਆ ਉਹ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਆ ਬਟ ਐਜ਼ ਅ ਕਾਉਂਸਲਰ ਮੈਂ ਉਹਦੇ ਲਈ ਐਡਵੋਕੇਟ ਜ਼ਰੂਰ ਕਰੂੰਗਾ ਤੇ ਓਪਨਲੀ ਕਰੂੰਗਾ ਤੇ ਅਨਅਫਰੇਡ ਹੋ ਕੇ ਕਰੂੰਗਾ ਸੋ ਇਹ ਮੁੱਦੇ ਦੇਖਦਾ ਮੈਂ ਸਿਟੀ ਤੋਂ ਇੱਕ ਹੋਰ ਸਾਡੇ ਅੱਗੇ ਜਿੱਦਾਂ ਹੁਣ ਹੈਗਾ ਕਿ ਜੌਬ ਕ੍ਰੀਏਸ਼ਨ ਬਹੁਤ ਜ਼ਰੂਰੀ ਆ ਅਸੀਂ ਸਾਡਾ ਪਲਾਨ ਹੋਣਾ ਚਾਹੀਦਾ ਕਿ ਅਗਲੇ 4 ਸਾਲਾਂ 'ਚ ਇੱਕ ਟਾਰਗੇਟ ਰੱਖ ਕੇ ਕਿ ਇੰਨੀ ਜੌਬ ਕ੍ਰੀਏਸ਼ਨ ਕਰਨੀ ਆ ਤੇ ਇਸ ਦੇ ਨਾਲ ਉਹਦੇ ਤੇ ਵੀ ਇੱਕ ਪਾਵਰਟੀ ਦੇ ਉੱਤੇ ਵੀ ਕੰਮ ਕਰਨਾ ਕਿਉਂਕਿ ਸਾਡੀ ਸਿਟੀ ਦੇ ਵਿੱਚ ਇਸ ਵਕਤ ਪਾਵਰਟੀ ਰੇਟ ਆ ਜਿਹੜੀ ਉਸ ਬਿਲਕੁਲ 12% ਤੇ ਪੈ ਰਹੀ ਆ ਕੋਵਿਡ ਦੇ ਵਿੱਚ 77,000 ਲੋਕ ਪਾਵਰਟੀ ਰੇਟ ਦੇ ਤੋਂ ਥੱਲੇ ਆਏ ਆ ਸਿਟੀ ਇੰਨੀ ਪ੍ਰੋਸਪਰਸ ਆ ਪਰ 1,90,000 ਲੋਕ ਪਾਵਰਟੀ ਦੇ ਵਿੱਚ ਰਹਿ ਰਹੇ ਆ ਰਾਈਟ ਤੇ ਉਹਦੇ ਵਿੱਚ ਸਿਟੀ ਦਾ ਇੱਕ ਪਲਾਨ ਆ ਇਨਫ ਫॉर ਆਲ ਉਹਨੂੰ ਕਿੱਦਾਂ ਬੈਟਰ ਕਰਨਾ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਹੁਣ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਬੈਟਰ ਕਰੋਗੇ ਜੌਬਸ ਨਵੀਆਂ ਆਉਣਗੀਆਂ ਪਰ ਜੇ ਦੇਖਿਆ ਜਾਵੇ ਤਾਂ ਅਲਬਰਟਾ ਖਾਸ ਕਰਕੇ ਆਇਲ ਐਂਡ ਗੈਸ ਤੇ ਡਿਪੈਂਡ ਕਰਦਾ ਆ ਹਾਂਜੀ ਤੇ ਆਪਾਂ ਜੇ ਦੇਖੀਏ 2009 ਤੋਂ ਲੈ ਕੇ ਹੁਣ ਤੱਕ ਦਾ ਸਮਾਂ ਜਿਹੜਾ ਆਪਣੇ ਸਾਹਮਣੇ ਆ ਆਪਾਂ ਕਿੱਥੇ ਤੋਂ ਕਿੱਥੇ ਤੱਕ ਪਹੁੰਚ ਗਏ ਆ
ਤੇ ਰਿਸੈਸ਼ਨ ਹੈ ਜਿਹੜਾ ਉਹ ਇੱਥੋਂ ਜਾਣ ਦਾ ਨਾਂ ਨਹੀਂ ਲੈ ਰਿਹਾ। ਬਿਲਕੁਲ ਜੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਇਲੈਕਟ੍ਰਿਕ ਕਾਰਾਂ ਆ ਰਹੀਆਂ ਨੇ ਤੇ ਇਹ ਸਿਸਟਮ ਸਾਰਾ ਚੇਂਜ ਹੋ ਰਿਹਾ, ਹਾਂਜੀ। ਆਇਲ ਐਂਡ ਗੈਸ ਦੀ ਡਿਮਾਂਡ ਹੋਊਗੀ ਪਰ ਇੰਨੀ ਨਹੀਂ ਹੋਣੀ ਜਿੰਨੀ ਕਿ ਇਸ ਵਕਤ ਹੈ। ਹਾਂਜੀ। ਉਹਦੇ ਵਾਸਤੇ ਤੁਸੀਂ ਬੈਟਰਮੈਂਟ ਕੀ ਲਿਆ ਰਹੇ ਹੋ ਕਿ ਅਸੀਂ ਆਇਲ ਐਂਡ ਗੈਸ ਤੇ ਇਕੱਲੇ ਡਿਪੈਂਡ ਨਾ ਰਹੀਏ, ਅਸੀਂ ਉੱਥੇ ਹੀ ਖੜੇ ਹਾਂ ਅੱਜ ਤੋਂ 40 ਸਾਲ ਪਹਿਲਾਂ ਜਿੱਥੇ ਖੜੇ ਸੀ, ਤੇ ਸਾਨੂੰ ਲੋੜ ਹੈ ਨਵੀਆਂ ਚੀਜ਼ਾਂ, ਨਵੇਂ ਐਕਸਪੈਰੀਮੈਂਟ ਕਰਨ ਦੀ। ਹਾਂਜੀ ਬਿਲਕੁਲ, ਦੇਖੋ ਮੈਂ ਆਇਲ ਐਂਡ ਗੈਸ 'ਚ ਕੰਮ ਕਰਦਾ, ਪਿਛਲੇ 10 ਸਾਲਾਂ ਤੋਂ ਕੰਮ ਕਰ ਰਿਹਾ, ਉਸ ਤੋਂ ਜ਼ਿਆਦਾ ਹੀ ਹੋ ਗਏ। ਜੀ। ਮੈਂ ਵਿਟਨੈਸ ਜਿਹੜੀਆਂ ਚੇਂਜਸ ਹੋ ਰਹੀਆਂ, ਈਵਨ ਆਇਲ ਐਂਡ ਗੈਸ ਕੰਪਨੀਆਂ ਵੀ ਆ ਜਿਹੜੀਆਂ ਇਸ ਵਕਤ ਉਹ ਵੀ ਜਿਹੜੀਆਂ ਉਸ ਪਾਸੇ ਨੂੰ ਵੱਧ ਰਹੀਆਂ ਨੇ, ਜਿੱਥੇ ਉਹ ਵੀ ਟਾਰਗੇਟ ਸੈੱਟ ਕਰ ਰਹੀਆਂ ਨੇ ਕਿ 2050 ਤੱਕ ਨੈਟ ਜ਼ੀਰੋ ਐਮਿਸ਼ਨਸ, 2030 ਤੱਕ 30% ਰਿਡਕਸ਼ਨ ਅਗੇਂਸਟ 2005 ਲੈਵਲਸ। ਸੋ ਆਈ ਐਮ ਪਾਰਟ ਆਫ ਦੈਟ, ਆਈ ਸੀ ਇਟ। ਤੇ ਉਹਦੇ ਲਈ ਸਾਨੂੰ ਕੀ ਕਰਨਾ ਪੈਣਾ, ਸਾਨੂੰ ਆਪਣੇ ਪਾਰਟਨਰਸ ਨਾਲ ਕੰਮ ਕਰਨਾ ਪੈਣਾ। ਪਾਰਟਨਰਸ ਤੋਂ ਮਤਲਬ ਕਿ ਜਿਹੜੀਆਂ ਸਾਡੀਆਂ ਦੂਜੀਆਂ ਲੈਵਲ ਆਫ ਗਵਰਨਮੈਂਟ ਆ, ਪ੍ਰੋਵਿੰਸ਼ੀਅਲ ਤੇ ਫੈਡਰਲ ਗਵਰਨਮੈਂਟ ਜਿਹੜੀ ਆ, ਦੇ ਆਰ ਆਲਸੋ, ਉਹਨਾਂ ਨੇ ਸੈੱਟ ਕਰਦਾ ਕਿ 2050 ਤੱਕ ਨੈਟ ਜ਼ੀਰੋ। ਸੋ ਜਿਵੇਂ ਕਾਉਂਸਲਰ ਇਲੈਕਟ ਹੁੰਦਾ, ਮੈਂ ਆਪਣੇ ਜਿਹੜੇ ਫੈਡਰਲ ਲੈਵਲ ਦੇ ਜਿਹੜੇ ਸਾਡੇ ਹੈਗੇ ਆ ਨੁਮਾਇੰਦੇ, ਉਹਨਾਂ ਨੂੰ ਇੰਗੇਜ ਕਰਨਾ ਜੀ ਕਿ ਜਿਹੜੇ ਉਹਨਾਂ ਦੇ ਪ੍ਰੋਗਰਾਮ ਉਹ ਲਾਂਚ ਕਰ ਰਹੇ ਨੇ, ਚਾਹੇ ਉਹ ਗ੍ਰੀਨ ਇਕੋਨਮੀ ਨੂੰ ਅੱਗੇ ਕਿਸ ਤਰ੍ਹਾਂ ਲਿਆਉਣਾ, ਗ੍ਰੀਨ ਹਾਊਸਿੰਗ ਇਨਫਰਾਸਟ੍ਰਕਚਰ ਨੂੰ ਕਿੱਦਾਂ ਵਧਾਉਣਾ, ਉਹਦੇ ਵਿੱਚ ਕੈਲਗਰੀ ਇੰਪੋਰਟੈਂਟ ਰੋਲ ਪਲੇ ਕਰੇ। The Calgary becomes an important piece of their whole policy. Calgary is not left behind just because we are oil and gas, right? Secondly, renewables, ਜੇ ਅਸੀਂ renewables ਵੱਲ ਜਾ ਰਹੇ ਹਾਂ ਤੇ ਮੇਕ ਸ਼ੋਰ ਕਰਨਾ ਉਹਨਾਂ ਪ੍ਰਾਈਵੇਟ ਸੈਕਟਰ ਨਾਲ ਕੰਮ ਕਰਨਾ, ਜੇ ਵੀ ਪ੍ਰਾਈਵੇਟ ਸੈਕਟਰ ਨੂੰ ਐਜ਼ ਅ ਸਿਟੀ ਅਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ। ਤੇ ਈਵਨ ਵਰਕ ਔਨ ਪਲਾਨਸ ਸੱਚ ਐਜ਼ ਰੀਵਾਈਟਲਾਈਜੇਸ਼ਨ, ਜਿੱਦਾਂ ਮੈਂ ਕਿਹਾ, ਮੇ ਬੀ ਉੱਥੇ ਜੌਬ ਕ੍ਰੀਏਸ਼ਨ ਇਸ ਤਰ੍ਹਾਂ ਵੀ ਹੋ ਸਕਦੀ ਹੈ ਕਿ ਜੇ ਅਸੀਂ ਰਿਨਿਊਏਬਲ ਇੰਡਸਟਰੀ ਨੂੰ ਅਟਰੈਕਟ ਕਰੀਏ ਕਿ ਇੱਥੇ ਪੋਟੈਂਸ਼ੀਅਲ ਬਹੁਤ ਆ, ਉਹਦੇ ਲਈ ਸਾਨੂੰ ਸਿਟੀ ਦਾ ਇੱਕ ਪਲਾਨ ਜਿਹੜਾ ਵਾ ਉਹ ਬਣਾਉਣਾ ਪੈਣਾ ਵਾ। ਤੇ ਮੇਰੇ ਦਿਮਾਗ ਦੇ ਵਿੱਚ ਕੁਝ ਆਈਡੀਆਜ਼ ਹੈਗੇ ਆ, ਜਦੋਂ ਮੈਂ ਇਲੈਕਟ ਹੁੰਦਾ ਉਹ ਲਿਆਉਂਗਾ ਮੈਂ, ਪਰ ਕੋਲੈਬੋਰੇਸ਼ਨ ਇਜ਼ ਦ ਕੀ। ਐਜ਼ ਅ ਕਾਉਂਸਲਰ ਤੁਹਾਨੂੰ ਕੋਲੈਬੋਰੇਟ ਪਹਿਲਾਂ ਤਾਂ ਕਾਉਂਸਲ 'ਚ ਕਰਨਾ ਪੈਣਾ ਜੀ, ਕਿਉਂਕਿ ਕੋਈ ਵੀ ਤੁਸੀਂ ਮੋਸ਼ਨ ਅੱਗੇ ਲਿਆਉਣਾ, ਤੁਹਾਨੂੰ 8 ਵੋਟਾਂ ਚਾਹੀਦੀਆਂ ਨੇ, ਇਨਕਲੂਡਿੰਗ ਯੋਰਸੈਲਫ। ਸੋ ਜੇ ਤੁਸੀਂ ਕੋਲੈਬੋਰੇਟ ਨਹੀਂ ਕਰਦੇ ਤੇ ਉਹ ਨਹੀਂ ਹੋਣਾ। ਸੋ ਸੈਕੰਡਲੀ ਜਿਹੜੀ ਆ ਕਿ ਕੁਐਸਚਨਿੰਗ ਐਟੀਟਿਊਡ, ਚਾਹੇ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਆ ਚਾਹੇ ਫੈਡਰਲ ਨਾਲ, ਕੁਐਸਚਨਿੰਗ ਐਟੀਟਿਊਡ, ਹਾਊ ਕੈਨ ਵੀ ਗੈਟ ਇਨਵੋਲਵਡ ਇਨ ਦ ਪਾਲਿਸੀ ਮੇਕਿੰਗ, ਹਾਊ ਕੈਨ ਵੀ ਮੇਕ ਸ਼ੋਰ ਜੇ ਅਸੀਂ ਕੱਲ੍ਹ ਨੂੰ ਆਇਲ ਐਂਡ ਗੈਸ ਤੋਂ ਦੂਰ ਹੋ ਕੇ ਡਿਵਰਸੀਫਿਕੇਸ਼ਨ ਵੱਲ ਜਾਣਾ, ਅਸੀਂ ਕਿਸ ਤਰ੍ਹਾਂ ਪ੍ਰੋਵਿੰਸ਼ੀਅਲ ਤੇ ਫੈਡਰਲ ਗਵਰਨਮੈਂਟ ਦੀਆਂ ਜਿਹੜੀਆਂ ਨਵੇਂ ਪਲਾਨਸ ਆ ਰਹੇ ਨੇ, ਜਿੱਦਾਂ ਹੁਣ ਉਹਨਾਂ ਨੇ ਪਿੱਛੇ ਫੈਡਰਲ ਨੇ ਬਜਟ ਅਨਾਊਂਸ ਕੀਤਾ ਜਿਹਦੇ ਵਿੱਚ ਉਹਨਾਂ ਨੇ ਅਫੋਰਡੇਬਲ ਹਾਊਸਿੰਗ ਦੀ ਗੱਲ ਕੀਤੀ ਆ ਕਿ ਜੇ ਜਿਹੜਾ ਗ੍ਰੀਨ ਇਨਫਰਾਸਟ੍ਰਕਚਰ ਕ੍ਰੀਏਟ ਕਰਦੇ ਹੋ, ਉਹਨਾਂ ਨੇ ਉਹਦੇ ਉੱਚ ਇਹ ਕਿਹਾ ਵੀ ਜਿੱਦਾਂ ਟ੍ਰਾਂਸਿਟ ਫੋਰ ਇੰਸਟੈਂਸ, ਕਿ ਇਹ ਜਿਹੜੇ ਸ਼ਵਲ ਰੈਡੀ ਪ੍ਰੋਜੈਕਟਸ ਨੇ $5.9 ਬਿਲੀਅਨ ਪਿਆ ਵਾ, ਤੇ ਹਰ ਸਾਲ ਮੂਵਿੰਗ ਫਾਰਵਰਡ 3 ਬਿਲੀਅਨ ਮਿਲੂ। ਕੈਲਗਰੀ ਸ਼ੁੱਡ ਬੀ ਔਨ ਟਾਪ ਆਫ ਦੈਟ। ਗ੍ਰੀਨ ਲਾਈਨ ਸਾਡੀ ਆ ਰਹੀ ਆ, ਅਸੀਂ ਅੱਗੇ ਪਲਾਨ ਕਰਨਾ ਸ਼ੁਰੂ ਕਰ ਦਈਏ ਕਿ ਬਲੂ ਲਾਈਨ ਨੂੰ ਵੀ ਪਲਾਨ ਕਰੀਏ ਤਾਂ ਜੋ ਫੰਡਿੰਗ ਨੂੰ ਅਸੀਂ ਵੀ ਆਰ ਫਰਸਟ ਟੂ ਰੀਚ ਦੈਟ ਫੰਡਿੰਗ ਐਂਡ ਗੈਟ ਇਟ। ਸੋ ਮੇਰੇ ਇਹੀ ਪਲਾਨ ਹੋਣਗੇ ਕਿ ਕਿਸੇ ਨਾ ਕਿਸੇ ਤਰੀਕੇ ਨਵੀਂ ਟੈਕਨੋਲੋਜੀਜ਼ ਜਿਹੜੀਆਂ ਫਰਮਸ ਨੇ ਉਹਨਾਂ ਨੂੰ ਇੱਥੇ ਇਨਵਾਈਟ ਕਰਨਾ। ਪਿੱਛੇ ਜੇ ਮੇਰੇ ਨੈਂਸ਼ੀ ਇੰਡੀਆ ਗਏ ਸੀ, ਫਿਲਮਿੰਗ ਇੰਡਸਟਰੀ ਨੂੰ ਇੱਥੇ ਅਟਰੈਕਟ ਕਰਨਾ, ਉਹਦੇ ਨਾਲ ਰੈਵਨਿਊ ਵਧਾਉਣਾ। ਸੋ ਇਹ ਸਾਰੇ ਜਿਹੜੇ ਆਈਡੀਆਜ਼ ਮੇਰੇ ਕੋਲ ਹੈਗੇ ਆ, ਜੇ ਮੈਂ ਕਾਉਂਸਲ 'ਚ ਜਾਣਾ, ਆਮ ਲੁਕਿੰਗ ਫਾਰਵਰਡ ਟੂ ਵਰਕਿੰਗ ਵਿਦ ਮਾਈ ਕੋਲੀਗਸ ਦੇਅਰ ਟੂ ਮੇਕ ਸ਼ੋਰ ਕਿ ਵੀ ਵਰਕ ਔਨ ਅ ਡਿਵਰਸੀਫਿਕੇਸ਼ਨ। ਜੀ, ਬਿਕੋਜ਼ ਅਸੀਂ ਅਲਬਰਟਾ ਇੰਨਾ ਅਸੀਂ ਆਇਲ ਐਂਡ ਗੈਸ ਤੇ ਡਿਪੈਂਡ ਕਰਦੇ ਹਾਂ ਕਿ ਹੋਰ ਕੋਈ ਇੰਡਸਟਰੀ ਇੱਥੇ ਹੈ ਹੀ ਨਹੀਂ। ਜੇ ਹੋਰ ਇੰਡਸਟਰੀ ਆ ਜਾਵੇ, ਮੈਨੂਫੈਕਚਰਿੰਗ ਆ ਜਾਵੇ ਜਾਂ ਟੈਕਨੋਲੋਜੀ ਆ ਜਾਵੇ ਤਾਂ ਉਹਦੇ ਨਾਲ ਸਾਨੂੰ ਕਹਿੰਦੇ ਇੱਕ ਪਾਸਿਓਂ ਜੇ ਸਾਹ ਰਗ ਬੰਦ ਹੁੰਦੀ ਹੈ ਤਾਂ ਅਸੀਂ ਦੂਜੇ ਪਾਸੇ ਸਾਹ ਲੈ ਸਕਦੇ ਹਾਂ ਕਿ ਚਲੋ ਠੀਕ ਆ, ਆਇਲ ਐਂਡ ਗੈਸ ਇੱਧਰੋਂ ਕੰਮ ਖਰਾਬ ਹੋ ਗਿਆ ਤੇ ਚਲੋ ਜੀ ਅਸੀਂ ਇਸ ਇੰਡਸਟਰੀ ਦੇ ਵਿੱਚ ਅਸੀਂ ਇਨਵੈਸਟ ਕਰਦੇ ਹਾਂ, ਲਓ ਜੀ ਹੁਣ ਇੱਥੇ ਟੈਕਨੋਲੋਜੀ ਆਊਗੀ, ਲੋਕਾਂ ਨੂੰ ਜੌਬਸ ਮਿਲਣਗੀਆਂ। ਇਹੋ ਜਿਹੇ ਪ੍ਰੋਜੈਕਟ ਲਿਆਉਣ ਬਾਰੇ ਤੁਹਾਡਾ ਕੋਈ ਹੈ ਵਿਚਾਰ? ਕਿ ਦੇਖੋ ਜੀ, ਅਸੀਂ ਜਿਹੜੀ ਕਾਉਂਸਲ ਜਿਹੜੀ ਹੈ ਨਾ, ਇਟਸ ਬਾਉਂਡਡ ਬਾਈ ਮਿਊਨਿਸਪਲ ਗਵਰਨੈਂਸ ਐਕਟ, ਉਹਦੇ ਵਿੱਚ ਸਾਨੂੰ ਜੁਰਿਸਡਿਕਸ਼ਨ ਦਿੱਤੀ ਜਾਂਦੀ ਹੈ ਵੀ ਤੁਸੀਂ ਇਹਦੇ ਤੇ ਹੀ ਕੰਮ ਕਰ ਸਕਦੇ। ਜੀ। ਬਾਕੀ ਆ ਜਿਹੜੀ ਜਿੱਦਾਂ ਇਦਾਂ ਦੀਆਂ ਚੀਜ਼ਾਂ ਨੇ, ਇਹ ਜ਼ਿਆਦਾ ਪ੍ਰੋਵਿੰਸ਼ੀਅਲ ਤੇ ਫੈਡਰਲ ਗਵਰਨਮੈਂਟ ਦੀ ਜੁਰਿਸਡਿਕਸ਼ਨ ਹੈ। ਬਟ ਸਟਿਲ ਜਿਹੜਾ ਜਿਵੇਂ ਤੁਸੀਂ ਵਾਰਡ 5 ਦੇ ਵਿੱਚ ਆ, ਤੁਸੀਂ ਕਾਉਂਸਲਰ ਆ, ਐਜ਼ ਏ ਤੁਸੀਂ, ਜੇ ਤੁਹਾਡੇ ਕੋਲੇ 8 ਕਾਉਂਸਲਰ ਹੈਗੇ ਨੇ ਜਾਂ 10 ਕਾਉਂਸਲਰ ਨੇ ਤਾਂ ਆਪਣੇ ਸਿਟੀ ਦੇ, ਜੇ ਸਾਰਿਆਂ ਦੇ ਤੁਹਾਨੂੰ ਵੋਟਸ ਮਿਲ ਜਾਂਦੇ ਨੇ, ਤੁਸੀਂ ਇੱਕ ਏਜੰਡਾ ਲੈ ਕੇ ਅੱਗੇ ਤੁਰਦੇ ਹੋ ਕਿ ਅਸੀਂ ਚਾਹੁੰਦੇ ਹਾਂ ਕਿ ਸਪੈਸ਼ਲੀ ਜੇ ਨਾਰਥ ਈਸਟ ਨੂੰ ਦੇਖਿਆ ਜਾਵੇ ਤਾਂ ਹਰ ਪਾਸੇ ਨੈਗਲੈਕਟ ਕੀਤਾ ਜਾਂਦਾ। ਹਾਂਜੀ, ਭਾਵੇਂ ਤੁਸੀਂ ਕਹਿ ਲਓ ਉਹ ਸਨੋ ਦਾ ਮਾਮਲਾ ਹੋਵੇ, ਭਾਵੇਂ ਉਹ ਬਾਰਿਸ਼ਾਂ ਦਾ ਸਟਾਰਮ ਦਾ ਮਾਮਲਾ ਹੋਵੇ, ਚਾਹੇ ਉਹ ਹੇਲ ਡੈਮੇਜ ਦਾ ਮਾਮਲਾ ਹੋਵੇ, ਨਾਰਥ ਈਸਟ ਹਰ ਪਾਸੇ ਹੰਡਾ ਚੱਲਦਾ। ਬਿਲਕੁਲ ਜੀ। ਤੇ ਜੇ ਕੰਮਾਂ ਦੇ ਦੇਖੀਏ ਤਾਂ ਰੁਜ਼ਗਾਰ ਵੱਲੋਂ ਵੀ ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਦੇਖਿਆ
ਦੇਖੋ ਤੁਸੀਂ ਕਿੱਥੇ ਤੱਕ ਕਲੀਨ ਅਪ ਕਰਨ ਵਾਸਤੇ, ਜੇ ਸ਼ਾਮ ਨੂੰ ਤੁਸੀਂ ਦੇਖੋ ਟ੍ਰੇਨ ਭਰੀ ਜਾਂਦੀ ਆ। ਬਿਲਕੁਲ ਤੇ ਜੀ। ਜੇ ਕੋਈ ਉਹੋ ਜਿਹੀ ਇੰਡਸਟਰੀ ਹੋਵੇ ਜਿੱਥੇ ਉਹਨਾਂ ਨੂੰ ਆਰਾਮ ਨਾਲ ਬੈਠ ਕੇ ਪ੍ਰੋਪਰ ਜੌਬ ਵੀ ਮਿਲੇ ਤੇ ਉਹ ਕੰਮ ਵੀ ਕਰ ਸਕਣ, ਕੋਈ ਇਹੋ ਜਿਹੀ ਟੈਕਨੋਲੋਜੀ ਲਿਆਂਦੀ ਜਾਵੇ, ਕੋਈ ਇਹੋ ਜਿਹਾ ਕਾਰੋਬਾਰ ਇੱਥੇ ਸਟਾਰਟ ਕੀਤੇ ਜਾਣ ਅਲਬਰਟਾ ਦੇ ਵਿੱਚ, ਤੇ ਉਹ ਤੁਸੀਂ ਐਜ਼ ਅ ਕਾਉਂਸਲਰ ਤੁਸੀਂ ਕਰ ਸਕਦੇ ਹੋ ਅੱਗੇ। ਨਹੀਂ, ਬਿਲਕੁਲ ਮੈਂ ਉਹੀ ਕਹਿ ਰਿਹਾ ਸੀਗਾ ਜੀ। ਕਿ ਮਿਊਨਿਸਪਲ ਗਵਰਨੈਂਸ ਐਕਟ ਦੇ ਥੱਲੇ ਸਾਡੀ ਇੱਕ ਜੁਰਿਸਡਿਕਸ਼ਨ ਆ, ਪਰ ਇਹ ਸਾਨੂੰ ਰੋਕਦੀ ਨਹੀਂ ਕਿ Yeah. ਅਸੀਂ ਪਲਾਨਸ ਤੇ ਕੰਮ ਕਰੀਏ। ਹਾਂਜੀ। ਉਹ ਪਲਾਨਸ ਤੇ ਕੰਮ ਕਰਨਾ ਸਾਡਾ ਫਰਜ਼ ਆ ਤੇ ਜੀ। ਸਾਡੀ ਰਿਸਪੌਂਸਿਬਿਲਿਟੀ ਆ, ਉਹਦੇ ਲਈ ਸਾਨੂੰ ਚੁਣਿਆ ਜਾਂਦਾ। ਮੈਂ ਜੀ। ਸਾਰੇ ਸੁਣਨ ਵਾਲਿਆਂ ਨੂੰ ਹਮੇਸ਼ਾ ਇੱਕੋ ਹੀ ਗੱਲ ਕਹਿਣਾ ਹੁੰਦਾ ਕਿ ਜਦੋਂ ਤੁਸੀਂ ਨੁਮਾਇੰਦਾ ਚੁਣ ਰਹੇ ਹੋ ਨਾ, ਤੁਸੀਂ ਚੁਣ ਨਹੀਂ ਰਹੇ, ਤੁਸੀਂ ਹਾਇਰ ਕਰ ਰਹੇ ਹੋ। ਤੁਸੀਂ ਇੰਪਲੋਇਰ ਹੋ, ਅਸੀਂ ਇੰਪਲੋਈ ਆ। ਤੁਹਾਡੀ ਸਾਡੀ ਤਨਖਾਹ ਤੁਹਾਡੇ ਟੈਕਸ ਪੇਅਰਸ ਨੇ ਦੇਣੀ ਆ, ਜੀ। ਤੇ ਤੁਸੀਂ ਟੈਕਸ ਪੇਅਰਸ ਵੀ ਨਹੀਂ ਗਏ, ਤੁਸੀਂ ਇਨਵੈਸਟਰਸ ਹੋ ਸਿਟੀ 'ਚ। ਤੇ ਮੈਂ ਹਮੇਸ਼ਾ ਇਹ ਗੱਲ ਤੇ ਕੰਮ ਕਰੂੰਗਾ ਕਿ ਮੈਂ ਜਦੋਂ ਤੁਸੀਂ ਡਿਮਾਂਡ ਕਰੋ ਨਾ, ਉਹਦੇ 'ਚ ਤੁਹਾਨੂੰ ਕੰਪੈਸ਼ਨੇਟ ਹੋਣਾ ਚਾਹੀਦਾ ਤੇ ਬੋਲਡ ਹੋਣਾ ਚਾਹੀਦਾ। ਪਲਾਨ ਲਿਆਉਣੇ ਮੇਰਾ ਕੰਮ ਆ, ਉਸ ਤੋਂ ਬਾਅਦ ਉਹਨਾਂ ਨੂੰ ਕਿੱਦਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਤੇ ਫੈਡਰਲ ਗਵਰਨਮੈਂਟ ਨਾਲ ਕੰਮ ਕਰਨਾ, ਉਹ ਵੀ ਮੇਰਾ ਕੰਮ ਆ। ਜੇ ਤੁਸੀਂ ਬ੍ਰਿਜਸ ਬਣਾਓਗੇ, ਕੋਲੈਬੋਰੇਸ਼ਨ ਕਰੋਗੇ, ਤਾਂ ਡੈਫੀਨਿਟਲੀ ਇੱਦਾਂ ਦੇ ਕੰਮ ਹੋ ਰਹੇ ਆ। ਮੈਂ ਇਨਫ ਫॉर ਆਲ ਦੀ ਗੱਲ ਕੀਤੀ। ਇਨਫ ਫॉर ਆਲ ਦੇ ਵਿੱਚ ਇੱਕੋ ਹੀ ਆ ਕਿ ਕਮਿਊਨਿਟੀ ਸਰਵਿਸਿਜ਼ ਦੇ ਪ੍ਰੋਗਰਾਮ ਬਹੁਤ ਨੇ, ਜੀ। ਪਰ ਫੰਡਿੰਗ ਨਹੀਂ ਮਿਲ ਰਹੀ। ਫੰਡਿੰਗ ਕਿੱਥੋਂ ਆਉਣੀ ਹੈ? ਕਿਉਂਕਿ ਸਾਡਾ ਜਿਹੜਾ ਪ੍ਰੋਪਰਟੀ ਟੈਕਸ ਹੁੰਦਾ ਉਹ ਲੈ ਜਾਂਦੀ ਹੈ ਪ੍ਰੋਵਿੰਸ ਸਾਨੂੰ ਕੱਟ ਕੇ ਥੋੜਾ ਜਿਹਾ ਵਾਪਸ ਕਰ ਦਿੰਦੀ ਹੈ। ਹੁਣ ਜਦੋਂ ਸਿਟੀ ਦਾ ਲਿਮਿਟਿਡ ਬਜਟ ਆ, ਸਿਟੀ ਨੂੰ ਫੰਡਿੰਗ, ਇਹ ਵੀ ਇੱਕ ਬਾਕੀ ਫੇਅਰ ਡੀਲ ਫॉर ਵਾਰਡ 5 ਔਰ ਈਵਨ ਫॉर ਸਿਟੀ ਕਿ ਸਾਨੂੰ ਹੋਰ ਰੈਵਨਿਊ ਰਿਸੋਰਸਸ ਦਵੇ ਪ੍ਰੋਵਿੰਸ। ਜਿੱਦਾਂ ਆਈਡੀਆ ਮੈਂ ਦਿੰਦਾ, ਅਸੀਂ ਕਾਰਾਂ ਦੀ ਰਜਿਸਟ੍ਰੇਸ਼ਨ ਕਰਦੇ ਆ, ਕਾਰਾਂ ਦੀ ਰਜਿਸਟ੍ਰੇਸ਼ਨ ਦੇ ਉੱਤੇ ਐਡਰੈਸ ਕੈਲਗਰੀ ਦਾ, ਕਾਰ ਸਾਨੂੰ ਪਤਾ ਕੈਲਗਰੀ ਰਜਿਸਟਰਡ ਹੋਈ ਆ, ਕਿਉਂ ਨਹੀਂ ਉਹਦੇ ਵਿੱਚੋਂ ਵੀ ਸਾਨੂੰ ਜ਼ਿਆਦਾ ਪੈਸਾ ਮਿਲਦਾ? ਕਿਉਂਕਿ ਸਾਡੀ ਰੋਡਸ ਤੇ ਚੱਲ ਰਹੀ ਹੈ ਨਾ, ਸਾਨੂੰ ਜ਼ਿਆਦਾ ਪੈਸਾ ਮਿਲੇ। ਸੋ ਉਹ ਜਦੋਂ ਰੈਵਨਿਊ ਆਜੂ, ਉਹਦੇ ਨਾਲ ਅਸੀਂ ਜਿੱਦਾਂ ਸਾਡੇ ਸੀਨੀਅਰਸ ਨੇ, ਏਜਿੰਗ ਇਜ਼ ਬਿਕਮਿੰਗ ਐਨ ਇਸ਼ੂ, ਉਹਨਾਂ ਦੀਆਂ ਸਕਿੱਲਸ ਨੂੰ ਕਿੱਦਾਂ ਇੰਪਰੂਵ ਕਰਨਾ, ਉਹਨਾਂ ਨੂੰ ਲਿਟਰੇਸੀ ਕਿੱਦਾਂ ਵਧਾਉਣੀ, ਉਹ ਸਾਰੀਆਂ ਚੀਜ਼ਾਂ ਵਿਲ ਹੈਲਪ ਦੈਮ ਗੋ ਫਾਈਂਡ ਦੋਜ਼ ਜੌਬਸ। ਕਈ ਆਪਣੇ ਸੀਨੀਅਰਸ ਮੈਂ ਦੇਖੇ ਨੇ ਇੰਡੀਆ 'ਚ, ਉਹ ਬੜੀ ਵੈਲ ਐਜੂਕੇਟਿਡ ਆਉਂਦੇ ਨੇ, ਪਰ ਇੱਥੇ ਸਕਿੱਲ ਉਹਨਾਂ ਦੀਆਂ ਨਹੀਂ ਗਿਆ, ਕਿਉਂ? ਤੇ ਉਹਨਾਂ ਨੂੰ ਕੋਈ ਇੱਦਾਂ ਦੀ ਓਪਰਚੁਨਿਟੀ ਵੀ ਨਹੀਂ ਮਿਲ ਰਹੀ, ਕਿਉਂਕਿ ਕਮਿਊਨਿਟੀ ਸਰਵਿਸਿਜ਼ ਘੱਟ ਹੋ ਰਹੀਆਂ ਨੇ ਕਿ ਉਹ ਸਕਿੱਲਸ ਨੂੰ ਰੀਸਕਿਲ ਹੋ ਕੇ ਜੌਬ ਕਰ ਸਕਣ। ਡੈਫੀਨਿਟਲੀ ਉਹ ਪਲਾਨਸ ਮੇਰੇ ਹੈਗੇ ਕਿ ਵਾਰਡ 5 ਦੇ ਵਿੱਚ ਕਮਿਊਨਿਟੀ ਹੱਬ, ਤੇ ਉਸੇ ਗੈਪ ਦੇ ਵਿੱਚ ਅਸੀਂ ਸਾਰੇ ਡਿੱਗ ਰਹੇ ਹਾਂ। ਹਾਂਜੀ, ਜਿਹੜੇ ਇੰਜੀਨੀਅਰ ਆ ਰਹੇ ਨੇ, ਡਾਕਟਰ ਆ ਰਹੇ ਨੇ, ਉਹ ਗੈਪ ਹੈ ਜਿਹੜਾ, ਉਹ ਗੈਪ ਹੀ ਸਾਡੇ ਤੋਂ ਪੂਰਾ ਨਹੀਂ ਹੋ ਰਿਹਾ, ਉਸੇ 'ਚ ਹੀ ਅਸੀਂ ਡਿੱਗ ਪੈਂਦੇ ਹਾਂ। ਕਿਉਂਕਿ ਅਸੀਂ ਜਿਹੜੀ ਬੈਟਰ ਐਜੂਕੇਸ਼ਨ ਵਾਸਤੇ ਗਾਂਹ ਵੱਧ ਨਹੀਂ ਸਕਦੇ, ਕਿਉਂਕਿ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਆ, ਐਜੂਕੇਸ਼ਨ ਹੋ ਨਹੀਂ ਸਕਦੀ, ਕਿਉਂਕਿ ਬਾਕੀ ਰਿਸਪੌਂਸਿਬਿਲਿਟੀਜ਼ ਵੀ ਪੂਰੀਆਂ ਕਰਨੀਆਂ ਨੇ। ਹਾਂਜੀ, ਅਸੀਂ ਮੈਂ ਤੇ ਇੱਕ ਗੱਲ ਕਰਨਾ ਹੋਰ ਮੈਂ ਭੁੱਲ ਗਿਆ ਦੱਸਣਾ ਕਿ ਪਿਛਲੇ 12-13 ਸਾਲਾਂ ਤੋਂ ਮੈਂ ਇੱਕ ਆਰਗੇਨਾਈਜੇਸ਼ਨ ਨਾਲ ਇਨਵੋਲਵ ਹਾਂ। ਉਹ ਪ੍ਰੋਫੈਸ਼ਨਲ, ਮੈਂ ਉਹਦਾ ਨਾਂ ਨਹੀਂ ਲਊਂਗਾ, ਤੇ ਮੈਂ ਉਹ ਐਕਰੋਨਿਮ ਦੇ ਦਿੰਦਾ, PPAOA। ਉਹ ਇੱਕ ਜਿਹੜੇ ਪੁਰਾਣੇ ਇੱਥੇ ਸਾਡੇ ਇੰਜੀਨੀਅਰਸ, ਡਾਕਟਰਸ, ਅਕਾਊਂਟੈਂਟਸ ਆਏ ਸੀਗੇ ਅੱਜ ਤੋਂ 45-50 ਸਾਲ ਪਹਿਲਾਂ, ਜਿਨ੍ਹਾਂ ਨੇ ਇੱਥੇ ਸਟਰਗਲ ਕੀਤੀ, ਉਹਨਾਂ ਨੇ ਸੈਟਅਪ ਕੀਤੀ ਸੀ। ਤੇ ਉਹਦਾ ਇੱਕੋ ਹੀ ਏਜੰਡਾ ਸੀਗਾ ਕਿ ਜਿਹੜੇ ਨਵੇਂ ਪੜ੍ਹੇ ਲਿਖੇ ਇੰਡੀਵਿਜੂਅਲ ਆਉਂਦੇ ਆ, ਕੁੜੀਆਂ ਮੁੰਡੇ ਸਾਡੇ, ਜਾਂ ਈਵਨ ਕੋਈ ਵੀ ਸਾਊਥ ਏਸ਼ੀਅਨ ਕਮਿਊਨਿਟੀ ਤੋਂ, ਉਹਨਾਂ ਨੂੰ ਗਾਈਡੈਂਸ ਦਿੱਤੀ ਜਾਵੇ, ਉਹਨਾਂ ਨੂੰ ਪ੍ਰੋਪਰ ਕੋਚਿੰਗ ਦਿੱਤੀ ਜਾਵੇ, ਮੈਂਟਰਸ਼ਿਪ ਦਿੱਤੀ ਜਾਵੇ, ਤਾਂ ਜੋ ਉਹ ਜੌਬਾਂ ਆਪਣੀਆਂ ਕਰੀਅਰ ਜੌਬਾਂ ਲੱਭ ਸਕਣ। ਤੇ ਉਹਦੇ ਵਿੱਚ ਮੈਨੂੰ ਵੀ ਓਪਰਚੁਨਿਟੀ ਮਿਲੀ ਹੈ ਪਿਛਲੇ 10-12 ਸਾਲਾਂ ਤੋਂ। ਮੈਂ ਵੀ ਕਈਆਂ ਨੂੰ ਮੈਂਟਰ ਕੀਤਾ, ਉਹਨਾਂ ਦੇ ਰੈਜ਼ਮੇ ਬਣਾਏ, ਉਹਨਾਂ ਦੀਆਂ ਜੌਬ ਲੈਟਰਸ ਬਣਾਈਆਂ, ਤੇ ਖੁਸ਼ੀ ਹੁੰਦੀ ਹੈ ਸਾਨੂੰ ਕਿ ਉੱਥੋਂ 50 to 70 ਇੱਦਾਂ ਦੇ ਇੰਡੀਵਿਜੂਅਲ ਜਿਹੜੇ ਅੱਜ ਇੰਡਸਟਰੀ 'ਚ ਕੰਮ ਕਰ ਰਹੇ ਨੇ। ਵਾਹ ਜੀ ਵਾਹ। ਤੇ ਅਸੀਂ ਉਹਦੇ 'ਚ ਕੋਈ ਪੈਸਾ ਨਹੀਂ ਲੈਂਦੇ ਸੀ, ਉਹ ਸਾਨੂੰ ਰੀਚ ਕਰਦੇ ਸੀਗੇ, ਤੇ ਖੁਸ਼ੀ ਦੀ ਗੱਲ ਹੈ ਕਿ ਅੱਗੇ ਉਹਨਾਂ ਨੇ ਵੀ ਉਹ ਕੰਮ ਕੈਰੀ ਔਨ ਕੀਤਾ। ਸੋ ਇਹੀ ਮੇਰਾ ਫੋਕਸ ਆ ਕਿ ਵਾਰਡ 5, ਜਿੱਦਾਂ ਮੈਂ ਪਹਿਲਾਂ ਕਿਹਾ, ਡਿਵਰਸ, ਸਾਡੀਆਂ ਨੀਡਸ ਡਿਫਰੈਂਟ ਆ। ਪਿਛਲੇ 7-8 ਸਾਲਾਂ ਤੋਂ ਮੈਂ ਸਮਝ ਚੁੱਕਿਆ ਵਾ ਮੋਸਟ ਆਫ ਦੋਜ਼ ਨੀਡਸ। ਟੂਰ ਤੇ ਮੈਂ ਜਾ ਰਿਹਾ, ਜਿਹੜੀਆਂ ਮੇਰੇ ਦਿਮਾਗ 'ਚ ਨਹੀਂ ਗਈਆਂ, ਮੈਂ ਉਹ ਸੁਣ ਕੇ ਲਿਖ ਰਿਹਾ ਵਾਂ, ਤੇ ਮੇਰੀ ਵੈਬਸਾਈਟ ਤੇ ਅਗਲੇ 2-3 ਵੀਕਾਂ 'ਚ ਮੇਰੀਆਂ ਪ੍ਰਾਇੋਰਟੀਜ਼ ਹੋਣਗੀਆਂ, ਉਹ ਬਿਲਕੁਲ ਰਿਫਲੈਕਟ ਕਰਨਗੀਆਂ ਨੀਡਸ। ਤੇ ਮੈਂ ਹਮੇਸ਼ਾ ਆਲਵੇਜ਼ ਟੈਲ ਪੀਪਲ ਦੈਟ I want to go into future with all of you together। ਜੀ, ਨਾਰਥ ਈਸਟ ਦੀ ਮੈਂ ਕੱਲੀ ਦੀ ਗੱਲ ਨਹੀਂ ਕਰਾਂਗੀ। ਜੇ ਦੇਖਿਆ ਜਾਵੇ ਆਲ ਓਵਰ ਸਿਟੀ ਦੇ ਵਿੱਚ ਕ੍ਰਾਈਮ ਰੇਟ ਬਹੁਤ ਵੱਧ ਰਿਹਾ। ਹਾਂਜੀ, ਸਾਡੇ ਯੰਗ ਜਿਹੜੇ ਬੱਚੇ ਨੇ ਉਹ ਡਰੱਗਸ ਦੇ ਵਿੱਚ, ਵਾਇਲੈਂਸ ਦੇ ਵਿੱਚ ਬਹੁਤ ਦੇਖੇ ਜਾ ਰਹੇ ਨੇ, ਬਿਲਕੁਲ। ਤੇ ਬਹੁਤ ਸਾਰੀ ਡਰੱਗ ਫੜੀ ਵੀ ਗਈ ਹੈ, ਜਿਹੜੇ ਖਾਸ ਕਰਕੇ ਪੰਜਾਬੀ ਨਾਂ ਕੁਝ ਸਾਹਮਣੇ ਵੀ ਆਏ ਨੇ। ਇਹਦੇ ਬਾਰੇ, ਨੌਜਵਾਨਾਂ ਦੇ ਬਾਰੇ ਤੁਸੀਂ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਕੋਈ ਹੈ ਏਜੰਡਾ ਕਿ ਜੇ ਤੁਸੀਂ ਸਪੋਜ਼ ਕਰੋ ਵਾਰਡ 5 ਦੇ ਵਿੱਚੋਂ ਜਿੱਤ ਜਾਂਦੇ ਹੋ, ਤੇ ਇਹਨਾਂ ਨੌਜਵਾਨਾਂ ਨੂੰ ਰੁਝਾਉਣ ਵਾਸਤੇ, ਜਾਂ ਉਹਨਾਂ ਨੂੰ ਬਿਜ਼ੀ ਕਰਨ ਵਾਸਤੇ, ਜਾਂ ਉਹਨਾਂ ਦੇ ਬੈਟਰਮੈਂਟ ਵਾਸਤੇ ਕੋਈ ਇਹੋ ਜਿਹੀ ਪਾਲਿਸੀਜ਼ ਕਿ ਉਹ ਇਹਨਾਂ ਕੰਮਾਂ ਦੇ ਵਿੱਚ ਨਾ ਜਾਣ, ਬਲਕਿ ਉਹਨਾਂ ਨੂੰ ਮੋਰਲ ਸਪੋਰਟ ਮਿਲੇ, ਜਾਂ ਕੋਈ ਕਾਉਂਸਲਿੰਗ ਵਗੈਰਾ? ਬਿਲਕੁਲ, ਇਟਸ ਅ ਵੈਰੀ ਵੈਲਿਡ ਐਂਡ ਗੁੱਡ ਕੁਐਸਚਨ, ਤੇ ਮੈਂ ਪੈਸ਼ਨੇਟ ਹਾਂ ਇਹਦੇ ਬਾਰੇ,
ਕਿਉਂਕਿ ਮੈਂ ਵੀ ਲੈਸਟਰਬੀ ਪੀਅਰਸਨ ਸਕੂਲ 'ਚ ਪੜ੍ਹਿਆ ਸੀ, ਜਿਹੜਾ ਉਦੋਂ ਪਹਿਲਾਂ ਵਾਰਡ 5 ਹੁੰਦਾ ਹੀ, ਆ ਵਾਰਡ 5 ਤਾਂ ਹੁੰਦਾ ਹੀ ਨਹੀਂ ਜੀ ਸੀਗਾ, ਜੀ ਜੀ ਤੇ ਉਹ ਅਸੀਂ ਵੀ ਇਸ ਦੇ ਵਿੱਚੋਂ ਲੰਘੇ ਹਾਂ। ਜੀ। ਪਰ ਹੁਣ ਮੈਂ ਦੇਖ ਰਿਹਾ ਕਿ ਇਸ਼ੂ ਇਹ ਵੱਧਦਾ ਜਾ ਰਿਹਾ, ਹਮ, ਤੇ ਉਹਦੇ ਵਿੱਚ ਪਿੱਛੇ ਜਿਹੜੇ ਸਾਡੇ ਪੁਰਾਣੇ ਕਾਉਂਸਲਰ ਸੀਗੇ, ਪਹਿਲਾਂ ਤਾਂ ਇਹੀ ਕਰੂੰਗਾ ਮੈਂ ਕਿ ਉਹਨਾਂ ਨੇ ਇੱਕ ਜਿਹੜੀ ਉਹਨੂੰ ਕਮੇਟੀ ਬਿਠਾਈ ਸੀਗੀ, ਤੇ ਉਹਨੇ ਆਪਣੀ ਟਾਸਕ ਫੋਰਸ ਬਣਾਈ ਸੀ, ਉਹਦੀਆਂ ਰეკਮੈਂਡੇਸ਼ਨ ਆਈਆਂ। ਮੇਕ ਸ਼ੋਰ ਕਿ ਉਹ ਰეკਮੈਂਡੇਸ਼ਨ ਨੂੰ ਰਿਵਿਊ ਕਰੀਏ, ਉਹ ਰეკਮੈਂਡੇਸ਼ਨ ਜਿਹੜੀਆਂ ਐਪਲੀਕੇਬਲ ਨੇ ਰਾਈਟ ਵੇ, ਉਹਨਾਂ ਨੂੰ ਅਪਲਾਈ ਕਰੀਏ। ਦੂਸਰਾ ਮੇਰਾ ਇਹ ਪੁਆਇੰਟ ਆ, ਲਾਅ ਇਨਫੋਰਸਮੈਂਟ, ਸਾਡੀ ਪੁਲਿਸ, ਉਹਨਾਂ ਨਾਲ ਕਿੱਦਾਂ ਕੰਮ ਕਰਨਾ, ਉਹਦੇ ਵਿੱਚ ਕਮਿਊਨਿਟੀ ਇੰਗੇਜਮੈਂਟ ਕਰਨੀ ਹੈ। ਜਿਹੜੇ ਸਾਡੇ ਕਮਿਊਨਿਟੀ ਦੇ ਬੰਦੇ ਨੇ ਜਾਂ ਇਨਸਾਨ ਨੇ, ਸੌਰੀ, ਉਹਨਾਂ ਨੂੰ ਇੰਗੇਜ ਕਰਨਾ, ਕਿਉਂਕਿ ਲਾਅ ਇਨਫੋਰਸਮੈਂਟ ਨੂੰ ਅਸੀਂ ਐਜੂਕੇਟ ਕਰਨਾ ਕਲਚਰ ਵੱਲੋਂ। ਸਮਟਾਈਮਸ ਉਹ ਸਾਡੇ ਕਲਚਰ ਨੂੰ ਨਹੀਂ ਸਮਝਦੇ ਤੇ ਓਵਰਲੁੱਕ ਕਰ ਜਾਂਦੇ ਕੁਝ ਚੀਜ਼ਾਂ, ਰਾਈਟ। ਇਸ ਕਰਕੇ ਉਹਨਾਂ ਨੂੰ ਕਲਚਰ ਐਜੂਕੇਸ਼ਨ ਮੇਰੇ ਹਿਸਾਬ ਨਾਲ ਹੋਣੀ ਬਹੁਤ ਜ਼ਰੂਰੀ ਆ, ਤੇ ਸਾਡੀ ਕਮਿਊਨਿਟੀ ਨੂੰ ਵੀ ਹੋਣਾ ਜ਼ਰੂਰੀ ਆ ਕਿ ਜਿੱਦਾਂ ਉਹ ਕੰਮ ਕਰ ਰਹੇ ਨੇ ਉਹਨਾਂ ਦੀ ਵੀ ਇੱਕ ਪ੍ਰੋਸੈਸ ਆ। ਥਰਡ, ਜਿਹੜੇ ਉਹ ਪ੍ਰੋਗਰਾਮ ਬਣਾਉਣ ਉਹਦੇ ਵਿੱਚ ਕਮਿਊਨਿਟੀ ਡਰਿਵਨ ਹੋਣ, ਕਮਿਊਨਿਟੀ ਵੱਲੋਂ ਆਉਣ, ਕਿਉਂਕਿ ਆਪਾਂ ਕਈ ਵਾਰ ਸਮਝਦੇ ਹਾਂ ਕਿ ਬੱਚਿਆਂ ਨੂੰ ਅਸੀਂ ਕਿੱਦਾਂ ਇਹਨਾਂ ਦੇ ਕੰਨ ਫੜਨੇ ਆ, ਠੀਕ ਹੈ ਨਾ, ਉਹਦਾ ਇੱਕ ਪ੍ਰੋਸੈਸ ਆ, ਤੇ ਉਹਨੂੰ ਅਸੀਂ ਉਹਨਾਂ ਦੇ ਨਾਲ ਰਲ ਕੇ ਬਣਾਈਏ। ਤੇ ਮੋਸਟ ਇੰਪੋਰਟੈਂਟ, ਫੋਰਥ ਆਫ ਆਲ, ਐਜੂਕੇਸ਼ਨ, 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 ਐਜੂਕੇਸ਼ਨ। ਸਾਡੇ ਬੱਚਿਆਂ ਨੂੰ ਮੇਕ ਸ਼ੋਰ ਅਸੀਂ ਇੰਗੇਜ ਕਰੀਏ, ਰੈਕ੍ਰੀਏਸ਼ਨਲ ਫੈਸਿਲਿਟੀਜ਼ ਲਿਆਈਏ, ਤਾਂ ਜੋ ਬੱਚੇ ਸਪੋਰਟਸ ਵੱਲ ਜਾਣ। ਜਦੋਂ ਬੱਚੇ ਆਰਗੇਨਾਈਜ਼ ਸਪੋਰਟਸ ਵੱਲ ਜਾਂਦੇ ਆ, ਆਲਰੇਡੀ ਉਹ ਜਿਹੜੀਆਂ ਲੀਡਰਸ਼ਿਪ ਸਕਿੱਲਸ ਸਿੱਖਣੀਆਂ ਸ਼ੁਰੂ ਕਰ ਦਿੰਦੇ, ਆਲਰੇਡੀ ਉਹ ਇਹਨਾਂ ਕੰਮਾਂ ਤੋਂ ਦੂਰ ਜਾਂਦੇ ਨੇ। ਤੇ ਸੈਕੰਡਲੀ, ਉਹਨਾਂ ਨੂੰ ਮੈਂਟਰਸ਼ਿਪ ਪ੍ਰੋਗਰਾਮ ਸੈਟਅਪ ਕਰੀਏ ਇੱਥੇ, ਜਿੱਦਾਂ ਮੈਂ ਯੂਥ ਕਾਉਂਸਲ ਦੀ ਗੱਲ ਕੀਤੀ ਆ, ਉਹ ਕਰੀਏ। ਮੇਰਾ ਇਹ ਹੋਊਗਾ, ਜੇ ਮੈਂ ਕਾਉਂਸਲਰ ਬਣਦਾ ਵਾਂ, ਕਿ ਇੱਕ ਕੋਈ ਇੱਦਾਂ ਦਾ, ਜਿਹਨੂੰ ਕਹਿ ਸਕਦੇ ਹਾਂ ਵਰਕਫੋਰਸ ਬਣਾਈ ਜਾਵੇ ਜਾਂ ਗਰੁੱਪ ਬਣਾਇਆ ਜਾਵੇ, ਜਿਹਦੇ 'ਚ ਅਸੀਂ ਆਪਣੇ ਪ੍ਰੋਫੈਸ਼ਨਲਸ ਨੂੰ ਲੈ ਕੇ ਆਈਏ, ਲਾਇਰਸ, ਸਾਈਕੈਟਰਿਸਟ, ਡਾਕਟਰਸ, ਐਵਰੀਬਡੀ। ਉਹਦੇ ਵਿੱਚ ਅਸੀਂ ਬੱਚਿਆਂ ਨੂੰ ਅਰਲੀ ਏਜ ਤੋਂ ਇੰਗੇਜ ਕਰੀਏ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਜਦੋਂ ਹਾਈ ਸਕੂਲ ਚਲੇ ਜਾਂਦੇ, ਇਟਸ ਸਮਟਾਈਮਸ ਟੂ ਲੇਟ ਜੀ। ਕਿਉਂਕਿ ਮੈਂ ਆਪਣੇ ਐਕਸਪੀਰੀਅੰਸ 'ਚ ਇਹ ਦੇਖਿਆ ਕਿ ਜਦੋਂ ਬੱਚਾ ਗ੍ਰੇਡ 7 ਤੋਂ 9 ਤੱਕ ਵਲਨਰੇਬਲ ਆ, ਜਦੋਂ ਜੋ ਪੁੱਠੇ ਪਾਸੇ ਚੱਲ ਪਿਆ ਤਾਂ ਉਹਦਾ ਦਿਮਾਗ, ਅਸੀਂ ਉਹਨਾਂ ਬੱਚਿਆਂ ਨੂੰ ਉੱਥੇ ਫੜੀਏ ਤੇ ਉਹਨਾਂ ਨੂੰ ਇੰਗੇਜ ਕਰੀਏ, ਉਹਨਾਂ ਨੂੰ ਦੱਸੀਏ ਵੀ ਯੂ ਹੈਵ ਟੂ ਚੋਇਸਿਸ, ਵਨ ਇਜ਼ ਲੀਡਿੰਗ ਯੂ ਟੂ career, prosperity, good lifestyle, everything, healthy lifestyle, and one will end up in disaster. ਜਦੋਂ ਬੱਚਿਆਂ ਨੂੰ ਅਸੀਂ ਉੱਥੇ ਫੜ ਲਿਆ, ਮੈਂ 100% ਸ਼ੋਰ ਹਾਂ ਕਿ ਬੱਚੇ, ਅਸੀਂ ਦੇਖਾਂਗੇ ਕ੍ਰਾਈਮ ਰੇਟ, ਇਹ ਸਾਰਾ ਕੁਝ ਥੱਲੇ ਆਊਗਾ। ਜਿਹੜਾ ਸਾਡੀ ਪੰਜਾਬੀ ਕਮਿਊਨਿਟੀ ਤਰਾਸਦੀ ਹੈ ਕਿ ਨਸ਼ੇ ਕਰਦੇ ਵੀ ਬਹੁਤ ਨੇ, ਤੇ ਨਸ਼ੇ ਕਰਨ ਤੋਂ ਬਾਅਦ ਫਿਰ ਘਰਾਂ ਦੇ ਵਿੱਚ ਪ੍ਰੋਬਲਮਸ ਵੀ ਬਹੁਤ ਹੁੰਦੀਆਂ, ਵਾਇਲੈਂਸ, ਡੋਮੈਸਟਿਕ ਵਾਇਲੈਂਸ ਬਹੁਤ ਆ। ਸਾਡੀਆਂ ਮਾਤਾਵਾਂ, ਭੈਣਾਂ, ਬੱਚੇ ਬਹੁਤ ਸਫਰ ਕਰਦੇ ਨੇ। ਹਾਂਜੀ, ਖਾਸ ਕਰਕੇ ਉਹ ਮਾਵਾਂ ਜਿਹੜੀਆਂ ਬੱਚਿਆਂ ਦੇ ਨਾਲ, ਆਪਾਂ ਉਹਨਾਂ ਨੂੰ ਘਰ ਛੱਡਣਾ ਪੈਂਦਾ, ਜਾਂ ਉਹ ਬੱਚੇ ਜਿਨ੍ਹਾਂ ਨੂੰ ਮਾਂ-ਪਿਓ ਦੀ ਗਲਤੀ ਕਾਰਨ ਘਰ ਛੱਡਣਾ ਪੈਂਦਾ, ਤੇ ਉਹ ਬੱਚੇ ਫੋਸਟਰ ਪੇਰੈਂਟਸ ਦੇ ਨਾਲ ਜਾ ਕੇ ਆਪਣੀ ਐਜੂਕੇਸ਼ਨ ਵੀ ਲੈਂਦੇ ਨੇ, ਤੇ ਉੱਥੇ ਉਹਨਾਂ ਦੀ ਪਰਵਰਿਸ਼ ਹੁੰਦੀ ਆ। ਕੀ ਤੁਹਾਨੂੰ ਲੱਗਦਾ ਕਿ ਜਿਹੜਾ ਇਹ ਸਿਸਟਮ ਚੱਲ ਰਿਹਾ ਇਸ ਵਕਤ, ਬਹੁਤ ਸਾਰੇ ਬੱਚੇ ਨੇ ਜਿਹੜੇ ਬਾਕੀ ਹੋਰ ਕਮਿਊਨਿਟੀਜ਼ ਦੇ ਵਿੱਚ ਜਾ ਕੇ ਰੇਜ਼ ਹੋਏ ਨੇ, ਤੇ ਉਹ ਆਪਣਾ ਪਿਛੋਕੜ ਭੁੱਲ ਚੁੱਕੇ ਨੇ? ਹਾਂਜੀ, ਕਿਉਂਕਿ ਜਿਹੋ ਜਿਹੇ ਮਾਹੌਲ ਦੇ ਵਿੱਚ ਉਹ ਪਲੇ ਨੇ, ਤੇ ਉਹ ਉਹੋ ਜਿਹੇ ਹੀ ਰੇਜ਼ ਹੋਏ ਨੇ। ਹਾਂਜੀ, ਤੇ ਸਾਡੀ ਤਰਾਸਦੀ ਇਹ ਹੈ ਕਿ ਸਾਡੇ ਕੋਲੇ ਕੋਈ ਇਹੋ ਜਿਹੀ ਫੈਸਿਲਿਟੀ ਹੈ ਨਹੀਂ ਇੱਥੇ ਕੈਲਗਰੀ ਦੇ ਵਿੱਚ, ਖਾਸ ਕਰਕੇ, ਕਿ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਸੇਫਲੀ ਭੇਜ ਸਕੀਏ, ਕਿ ਉਹ ਆਪਣੇ ਪੰਜਾਬੀ ਕਲਚਰ ਤੋਂ ਵੀ ਟੁੱਟਣ ਨਾ, ਪੰਜਾਬੀ ਤੋਂ ਵੀ ਨਾ ਟੁੱਟਣ, ਤੇ ਪਰ ਉਹਨਾਂ ਦੀ ਪਰਵਰਿਸ਼ ਪੰਜਾਬੀ ਤਰੀਕੇ ਦੇ ਨਾਲ ਹੀ ਹੋਵੇ, ਕਿ ਜਿਵੇਂ ਸਾਡੇ ਪੇਰੈਂਟਸ ਨੇ ਰੇਜ਼ ਕੀਤਾ ਸੀ, ਉਹਨਾਂ ਨੂੰ ਇਸ ਤਰ੍ਹਾਂ ਨਾ ਲੱਗੇ ਕਿ ਅਸੀਂ ਕਿਹੜੇ ਮਾਹੌਲ ਦੇ ਵਿੱਚ ਆ ਗਏ। ਕਿਉਂਕਿ ਇੱਕ ਪੰਜਾਬੀ ਪਰਿਵਾਰ ਦੇ ਵਿੱਚੋਂ ਬੱਚੇ ਨੇ ਬਾਹਰ ਨਿਕਲ ਕੇ ਇੱਕਦਮ ਦੂਸਰੇ ਪਰਿਵਾਰ ਦੇ ਵਿੱਚ ਐਡਜਸਟ ਹੋਣਾ, ਉਹ ਇੱਕ ਤਰ੍ਹਾਂ ਦਾ ਬੱਚੇ ਨੂੰ ਅੰਦਰੋਂ ਉਹਦਾ ਮਨੋਬਲ ਟੁੱਟ ਜਾਂਦਾ, ਤੇ ਉਹ ਇੱਕ ਤਰ੍ਹਾਂ ਦੇ ਤਰੀਕੇ ਦੇ ਨਾਲ ਅੰਦਰੋਂ ਮਰ ਜਾਂਦਾ। ਠੀਕ ਹੈ, ਸੋ ਉਹਦੇ ਵਾਸਤੇ ਤੁਹਾਨੂੰ ਲੱਗਦਾ ਕਿ ਸਾਡੀ ਕਮਿਊਨਿਟੀ ਨੂੰ ਲੋੜ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਤੇ ਕੰਮ ਕਰਨਾ ਚਾਹੀਦਾ, ਤੇ ਉਹ ਬੱਚੇ ਜਿਹੜੇ ਉਹ ਦੋਨਾਂ ਪਾਸਿਓਂ ਟੁੱਟ ਕੇ ਰਹਿ ਜਾਂਦੇ ਨੇ? ਹਾਂਜੀ, ਨਹੀਂ, ਬਿਲਕੁਲ। ਦੇਖੋ, ਚਾਈਲਡ ਵੈਲਫੇਅਰ ਅਗੇਨ ਸਿਟੀ ਦੀ ਜੁਰਿਸਡਿਕਸ਼ਨ ਨਹੀਂ ਗੀ, ਚਾਈਲਡ ਵੈਲਫੇਅਰ ਦੂਜੀਆਂ ਲੈਵਲਸ ਦੀ ਆ। ਡੋਮੈਸਟਿਕ ਵਾਇਲੈਂਸ ਆਪਣਾ ਜਿਹੜਾ ਨਾਰਥ ਈਸਟ ਦੇ ਵਿੱਚ ਆ, ਹਾਂਜੀ, ਉਹਦੇ ਬਾਰੇ? ਹਾਂਜੀ, ਦੂਸਰਾ ਪੁਆਇੰਟ ਆ ਜਾਂਦਾ ਹੈ ਡੋਮੈਸਟਿਕ ਵਾਇਲੈਂਸ। ਇਹਦੇ ਉੱਤੇ ਵੀ 2 ਸਾਲ ਪਹਿਲਾਂ ਮੈਂ ਇੱਕ ਇੱਥੇ ਵੂਮੈਨਸ ਐਸੋਸੀਏਸ਼ਨ, ਉਹਨਾਂ ਨੇ ਮੈਨੂੰ ਬੁਲਾਇਆ ਸੀ, ਮੈਂ ਉਹਦੇ ਤੇ ਨਾਟ ਲੈਕਚਰ, ਮੈਂ ਉੱਤੇ ਬੋਲਿਆ ਵੀ ਸੀਗਾ ਜੀ। ਇੱਕ ਉਹਦੇ 'ਚ ਇਸ਼ੂ ਇਹ ਵੀ ਹੈਗਾ ਕਿ ਜਿਹੜਾ ਸਾਡਾ ਹੈਗਾ ਕਿ ਏਜ ਗੈਪ ਹੈਗਾ, ਕਈ ਵਾਰ ਜਿਹੜੇ ਸਾਡੇ ਸੀਨੀਅਰਸ ਆ ਉਹ ਨੈਗਲੈਕਟਡ ਫੀਲ ਕਰਦੇ ਘਰਾਂ 'ਚ, ਕਿਉਂਕਿ ਬੱਚੇ ਉਹਨਾਂ ਕੋਲ ਪੈਂਦੇ ਨਹੀਂ। ਐਨੀਵੇਜ਼, ਸਿਟੀ ਦੇ ਪਰਸਪੈਕਟਿਵ ਤੋਂ ਜਿਹੜੀਆਂ ਸਾਡੀਆਂ ਸਰਵਿਸਿਜ਼ ਨੇ, ਜਿਹੜੀਆਂ ਸਿਟੀ ਪ੍ਰੋਵਾਈਡ ਕਰਦੇ ਆ, ਮੇਰਾ ਇਹ ਫੋਕਸ ਉਹ ਮੇਕ ਸ਼ੋਰ ਕਿ ਉਹਨਾਂ ਨਾਲ ਬੈਠ ਕੇ ਪਹਿਲਾਂ ਅੰਡਰਸਟੈਂਡ ਕੀਤਾ ਜਾਵੇ ਕਿ ਉਹ ਆਪਰੇਟ ਕਿੱਦਾਂ ਕਰਦੀਆਂ। ਅਗੇਨ, ਮੇਕ ਸ਼ੋਰ ਫੰਡਿੰਗ,
ਕਿੱਦਾਂ ਮਿਲਦੀ ਆ ਉਹਨਾਂ ਨੂੰ, ਫੰਡਿੰਗ ਕੀ ਉਹ ਲੈਕ ਕਰਦੇ ਨੇ, ਕੀ ਉਹਨਾਂ ਦੇ ਰਿਸੋਰਸਿਸ ਉਹ ਲੈਕ ਕਰਦੇ ਨੇ, ਤੇ ਫਿਰ ਉਸ ਤੋਂ ਬਾਅਦ ਕੀ ਕਲਚਰ ਦੀ ਜਿਹਨੂੰ ਸੈਂਸਿਟਿਵ ਸਰਵਿਸਿਜ਼ ਉਹ ਕਿੱਦਾਂ ਪ੍ਰੋਵਾਈਡ ਕਰ ਸਕਦੇ ਨੇ, ਕਿਉਂਕਿ ਆਮ ਗੋਇੰ ਟੂ ਬੀ ਆਨੈਸਟ ਜੇ ਉਹਨਾਂ ਕੋਲ ਰਿਸੋਰਸਿਸ ਹੀ ਨਹੀਂ ਗਏ, ਯੂ ਕੈਨਟ force them or you cannot stretch them too thin ਕਿਉਂਕਿ ਫਿਰ ਉਹ ਸਰਵਿਸਿਜ਼ ਡਿਫੀਸ਼ੀਐਂਟ ਹੋਣਗੀ। ਸੋ ਸਿਟ ਡਾਊਨ ਕਰਕੇ ਅੰਡਰਸਟੈਂਡ ਕਰੀਏ, ਤੇ ਜੇ ਉਹ ਕਲਚਰਲੀ ਜਿੱਦਾਂ ਮੈਂ ਕਹੀ ਵੀ ਕਲਚਰਲੀ ਅਪਰੋਪਰੀਏਟ ਸਰਵਿਸਿਜ਼ ਦੇ ਸਕਦੇ ਨੇ, ਆਈ ਵਿਲ ਟੋਟਲੀ ਐਡਵੋਕੇਟ ਫॉर दैट। ਫਿਰ ਅਗੇਨ ਯੂ ਹੈਵ ਟੂ ਵਰਕ ਵਿਦ ਪ੍ਰੋਵਿੰਸ਼ੀਅਲ ਗਵਰਨਮੈਂਟ ਫॉर ਫੰਡਿੰਗ ਟੂ ਮੇਕ ਸ਼ੋਰ ਚਾਈਲਡ ਵੈਲਫੇਅਰ ਜਿਹੜਾ ਸਿਸਟਮ ਆ ਉਹਦੇ ਵਿੱਚ ਚੇਂਜਸ ਕਿੱਦਾਂ ਲਿਆਂਦੀਆਂ ਜਾਣਗੀਆਂ। ਉਸ ਤੋਂ ਬਾਅਦ ਮੇਕ ਸ਼ੋਰ ਕਿ ਜਿਹੜੀਆਂ ਉਹ ਸਰਵਿਸਿਜ਼ ਪ੍ਰੋਵਾਈਡਰ ਨੇ, ਚਾਹੇ ਉਹ ਫੋਸਟਰ ਹੋਮ ਆ ਜਾਂ ਕੁਛ ਹੋਰ ਫੈਸਿਲਿਟੀ ਆ, ਕਿ ਉਹ ਇੱਦਾਂ ਦੀ ਫੈਸਿਲਿਟੀ ਕਲਚਰਲੀ ਇੱਦਾਂ ਦੇ ਏਰੀਏ ਦੇ ਵਿੱਚ ਵੀ ਲਿਆਂਦੀ ਜਾ ਸਕਦੀ ਆ ਸਾਡੇ ਨਾਰਥ ਈਸਟ ਦੇ ਵਿੱਚ ਜਾਂ ਵਾਰਡ 5 ਦੇ ਵਿੱਚ। ਤੇ ਉਦੋਂ ਬਾਅਦ ਕਿਸ ਤਰ੍ਹਾਂ ਉਹਨੂੰ ਕਮਿਊਨਿਟੀ ਦੇ ਨਾਲ ਇੰਗੇਜ ਕੀਤਾ ਜਾ ਸਕਦਾ, ਵੀ ਕਮਿਊਨਿਟੀ ਦੀਆਂ ਜਿਹੜੀਆਂ ਸਾਡੀਆਂ ਐਸੋਸੀਏਸ਼ਨਸ ਆ ਉਹ ਵੀ ਇੰਗੇਜ ਹੋ ਕੇ ਕੰਮ ਕਰ ਸਕਣ। ਉਹਦੇ 'ਚ ਸਾਨੂੰ ਕਈ ਵਾਰ ਕੇਅਰਫੁਲ ਰਹਿਣਾ ਪੈਂਦਾ ਵਾ, ਕਿਉਂਕਿ ਉਹਦੇ ਵਿੱਚ ਕਈ ਵਾਰ ਲੈਜਿਸਲੇਸ਼ਨ ਅਲਾਉ ਨਹੀਂ ਕਰਦੀਆਂ, ਕਈ ਵਾਰ ਮਤਲਬ ਲੀਗਲ ਇਸ਼ੂਜ਼ ਆ ਜਾਂਦੇ ਆ, ਪਰ ਕੰਮ ਇਹੀ ਆ ਕਿ ਉਹਨਾਂ ਨੂੰ ਕਿੱਦਾਂ ਰਿਜ਼ੋਲਵ ਕਰਨਾ। ਕਿਤੇ ਨਾ ਕਿਤੇ ਉਹ ਓਪਰਚੁਨਿਟੀਜ਼ ਲੱਭਣੀਆਂ ਕਿ ਜੇ ਉੱਦਾਂ ਦੀ ਫੈਸਿਲਿਟੀ ਜਾਂ ਇੱਦਾਂ ਦਾ ਕੋਈ ਪ੍ਰੋਗਰਾਮ ਇੱਥੇ ਆ ਜਾਂਦਾ। ਹੁਣ ਮੈਂ ਜਿੱਦਾਂ ਨਾਰਥ ਈਸਟ ਫੈਮਿਲੀ ਕਨੈਕਸ਼ਨ ਦੇ ਵਿੱਚ ਕੰਮ ਕਰਦਾ ਸੀਗਾ, ਬੋਰਡ ਦੇ ਵਿੱਚ ਸੀਗਾ, ਉੱਥੇ ਬਿਲਕੁਲ ਆਹੀ ਹੁੰਦਾ ਸੀ। ਉੱਥੇ ਜਿਹੜੀਆਂ ਇੱਦਾਂ ਦੇ ਇਸ਼ੂਜ਼ ਆਉਂਦੇ ਸੀ ਤੇ ਉਹਨਾਂ ਦੇ ਕੋਲ ਜਿਹੜੇ ਉਹਨਾਂ ਦੇ ਕਾਉਂਸਲਰ ਰੱਖੇ ਸੀ ਉਹ ਕਲਚਰਲੀ ਸੈਂਸਿਟਿਵ ਸੀਗੇ, ਪਾਕਿਸਤਾਨੀ ਕਮਿਊਨਿਟੀ ਤੋਂ, ਇੰਡੀਅਨ ਕਮਿਊਨਿਟੀ ਤੋਂ, ਉਹ ਸਮਝਦੇ ਸੀ ਕਲਚਰ, ਪਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੀ ਇੱਕ ਲਿਮਿਟ ਹੋ ਜਾਂਦੀ ਸੀ ਕਿ ਉਸ ਤੋਂ ਅੱਗੇ ਉਹ ਨਹੀਂ ਜਾ ਸਕਦੇ ਸੀ। ਸੋ ਉੱਦਾਂ ਦੀਆਂ ਚੀਜ਼ਾਂ ਮੈਂ ਦੇਖੀਆਂ ਨੇ, ਤੇ ਉਹਦੇ ਤੇ ਕੰਮ ਡੈਫੀਨਿਟਲੀ ਮੈਂ ਪੈਸ਼ਨੇਟਲੀ ਕਰੂੰਗਾ। ਮੈਂ ਸੋਚਦਾ ਡੋਮੈਸਟਿਕ ਵਾਇਲੈਂਸ ਇਜ਼ ਅ ਹਿਊਜ ਇਸ਼ੂ ਇਨ ਆਰ ਕਮਿਊਨਿਟੀ। ਆਪਾਂ ਕਈ ਵਾਰ ਉਹਨੂੰ ਦਬਾ ਲੈਂਦੇ ਹਾਂ ਜੀ, ਕਈ ਵਾਰ ਕਈ ਜਿਹੜੇ ਸਾਡੀਆਂ ਹਾਂਜੀ ਸਾਡੀਆਂ ਭੈਣਾਂ ਨੇ ਜਾਂ ਉਹ ਇਹਨਾਂ ਉਹਨਾਂ ਮਤਲਬ ਉਹ ਅੱਗੇ ਵੱਧਦੀਆਂ ਨੇ, ਸੋ ਉਹ ਵੀ ਇੱਕ ਐਜੂਕੇਸ਼ਨ ਵੀ ਇੱਕ ਇਸ਼ੂ ਹੈਗਾ ਵਾ। ਸੋ ਡੈਫੀਨਿਟਲੀ ਆਈ ਵਿਲ, ਜੇ ਮੈਂ ਕਾਉਂਸਲਰ ਬਣਦਾ, ਮੇਰਾ ਇਹੀ ਹੈ ਜੇ ਮੈਂ ਕਾਉਂਸਲਰ ਬਣਦਾ ਨਾ ਤੇ ਮੈਂ ਕਮਿਊਨਿਟੀ ਲਈ ਬਣ ਰਿਹਾ। ਮੇਰਾ ਇਹ ਹੈ ਕਿ ਕਮਿਊਨਿਟੀ ਨੂੰ ਅਸੀਂ ਅੱਗੇ ਕਿੱਦਾਂ ਲੈ ਕੇ ਜਾਣਾ, ਕਮਿਊਨਿਟੀ ਨੂੰ ਇੰਗੇਜ ਕਿੱਦਾਂ ਕਰਨਾ। ਈਵਨ ਕੁਝ ਸਰਵਿਸਿਜ਼ ਆ ਜਿਹੜੀਆਂ ਸਾਡੇ ਨੂੰ ਅਵੇਲੇਬਲ ਨੇ ਪਰ ਅਸੀਂ ਨਹੀਂ ਲੈ ਰਹੇ ਕਿਉਂਕਿ ਸਾਨੂੰ ਪਤਾ ਨਹੀਂ, ਤੇ ਸੈਕੰਡਲੀ ਅਸੀਂ ਐਫਰਟ ਨਹੀਂ ਕਰਦੇ, ਹੈ ਨਾ। ਜਦੋਂ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਜਿਹੜੀ ਇਹਨਾਂ ਦਾ ਫੇਅਰ ਐਂਟਰੀ ਸਬਸਿਡਾਈਜ਼ਡ ਸਿਟੀ ਸਰਵਿਸ ਆ, ਉਹਦੇ ਵਿੱਚ ਰੈਕ੍ਰੀਏਸ਼ਨਲ ਐਕਟੀਵਿਟੀਜ਼ ਲਈ ਜੇ ਤੁਸੀਂ ਲੋ ਇਨਕਮ ਹੋ ਤੇ ਤੁਹਾਨੂੰ ਉਹਦੇ ਵਿੱਚ ਡਿਸਕਾਊਂਟ ਮਿਲਦਾ, ਪਰ ਆਈ ਡੋਂਟ ਥਿੰਕ ਇੰਨਾ ਆਪਣੀ ਕਮਿਊਨਿਟੀ 'ਚ ਪਤਾ। ਤੇ ਸੈਕੰਡ ਗੱਲ ਆ ਕਿ ਉਹ ਜੇ ਤੁਹਾਨੂੰ ਮਿਲ ਵੀ ਜਾਂਦਾ, ਤੁਸੀਂ ਸਿਰਫ ਵਿਲੇਜ ਸਕੁਐਰ 'ਚ ਅਪਲਾਈ ਕਰ ਸਕਦੇ ਹੋ। ਮੇਰੀ ਡਿਮਾਂਡ ਹੋਊਗੀ ਕਿ ਵਾਈ ਨਾਟ ਜੈਨੇਸਿਸ, ਵਾਈ ਨਾਟ ਫਿਊਚਰ ਫੈਸਿਲਿਟੀਜ਼, ਕਿਉਂਕਿ ਸਾਡੀ ਪਾਪੂਲੇਸ਼ਨ ਇੱਧਰ ਨੂੰ ਵੱਧ ਰਹੀ ਆ। ਸੋ ਕੁਝ ਆਪਾਂ ਨੂੰ ਪਤਾ ਨਹੀਂ, ਤੇ ਉਹਦੇ 'ਚ ਕਾਉਂਸਲਰ ਦਾ ਰੋਲ ਆ ਕਿ ਕਾਉਂਸਲਰ ਕਿੰਨੀ ਇੰਗੇਜਮੈਂਟ ਕਰਦਾ ਜੀ, ਕਿੰਨਾ ਟਾਊਨ ਹਾਲਸ, ਕਿੰਨੇ। ਦੇਖੋ ਮੈਂ ਸਾਰਿਆਂ ਨੂੰ ਕਹਿੰਦਾ ਇਲੈਕਟਿਡ ਅਫੀਸ਼ੀਅਲ ਨੂੰ ਪੈਸੇ ਕਾਹਦੇ ਮਿਲਦੀ ਹੈ, ਤਨਖਾਹ ਲੋਕਾਂ ਨਾਲ ਇੰਗੇਜ ਰਹਿਣ ਦੀ। ਜੇ ਤੁਸੀਂ ਇੰਗੇਜ ਹੀ ਨਹੀਂ ਰਹਿ ਸਕਦੇ ਤਾਂ ਇਟਸ ਨਾਟ ਵਰਥ ਇਟ। ਤੇ ਸੈਕੰਡਲੀ ਐਜੂਕੇਸ਼ਨ ਤੋਂ ਬਾਅਦ ਇੰਗੇਜਮੈਂਟ। ਜੇ ਤੁਹਾਡੇ ਘਰ ਤੋਂ ਸਨੋ ਨਹੀਂ ਹਟੀ ਜਾਂ ਤੁਹਾਡੇ ਘਰ ਦਾ ਸਾਈਡ ਵਾਕ ਟੁੱਟਿਆ, 311 ਕਾਲ 311। ਜਦੋਂ ਤੁਸੀਂ ਮਲਟੀਪਲ ਟਾਈਮ 311 ਕਰੋਗੇ, ਉਹ ਆਪੇ ਡੇਟਾ ਦੇਖਣਗੇ, ਆਪੇ ਉਹ ਕਹਿਣਗੇ ਵਾਲ ਦਿਸ ਏਰੀਆ ਨੀਡਸ ਮੋਰ ਹੈਲਪ। ਜਦੋਂ ਉਹ ਡੇਟਾ ਦੇਖਦੇ ਆ ਤੇ 311 ਚ ਕੋਈ ਕਾਲਾਂ ਹੀ ਨਹੀਂ ਆ ਰਹੀਆਂ, ਵਾਲ ਦੇ ਆਰ ਹੈਪੀ। ਇਸ ਚੀਜ਼ ਤੇ ਮੈਂ ਤੁਹਾਡੇ ਨਾਲ ਥੋੜੀ ਬਹੁਤਾ ਅਗਰੀ ਕਰੂੰਗੀ, ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਅਸੀਂ ਇਹ ਚੀਜ਼ ਦੇਖੀ ਹੈ ਕਿ ਜੇ ਤਾਂ ਮੈਟਰ ਸਾਡੇ ਘਰ ਦਾ ਆ ਫਿਰ ਤਾਂ ਅਸੀਂ ਉਸ ਤੇ ਆਵਾਜ਼ ਉਠਾਉਣੀ ਆ, ਤੇ ਜੇ ਕਮਿਊਨਿਟੀ ਦਾ ਫਿਰ ਅਸੀਂ ਕਹਿੰਦੇ ਚਲੋ ਕੋਈ ਹੋਰ ਕਰ ਲੂਗਾ। ਈਵਨ ਸੜਕ ਦੇ ਵਿੱਚ ਖੱਡਾ ਹੀ ਹੋਵੇ ਤਾਂ ਅਸੀਂ ਉਹਨੂੰ ਭਰਨ ਵਾਸਤੇ ਵੀ ਅਸੀਂ ਆਪ ਕਾਲ ਨਹੀਂ ਕਰਦੇ, ਅਸੀਂ ਗੱਡੀ ਨੂੰ ਤਾਂ ਆਸੇ-ਪਾਸੇ ਕਰਕੇ ਘੁਮਾ ਕੇ ਲੈ ਜਾਾਂਗੇ ਵੀ ਚਲੋ ਠੀਕ ਆ। ਇਹ ਇੱਥੇ ਸਾਡੀ ਅਣਗਹਿਲੀ ਹੈਗੀ ਹੈ, ਇਹ ਚੀਜ਼ ਤੇ ਸਾਨੂੰ ਵੀ ਕੰਮ ਕਰਨ ਦੀ ਜ਼ਰੂਰਤ ਹੈ। ਬਹੁਤ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਨੇ ਜਿਹੜੀਆਂ ਸਾਨੂੰ ਦਿਸਦੀਆਂ ਨੇ ਕਿ ਇੱਥੇ ਸੁਧਾਰ ਹੋਣਾ ਚਾਹੀਦਾ, ਪਰ ਅਸੀਂ ਉਹ ਜ਼ਿੰਮੇਵਾਰੀ ਆਪ ਨਹੀਂ ਚੱਕਦੇ। ਐਜ਼ ਏ ਸ਼ਹਿਰੀ ਹੋਣ ਦੇ ਲਈ ਤੁਹਾਨੂੰ ਉਹ ਜ਼ਿੰਮੇਵਾਰੀ ਚੱਕਣੀ ਚਾਹੀਦੀ ਹੈ, ਹਰ ਇੱਕ ਦੀ ਰਿਸਪੌਂਸਿਬਿਲਿਟੀ ਬਣਦੀ ਹੈ। ਅੱਗੇ ਆਪਾਂ ਗੱਲ ਕਰਾਂਗੇ ਸਕੂਲਾਂ ਦੇ ਬਾਰੇ। ਹਾਂਜੀ, ਵੈਸੇ ਤਾਂ ਸਕੂਲਸ ਨੇ ਜਿਹੜੇ ਉਹ ਵੀ ਪ੍ਰੋਵਿੰਸ਼ੀਅਲ ਤੇ ਅੰਡਰ ਆਉਂਦੇ ਨੇ, ਪਰ ਜਿਵੇਂ ਕੈਲਗਰੀ ਦੇ ਵਿੱਚ ਜੇ ਦੇਖਿਆ ਜਾਵੇ, ਹੁਣ ਸਕਾਈ ਵਿਊ ਦੇ ਵਿੱਚ ਹੁਣ ਸਕੂਲ ਬਣੇ ਨੇ ਪਿਛਲੇ 5 ਸਾਲ ਤੋਂ। ਕਮਿਊਨਿਟੀ ਕਦੋਂ ਦੀ ਬਣੀ ਵੀ ਹੈ, ਹੁਣ ਰੈਡਸਟੋਨ ਦੀ ਕਮਿਊਨਿਟੀ ਬਣ ਚੁੱਕੀ ਹੈ, ਪਰ ਉੱਥੇ ਕੋਈ ਸਕੂਲ ਨਹੀਂ ਹੈਗਾ। ਕਮਿਊਨਿਟੀ ਪਹਿਲਾਂ ਬਣਦੀ ਹੈ, ਸਕੂਲਾਂ ਵਾਸਤੇ ਲੋਕਾਂ ਨੂੰ ਬਹੁਤ ਜ਼ਿਆਦਾ ਹੈਸਲ ਹੁੰਦੀ ਹੈ। ਹਾਈ ਸਕੂਲ ਤਾਂ ਹੁਣ ਆਹ ਮੰਡੈਲਾ ਜਿਹੜਾ ਨੈਲਸਨ ਮੰਡੈਲਾ ਸਕੂਲ ਬਣਿਆ ਸੀਗਾ, ਪਰ ਇਸ ਤੋਂ ਪਹਿਲਾਂ ਫਾਲੋਵਰ ਜਾਣਾ ਪੈਂਦਾ ਸੀ, ਜਾਂ ਦੂਸਰਾ ਜਿਹੜਾ ਕ੍ਰੈਸੈਂਟ ਹਾਈਟਸ ਜਾਣਾ ਪੈਂਦਾ ਸੀਗਾ, ਠੀਕ ਹੈ।
ਪਰ ਇੱਥੇ ਬੱਚਿਆਂ ਨੂੰ ਹੈਸਲ ਹੁੰਦੀ ਹੈ ਕਿ ਇੱਥੋਂ 20 ਮਿੰਟ ਦੀ ਡਰਾਈਵ ਤੇ ਪਹਿਲਾਂ ਸਕੂਲ ਪਹੁੰਚੋ, ਹਾਈ ਸਕੂਲ ਜਾਓ। ਜੇ ਆਪਣੇ ਏਰੀਏ ਦੇ ਵਿੱਚ ਬਣਿਆ ਹੋਵੇ ਤਾਂ ਉਹਦੇ ਵਾਸਤੇ ਵਧੀਆ ਰਹਿੰਦਾ, ਬੱਚਿਆਂ ਨੂੰ ਮਾਂ-ਬਾਪ ਵਾਸਤੇ ਵੀ ਸੌਖਾ, ਛੱਡਣਾ ਚੱਕਣਾ ਵੀ ਸੌਖਾ, ਹਾਂਜੀ। ਕਿਉਂਕਿ ਇਸ ਏਰੀਏ ਦੇ ਵਿੱਚ ਸਾਰੇ ਵਰਕਿੰਗ ਕਪਲਸ ਨੇ, ਵਰਕਿੰਗ ਹਾਂਜੀ। ਫੈਮਲੀਜ਼ ਨੇ, ਬਹੁਤ ਹਾਰਡ ਹੋ ਜਾਂਦਾ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਕੋਈ ਸਕੂਲ ਵਗੈਰਾ ਦੇ ਵਾਸਤੇ ਵੀ ਤੁਸੀਂ ਹੈਲਪ ਕਰ ਸਕਦੇ ਹੋ ਲੋਕਾਂ ਦੀ? ਹਾਂਜੀ, ਨਹੀਂ ਬਿਲਕੁਲ ਫੇਅਰ ਪੁਆਇੰਟ ਹੈ। ਮੈਂ ਸਕਾਈਵੀ ਦੇ ਵਿੱਚ ਡੋਰ ਨੌਕ ਕਰ ਰਿਹਾ ਸੀਗਾ, ਉੱਥੇ ਫੈਮਲੀਜ਼ ਨਾਲ ਜਦੋਂ ਗੱਲ ਹੁੰਦੀ ਸੀ, ਸਕੂਲਿੰਗ ਵਾਜ਼ ਅ ਬਿਗ ਇਸ਼ੂ, ਰੈਡਸਟੋਨ 'ਚ ਵੀ ਬਿਗ ਇਸ਼ੂ। ਇੱਥੋਂ ਤੱਕ ਕਿ ਜਿੱਦਾਂ ਤੁਸੀਂ ਕਿਹਾ ਕਿ ਇੱਕ ਪੇਰੈਂਟ ਸੀਗੇ ਕਿ ਉਹਨਾਂ ਨੇ ਦੋ ਪੇਰੈਂਟ ਮਿਲੇ, ਇੱਕ ਪੇਰੈਂਟ ਉਹਨਾਂ ਦਾ ਬੱਚਾ ਫੋਰੈਸਟ ਲਾਉਣ ਜਾਂਦਾ ਸੀ ਤੇ ਉਹ ਕਹਿੰਦੇ ਕਿ ਮੈਨੂੰ ਹੁਣ ਉੱਥੋਂ ਕੱਟ, ਬਿਕਾਜ਼ ਇਟ ਵਾਸ ਟੂ ਟਫ ਫॉर them ਕਿ ਜਗਲ ਕਰਨਾ, ਆਪਣੀ ਜੌਬ ਤੇ ਜਾਣਾ, ਬੱਚੇ ਨੂੰ ਡ੍ਰੌਪ ਕਰਨਾ, ਜੀ ਜਾਂ ਕਿਉਂਕਿ ਕਈ ਵਾਰ ਉਹ ਸੇਫ ਨਹੀਂ ਫੀਲ ਕਰਦੇ ਕਿ ਬੱਚਾ ਟ੍ਰਾਂਜ਼ਿਟ ਲਵੇ, ਜੀ ਤੇ ਉਹਨਾਂ ਨੇ ਉਹਨੂੰ ਉੱਥੋਂ ਕਢਾ ਕੇ ਤੇ ਕੈਥਲਿਕ ਸਕੂਲ 'ਚ ਪਾ ਦਿੱਤਾ, ਕਿਉਂਕਿ ਸਕਾਈ ਵਿੱਚ ਕੈਥਲਿਕ ਸਕੂਲ ਆਲਰੇਡੀ ਹੈਗਾ। ਜੀ ਤੇ ਉਸ ਤੋਂ ਬਾਅਦ ਇੱਕ ਪੇਰੈਂਟ ਸੀਗੇ ਕਿ ਉਹ ਕਹਿੰਦੇ ਜੀ ਕਿ ਅਸੀਂ ਰੈਡਸਟੋਨ ਸੀਗੇ, ਉਹ ਕਹਿੰਦੇ ਕਿ ਅਸੀਂ ਇੱਥੋਂ ਮੂਵ ਹੋ ਰਹੇ ਹਾਂ ਇੱਥੋਂ, ਵਿਚ ਇਜ਼ ਨਾਟ ਓਕੇ ਵਿਦ ਮੀ, ਬਿਕਾਜ਼ ਆਈ ਥਿੰਕ ਸਾਨੂੰ ਇਹ ਜਿਹੜੀ ਕਮਿਊਨਿਟੀਜ਼ ਆ, ਇਹਦਾ ਜਿਹੜਾ ਟੈਲੈਂਟ ਆ ਅਸੀਂ ਉਹਨੂੰ ਲੂਜ਼ ਨਹੀਂ ਕਰਨਾ ਤੇ ਉਹਨਾਂ ਨੂੰ ਇੱਥੇ ਹੀ ਰੱਖਣਾ। ਜਿੱਦਾਂ ਪਹਿਲਾਂ ਮੈਂ ਕਿਹਾ, ਇਹ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਆ, ਪਰ ਜਿਹੜੀ ਲੈਂਡ ਆ ਉਹ ਸਿਟੀ ਨੇ ਦੇਣੀ ਆ। ਸੋ ਜੀ। ਐਜ਼ ਅ ਕਾਉਂਸਲਰ ਮੈਂ ਹਮੇਸ਼ਾ ਐਡਵੋਕੇਟ ਕਰੂੰਗਾ ਤੇ ਐਡਵੋਕੇਸੀ ਸਟਰੋਂਗ ਤੇ ਬੋਲਡ ਤੇ ਨੈਵਰ ਫੁਲੀ ਅਨਅਫਰੇਡ ਐਂਡ ਕਿਉਂਕਿ- ਡਿਮਾਂਡ ਦ ਚੇਂਜ। ਜੀ ਹਾਂਜੀ, ਤੇ ਉਹਦੇ 'ਚ ਇਹ ਹੈ ਕਿ ਅਗੇਨ ਕੋਲੈਬੋਰੇਸ਼ਨ ਇਜ਼ ਦ ਕੀ। ਸਾਡੇ ਪ੍ਰੋਵਿੰਸ਼ੀਅਲ ਜਿਹੜੇ ਸਾਡੇ ਕਾਊਂਟਰ ਪਾਰਟਸ ਹੋਣਗੇ, ਮਿਨਿਸਟਰਸ ਜੋ ਵੀ ਪ੍ਰੀਮੀਅਰਸ, ਉਹਨਾਂ ਨਾਲ ਕੋਲੈਬੋਰੇਸ਼ਨ ਕਰਨੀ ਆ, ਕਿਉਂਕਿ ਕਈ ਵਾਰ ਉਹਨਾਂ ਦੀਆਂ ਵੀ ਕੁਝ ਲਿਮਿਟੇਸ਼ਨਸ ਹੁੰਦੀਆਂ, ਜੀ ਉਹਨਾਂ ਨੂੰ ਸਮਝਣਾ ਵੀ ਸਾਡੀ ਜ਼ਰੂਰਤ ਹੋਊ ਜੀ ਤੇ ਉਹਨੂੰ ਕਿਸ ਤਰ੍ਹਾਂ ਰਿਜ਼ੋਲਵ ਕਰਨਾ, ਉਹ ਟੇਬਲ ਤੇ ਬਹਿ ਕੇ ਕੋਲੈਬੋਰੇਸ਼ਨ ਨਾਲ ਹੀ ਹੋਊਗਾ। ਜਿਵੇਂ ਕਿ ਹੁਣ ਪਿੱਛੇ ਪੈਂਡੈਮਿਕ ਦੇ ਦੌਰਾਨ ਬਹੁਤ ਸਾਰੇ ਟੈਕਸਸ ਦੇ ਛੋਟ ਦਿੱਤੀ ਗਈ, ਖਾਸ ਕਰਕੇ ਜਿਹੜੇ ਡਾਊਨਟਾਊਨ ਦੇ ਵਿੱਚ ਰੈਸਟੋਰੈਂਟਸ ਸੀ, ਬਿਜ਼ਨੈਸਸ ਸੀਗੇ, ਉਹਨਾਂ ਨੂੰ ਕਾਫੀ ਰਾਹਤ ਮਿਲੀ ਟੈਕਸ ਦੇ ਵਿੱਚ, ਹਾਂਜੀ ਤਾਂ ਕਿ ਉਹਨਾਂ ਨੂੰ ਟੈਕਸ ਨਾ ਦੇਣਾ ਪਵੇ। ਮਲਟੀਪਲ ਯੂਨਿਟਸ ਜਿਹੜੀਆਂ ਬਿਲਡਿੰਗ ਸੀਗੀਆਂ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਕਾਫੀ ਰਾਹਤ ਦਿੱਤੀ ਹੈ। ਸਿੰਗਲ ਫੈਮਿਲੀ ਡਿਟੈਚ ਹੋਮ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀਗਾ ਕਿ ਆਉਣ ਵਾਲੇ ਇਸ ਸਾਲ ਦੇ ਵਿੱਚ ਇਨਕਰੀਜ਼ ਨਹੀਂ ਕੀਤੀ ਜਾਊਗੀ। ਹਾਂਜੀ ਤੁਹਾਨੂੰ ਲੱਗਦਾ ਹੈ ਕਿ ਨਾਰਥ ਈਸਟ ਦੇ ਵਿੱਚ ਜਦੋਂ ਦੇਖੀਏ, ਐਜ਼ ਮੈਂ ਰੀਅਲ ਸਟੇਟ ਏਜੰਟ ਆ, ਹਾਂਜੀ ਮੈਂ ਦੇਖਦੀ ਹੈਗੀ ਆ ਕਿ ਨਾਰਥ ਈਸਟ ਦੇ ਵਿੱਚ ਖਾਸ ਕਰਕੇ ਭਾਵੇਂ ਆਸੇ-ਪਾਸੇ ਪ੍ਰਾਈਸਸ ਨੂੰ ਜੋ ਮਰਜ਼ੀ ਹੋਈ ਜਾਵੇ, ਇੱਥੇ ਘਰਾਂ ਦੀਆਂ ਪ੍ਰਾਈਸਸ ਨੂੰ ਬਹੁਤਾ ਫਰਕ ਨਹੀਂ ਪੈਂਦਾ। ਹਾਂਜੀ ਪੈਂਦਾ ਹੈਗਾ ਪਰ ਉਨਾ ਨਹੀਂ ਪੈਂਦਾ ਜਿੰਨਾ ਆਸੇ-ਪਾਸੇ ਬਾਕੀ ਏਰੀਆਜ਼ ਦੇ ਵਿੱਚ ਜਾਂਦਾ ਹੈ, ਕਿਉਂਕਿ ਇੱਥੇ ਪ੍ਰਾਈਸਸ ਡਿਮਾਂਡ ਬਹੁਤ ਆ, ਉੱਥੇ ਤੱਕ ਖੜੀ ਰਹਿੰਦੀ ਆ। ਪਰ ਜਿਹੜੇ ਟੈਕਸਸ ਨੇ, ਟੈਕਸਸ ਬਹੁਤ ਹਾਈ ਨੇ। ਹਾਂਜੀ ਵੈਲਿਊ ਘਰ ਦੀ ਉਨੀ ਨਹੀਂ ਹੁੰਦੀ, ਬਲਕਿ ਟੈਕਸ ਹੈ ਜਿਹੜਾ ਉਹ ਜ਼ਿਆਦਾ ਹਾਈ ਹੁੰਦਾ, ਵੈਲਿਊ ਇਨਕਰੀਜ਼ ਕੀਤੀ ਜਾਂਦੀ ਆ। ਇਹ ਚੀਜ਼ ਦੇ ਵਿੱਚ ਜਿਹਦਾ ਟੈਕਸ ਦੇ ਵਾਸਤੇ ਸਾਨੂੰ ਜਿਹੜੀ ਚਿੱਠੀ ਘਰ ਆਉਂਦੀ ਆ, ਉਹਦੇ ਵਿੱਚ ਤੁਹਾਡੇ ਕੋਲ 30 ਦਿਨ ਦਾ ਸਮਾਂ ਹੁੰਦਾ ਕਿ ਤੁਸੀਂ ਅਪੀਲ ਕਰ ਸਕਦੇ ਆ ਕਿ ਜੇ ਤੁਹਾਡੇ ਘਰ ਦੀ ਵੈਲਿਊ ਇੰਨੀ ਨਹੀਂ ਹੈਗੀ ਤਾਂ ਤੁਸੀਂ ਉਸ ਟੈਕਸ ਨੂੰ ਘਟਾ ਸਕਦੇ ਆ। ਪਰ ਕੋਈ ਵੀ ਆਪਣੇ ਘਰ ਦੀ ਵੈਲਿਊ ਨਹੀਂ ਘਟਾਉਣਾ ਚਾਹੁੰਦਾ, ਵੈਲਿਊ ਸਾਨੂੰ ਉਨੀ ਚਾਹੀਦੀ ਹੈ, ਪਰ ਅਸੀਂ ਉਹਨੇ ਟੈਕਸ ਘਟ ਜਵੇ। ਇਹ ਜਿਹੜਾ ਫਰਕ ਪਿਆ ਵਿਆ, ਇਹਨੂੰ ਸਿਸਟਮ ਦੇ ਵਿੱਚ ਕਿਵੇਂ ਲੈ ਕੇ ਆਉਂਗੇ? ਕਿਉਂਕਿ ਸਿਟੀ ਨੂੰ ਚਾਹੀਦਾ ਕਿ ਵੈਲਿਊ ਜ਼ਿਆਦਾ ਹੋਵੇ ਤਾਂ ਸਾਨੂੰ ਟੈਕਸ ਜ਼ਿਆਦਾ ਮਿਲੇ, ਪਰ ਸਾਨੂੰ ਇਸ ਚੀਜ਼ ਦਾ ਹੁੰਦਾ, ਸਾਨੂੰ ਨੌਲੇਜ ਤਾਂ ਹੈਗੀ ਹੈ ਕਿ ਅਸੀਂ ਟੈਕਸ ਘਟਾ ਸਕਦੇ ਹਾਂ, ਪਰ ਅਸੀਂ ਘਟਾਉਣਾ ਵੀ ਨਹੀਂ ਚਾਹੁੰਦੇ, ਕਿਉਂਕਿ ਜੇ ਅਸੀਂ ਅਪੀਲ ਕਰਦੇ ਹਾਂ ਸਿਟੀ ਨੂੰ ਕਿ ਸਾਡਾ ਟੈਕਸ ਘਟਾਇਆ ਜਾਵੇ ਤਾਂ ਉਹਨਾਂ ਨੇ ਕਹਿਣਾ ਓਕੇ ਤੁਹਾਡੇ ਘਰ ਦੀ ਵੈਲਿਊ ਘਟਦੀ ਹੈ, ਅਸੀਂ ਵੈਲਿਊ ਉੱਥੇ ਅਸੀਂ ਐਡਜਸਟ ਨਹੀਂ ਹੋਣਾ ਚਾਹੁੰਦੇ। ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਕਿੱਥੇ ਅਸੀਂ ਫਿੱਟ ਹੋਵਾਂਗੇ, ਕਿਵੇਂ ਇਸ ਚੀਜ਼ ਨੂੰ ਸੋਲਵ ਕਰ ਸਕਦੇ ਹਾਂ? ਦੇਖੋ, ਜਦੋਂ ਪ੍ਰੋਪਰਟੀ ਟੈਕਸਸ ਇਵੈਲੂਏਟ ਕਰਦੇ ਆ, ਉਹਨਾਂ ਦਾ ਇੱਕ ਕ੍ਰਾਈਟੇਰੀਆ, ਇੱਕ ਫਾਰਮੂਲਾ ਜਿੰਨਾ ਉਹ ਕੈਲਕੂਲੇਟ ਕਰਦੇ ਆ, ਜੀ ਠੀਕ ਹੈ ਨਾ, ਤੇ ਉਹ ਹਰ ਸਿਟੀ ਦਾ ਆਪਣਾ ਫਾਰਮੂਲਾ, ਹਰ ਜੁਰਿਸਡਿਕਸ਼ਨ ਦਾ ਆਪਣਾ ਫਾਰਮੂਲਾ ਵਾ। ਸੋ ਮੈਂ ਮੰਨਦਾ ਵਾਂ ਕਿ ਟੈਕਸਸ ਜਿਹੜੇ ਆ ਇਨਕਰੀਜ਼ ਹੋ ਰਹੇ ਨੇ, ਪਰ ਉੱਥੇ ਮੈਂ ਆਲਰੇਡੀ ਪਹਿਲਾਂ ਗੱਲ ਕੀਤੀ ਸੀ ਫੇਅਰ ਡੀਲ ਫॉर ਵਾਰਡ 5 ਔਰ ਈਵਨ ਆਰ ਸਿਟੀ, ਕਿ ਕਿਉਂਕਿ ਸਾਡੇ ਹੱਥ ਬੰਨ ਦਿੰਦੀ ਆ ਪ੍ਰੋਵਿੰਸ, ਕਿਉਂਕਿ ਪ੍ਰੋਵਿੰਸ ਸਾਡੇ ਤੋਂ ਟੈਕਸਸ ਦੇ ਜਿਹੜੇ ਸੋਰਸਿਸ ਨੇ ਉਹ ਬਹੁਤ ਨੇ, ਉਹਨਾਂ ਸਾਰਿਆਂ ਤੋਂ ਟੈਕਸ ਇਕੱਠੇ ਕਰਦੀ ਹੈ, ਪਰ ਸਾਨੂੰ ਦਿੰਦੀ ਹੈ ਬਹੁਤ ਘੱਟ ਵਾਪਸ। ਸੋ ਪਹਿਲੀ ਗੱਲ ਤਾਂ ਇਹ ਕਿ ਅਸੀਂ ਡਿਮਾਂਡ ਕਰਨਾ ਸ਼ੁਰੂ ਕਰੀਏ ਪ੍ਰੋਵਿੰਸ ਤੋਂ ਕਿ ਗਿਵ ਅਸ ਮੋਰ ਸੋਰਸਿਸ ਆਫ ਟੈਕਸੇਸ਼ਨ। ਪਰ ਡਿਮਾਂਡ ਪਬਲਿਕ ਤਾਂ ਕਰ ਹੀ ਨਹੀਂ ਸਕਦੀ, ਡਿਮਾਂਡ ਤਾਂ ਸਾਡੇ ਉਹੀ ਅਹੁਦੇਦਾਰੀ ਕਰ ਸਕਦੇ ਨੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਅੱਗੇ ਲੈ ਕੇ ਜਾਵਾਂਗੇ। ਉਹੀ ਮੈਂ ਕਹਿ ਰਿਹਾ ਕਿ ਜਿਹੜੇ ਤੁਹਾਡੇ ਕਾਉਂਸਲਰ ਨੇ ਜਿਨ੍ਹਾਂ ਨੂੰ ਤੁਸੀਂ ਚੁਣਿਆ, ਇਹ ਸਾਡਾ ਜਿਹੜਾ ਮੇਅਰ ਆ, ਇਹ ਉਹਨਾਂ ਦੀ ਜੌਬ ਆ ਕਿ ਉਹ ਸਿਟੀ ਤੋਂ ਡਿਮਾਂਡ ਕਰ ਕਿ ਤੁਸੀਂ ਚੇਂਜਸ ਲਿਆਵੋ, ਐਂਡ ਸਿਟੀ ਨੂੰ ਦੱਸਣ ਉਹਨਾਂ ਨੂੰ ਕਿ ਆਹ ਪ੍ਰੋਬਲਮਸ ਆ ਰਹੀਆਂ ਨੇ।
ਐਂਡ ਅਗੇਨ ਕੋਲੈਬੋਰੇਸ਼ਨ, ਫਾਈਟ ਨਹੀਂ ਕਰਨੀ ਅਸੀਂ ਕਰ ਸਕਦੇ ਉਹਨਾਂ ਨਾਲ, ਕਿਉਂਕਿ ਉਹਨਾਂ ਦੀ ਵੀ ਕੋਈ ਲਿਮਿਟੇਸ਼ਨ ਹੋਣਗੀਆਂ। ਕਿਉਂਕਿ ਬਿਲਕੁਲ ਹੁਣ ਪਿੱਛੇ ਜੇ ਆਇਲ ਐਂਡ ਗੈਸ ਦੀ ਤੁਸੀਂ ਗੱਲ ਕੀਤੀ, ਸਾਡੇ ਰਾਇਲਟੀ ਜਿਹੜੀ ਮਿਲਦੀ ਸੀ, ਰਾਇਲਟੀ ਜਿਹੜੀ ਰੈਵਨਿਊ ਸੀ ਉਹ ਬਿਲਕੁਲ ਡਿਕਲਾਈਨ ਹੋ ਗਿਆ। ਜਿਹੜੇ ਪ੍ਰੋਵਿੰਸ ਦਾ ਦੇ ਕੋਲ ਵੀ ਪੈਸਾ ਹੈ ਨਹੀਂ ਸੀਗਾ, ਰਾਈਟ, ਤੇ ਪ੍ਰੋਵਿੰਸ ਵੀ ਬਾਏ ਲੋਨ ਲੈ ਲੈ ਕੇ ਡੈਟ, ਹੁਣ ਸਾਡਾ ਪ੍ਰੋਵਿੰਸ ਦੇ ਉੱਤੇ ਆਲਮੋਸਟ ਡੈਫਿਸਿਟ 10-11 ਬਿਲੀਅਨ ਆ, ਤੇ ਡੈਟ ਸਾਡਾ ਆਈ ਬਲੀਵ ਇਟਸ ਇਨ 30s or something। ਸੋ ਕਿਤੇ ਨਾ ਕਿਤੇ ਪ੍ਰੋਵਿੰਸ ਨੂੰ ਵੀ ਹੁੰਦਾ ਕਿ ਸਾਡੀ ਜਿਹੜੀ ਕ੍ਰੈਡਿਟ ਰੇਟਿੰਗ ਖਰਾਬ ਹੋ ਗਈ ਸਾਨੂੰ ਕੱਲ੍ਹ ਨੂੰ। ਸੋ ਸਿਟੀ ਦੇ ਵਿੱਚ ਉਹ ਡਿਮਾਂਡ ਕਰੀਏ ਪਹਿਲਾਂ ਤਾਂ ਕਿ ਸਾਨੂੰ ਰਿਸੋਰਸਿਸ ਸਾਡੇ ਡਿਫਰੈਂਟ ਦੇਵੋ, ਜਿੱਦਾਂ ਪਹਿਲਾਂ ਐਗਜ਼ਾਮਪਲ ਦਿੱਤੀ ਕਿ ਕਾਰ ਦੀ ਰਜਿਸਟ੍ਰੇਸ਼ਨ ਉਹ ਰੱਖ ਲਈਏ, ਉਹਦੇ ਨਾਲ ਕੀ ਹੋਊਗਾ, ਅਸੀਂ ਟੈਕਸ ਘਟਾ ਦਾਂਗੇ। ਸੈਕੰਡਲੀ ਅਸੀਂ ਫੋਕਸ ਕਰੀਏ ਕਿ ਇਕੋਨਮੀ ਨੂੰ ਕਿਸ ਤਰ੍ਹਾਂ ਸਟਰੋਂਗ ਕਰਨਾ, ਕੈਲਗਰੀ ਨੂੰ ਰੀਵਾਈਟਲਾਈਜੇਸ਼ਨ ਦੀ ਮੈਂ ਗੱਲ ਕੀਤੀ ਹੈ। ਜੇ ਸਾਡਾ ਡਾਊਨਟਾਊਨ ਰੀਵਾਈਟਲਾਈਜੇਸ਼ਨ ਹੋ ਰਿਹਾ ਵਾ, ਅਸੀਂ ਉਹ ਵੇਕੈਂਸੀ ਨੂੰ ਭਰ ਦਿੰਦੇ ਆ, ਤਾਂ ਉਹਦੇ ਤੋਂ ਰੈਵਨਿਊ ਜਿਹੜਾ ਹੋਊਗਾ ਉਹਦੇ ਨਾਲ ਜਿਹੜੇ ਪ੍ਰੋਪਰਟੀ ਟੈਕਸਿਸ ਸਬਰਬਸ ਦੇ ਵਿੱਚ ਆ ਉਹਨਾਂ ਨੂੰ ਘਟਾਇਆ ਜਾ ਸਕਦਾ ਵਾ। ਤੇ ਥਰਡ ਅਸੀਂ ਇਹ ਦੇਖੀਏ ਕਿ ਅਸੀਂ ਕਿੱਦਾਂ ਜਿਹੜੇ ਸਿਟੀ ਦੇ ਵਿੱਚ ਪ੍ਰੋਪਰਟੀ ਓਨਰਸ ਆ ਉਹਨਾਂ ਨਾਲ ਵਰਕ ਕਰ ਸਕੀਏ, ਕਿ ਕੋਈ ਪ੍ਰੋਗਰਾਮ ਡਿਫਰਲ ਦਾ ਹੋ ਸਕਦਾ, ਜਾਂ ਕੋਈ ਪ੍ਰੋਗਰਾਮ ਜਿੱਦਾਂ ਸੀਨੀਅਰਸ ਦਾ ਡਿਫਰਲ ਦਾ ਕਰ ਸਕਦੇ ਹਾਂ, ਜੇ ਕੋਈ ਲੋ ਇਨਕਮ ਆ ਉਹਦਾ ਡਿਫਰਲ ਕਰ ਸਕਦੇ ਹਾਂ, ਜਾਂ ਉਹਨੂੰ ਛੂਟ ਦੇ ਸਕਦੇ ਹਾਂ। ਇੱਦਾਂ ਦੇ ਪਲਾਨ ਡੈਫੀਨਿਟਲੀ ਕੰਮ ਕਰ ਸਕਦੇ ਹਾਂ। ਦੂਸਰੀ ਚੀਜ਼, ਜਿਵੇਂ ਜਦੋਂ ਤੁਸੀਂ ਜਿਵੇਂ ਸਿਟੀ ਲੈਂਡ ਨੂੰ ਕੰਟਰੋਲ ਕਰਦੀ ਹੈ, ਬਹੁਤ ਸਾਰੇ ਬਿਲਡਰਸ ਨੇ ਜਦੋਂ ਅਪਲਾਈ ਕਰਦੇ ਨੇ ਪਰਮਿਟ ਵਾਸਤੇ ਕਿ ਅਸੀਂ ਇੱਥੇ ਕਲੋਨੀ ਬਣਾਉਣੀ ਆ ਜਾਂ ਇੱਥੇ ਅਸੀਂ ਘਰ ਬਣਾਉਣੇ ਆ, ਕਿ ਸਿਟੀ ਕੋਲੇ ਇਹ ਪਾਵਰ ਨਹੀਂ ਹੈਗੀ ਕਿ ਉਹ ਉਹਨਾਂ ਨੂੰ ਕਹਿ ਸਕਣ ਕਿ ਠੀਕ ਹੈ, ਜੇ 10 ਬਿਲਡਰ ਹੈਗੇ ਨੇ, ਕੋਈ ਜ਼ਮੀਨ ਅਲਾਟ ਤੁਸੀਂ ਕਰ ਰਹੇ ਆ, ਤੇ ਉਹਨਾਂ ਨੂੰ ਕਿਹਾ ਜਾਵੇ ਕਿ ਪਹਿਲਾਂ ਜੀ ਅਸੀਂ ਸਿਟੀ ਨੇ ਸਕੂਲ ਤਾਂ ਜਿਹੜਾ ਉੱਥੇ ਪਹਿਲਾਂ ਜਗ੍ਹਾ ਛੱਡੀ ਜਾਵੇ ਬਕਾਇਦਾ, ਤੇ ਉਸ ਤੇ ਜਿਹੜਾ ਕੰਮ ਕਰਨ ਵਾਸਤੇ ਬਾਕੀ ਬਿਲਡਰਸ ਦੇ ਨਾਲ ਰਲ ਕੇ ਸਿਟੀ ਨੂੰ ਚਾਹੀਦਾ ਹੈ ਕਿ ਉੱਥੇ ਪਹਿਲਾਂ ਜਿਹੜਾ ਬਾਕੀ ਸਹੂਲਤਾਂ, ਹੁਣ ਹਸਪੀਟਲ ਦੀ ਸਹੂਲਤ ਸਾਡੇ ਵਾਸਤੇ ਬਹੁਤ ਜ਼ਰੂਰੀ ਆ। ਜਿਹੜਾ ਹਸਪੀਟਲ ਸਾਡੇ ਕੋਲੇ, ਸਾਨੂੰ ਦੇਖ ਲਓ ਕਿੰਨੀ ਦੂਰ ਜਾਣਾ ਪੈਂਦਾ ਆ, ਛੋਟੇ ਜਿਹੇ ਬੱਚੇ ਦੇ ਸੱਟ ਲੱਗ ਜੇ ਸਾਨੂੰ ਪਹਿਲਾਂ ਜਾਂ ਤਾਂ ਸਾਨੂੰ ਐਂਬੂਲੈਂਸ ਕਾਲ ਕਰਨੀ ਪੈਂਦੀ ਹੈ, ਜਿਹੜਾ ਕਿ ਸਿਸਟਮ ਉਹ ਵੀ ਹੁਣ ਚੇਂਜ ਹੋ ਚੁੱਕਾ, ਕਾਲ ਕਰਦੇ ਆ ਤੁਹਾਨੂੰ ਵੇਟ ਕਰਨੀ ਪੈਂਦੀ ਆ। ਇਹ ਬਹੁਤ ਸਾਰੀਆਂ ਛੋਟੀਆਂ ਪ੍ਰੋਬਲਮਸ ਇਕੱਠੀਆਂ ਹੋ ਕੇ ਸਾਡੇ ਨਾਰਥ ਈਸਟ ਦੇ ਕਹਿ ਲਓ ਇਹ ਵੱਡੇ ਮਸਲੇ ਬਣ ਚੱਲੇ ਨੇ ਹੁਣ। ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਅਗੇਨ ਹੈਲਥ ਕੇਅਰ, ਐਜੂਕੇਸ਼ਨ, ਅਗੇਨ ਪ੍ਰੀਵੈਂਸ਼ਨ ਮੈਟਰਸ ਨੇ, ਪਰ ਜਿਹੜਾ ਮਿਊਨਿਸਪਲ ਡਿਵੈਲਪਮੈਂਟ ਪਲਾਨ ਆ ਉਹਦੇ ਤੇ ਕੰਮ ਕੀਤਾ ਜਾ ਸਕਦਾ। ਪਰ ਤੁਸੀਂ ਜਿਹੜੇ ਸਾਡੇ ਬਿਲਡਰਸ ਨੇ, ਡਿਵੈਲਪਰਸ ਨੇ, ਉਹ ਸਾਡੇ ਸਟੇਕ ਹੋਲਡਰਸ ਨੇ, ਅਸੀਂ ਉਹਨਾਂ ਨਾਲ ਕੰਮ ਕਰਨਾ ਸਿਟੀ ਨੇ, ਤੇ ਉਹਨਾਂ ਨੂੰ ਜੇ ਅਸੀਂ, ਮੇਰਾ ਇਹ ਮੰਨਣਾ ਵਾ, ਤੁਸੀਂ ਉਹਨਾਂ ਨਾਲ ਕੋਲੈਬੋਰੇਸ਼ਨ ਅਗੇ ਉਹਨਾਂ ਨਾਲ ਡਾਇਲੋਗ ਕਰ ਸਕਦੇ ਹੋ। ਪਰ ਜਦੋਂ ਸਾਨੂੰ ਪ੍ਰੋਵਿੰਸ਼ੀਅਲ ਪਲਾਨ ਦਾ ਪਤਾ ਨਹੀਂ, ਤੇ ਅਸੀਂ ਉਹਨਾਂ ਨੂੰ ਫੋਰਸ ਨਹੀਂ ਕਰ ਸਕਦੇ ਕਿ ਭਾਈ ਤੁਸੀਂ ਆਹ ਲੈਂਡ ਛੱਡੋ ਤੁਸੀਂ, ਕਿਉਂਕਿ ਉਹ ਲੈਂਡ ਵੀ ਕੱਲ੍ਹ ਨੂੰ ਆਈਸੋਰ ਬਣ ਜੂ ਜੇ ਉੱਥੇ ਕੁਝ ਹੋਇਆ ਹੀ ਨਹੀਂ। ਫਿਰ ਸਾਡੇ ਜਿਹੜੇ ਰੈਜ਼ੀਡੈਂਟਸ ਆ ਉਹ ਕੰਪਲੇਨ ਕਰਨਗੇ ਜੀ ਇੱਥੇ ਬੂਟੀ ਉੱਗਦੀ ਹੈ, ਇੱਥੇ ਆਹ ਹੋ ਰਿਹਾ, ਇੱਥੇ ਮੱਛਰ ਨੇ, ਰਾਈਟ। ਸੋ ਉਹ ਜਦੋਂ ਤੱਕ ਸਾਨੂੰ ਪਲਾਨਸ ਨਹੀਂ ਪਤਾ ਉਹਨਾਂ ਦੇ, ਤੁਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਕਿ ਤੁਸੀਂ ਆਹ ਕਰੋ। ਗ੍ਰੀਨ ਸਪੇਸਿਸ, you can work with the developers and builders and say, okay, we need this green space, we need that। ਪਰ ਜਿਹੜੀਆਂ ਮੈਟਰਸ ਤੁਹਾਡੀ ਜੁਰਿਸਡਿਕਸ਼ਨ ਨਹੀਂ, ਉਹਦੇ ਬਾਰੇ ਇਨਵਿਜ਼ਨ ਕਰ ਸਕਦੇ ਹਾਂ, ਪਰ ਉਹਦੇ ਬਾਰੇ ਪਲਾਨ ਬਣਾਉਣਾ ਔਖਾ ਵਾ। ਪਰ ਅਗੇਨ ਉਹੀ ਗੱਲ ਆ ਕਿ ਜੇ ਤੁਸੀਂ ਪ੍ਰੋਐਕਟਿਵਲੀ ਆਪਣੇ ਕਾਊਂਟਰ ਪਾਰਟਸ ਨਾਲ ਕੰਮ ਕਰ ਰਹੇ ਹੋ, ਤਾਂ ਕਿਤੇ ਨਾ ਕਿਤੇ ਤੁਸੀਂ ਐਡਵੋਕੇਟ ਕਰੀ ਜਾਵੋ, ਤਾਂ ਤੁਹਾਨੂੰ ਉਹ ਵਿਜ਼ਨ ਮਿਲ ਜਾਂਦੀ ਹੈ ਕਿ ਮੇਬੀ ਨੈਕਸਟ 5 years ਸਕੂਲ ਆ ਰਿਹਾ, ਜਾਂ ਨੈਕਸਟ 10 years ਇੱਥੇ ਹਸਪੀਟਲ ਆ ਰਿਹਾ। ਸੋ ਤੁਸੀਂ ਪ੍ਰੋਐਕਟਿਵਲੀ ਪਲਾਨ ਕਰ ਸਕਦੇ ਹੋ। ਨਾਰਥ ਈਸਟ ਦੇ ਵਿੱਚ ਨੈਚੁਰਲ ਡਿਜ਼ਾਸਟਰ ਦੀ ਗੱਲ ਕਰੀਏ ਤਾਂ ਹੇਲ ਡੈਮਸ ਬਹੁਤ ਹੁੰਦੇ ਨੇ, ਖਾਸ ਕਰਕੇ ਪਹਿਲਾਂ 4 ਸਾਲ ਪਹਿਲਾਂ ਹੋਏ, ਫਿਰ ਹੁਣ ਦੁਬਾਰਾ ਫਿਰ ਰੀਸੈਂਟਲੀ ਵੀ ਹੋ ਕੇ ਹਟੇ ਆ, ਤੇ ਲੋਕਾਂ ਨੂੰ ਇੰਸ਼ੋਰੈਂਸ ਬਹੁਤ ਜ਼ਿਆਦਾ ਕਾਸਟ ਕਰ ਰਹੀ ਹੈ। ਜਿਨ੍ਹਾਂ ਕੋਲੇ ਇੰਸ਼ੋਰੈਂਸ ਸੀਗੀ ਉਹਨਾਂ ਨੇ ਤਾਂ ਖੈਰ ਰਿਪੇਅਰ ਕਰਵਾ ਲਏ, ਜਿਨ੍ਹਾਂ ਕੋਲੇ ਨਹੀਂ ਸੀ ਉਹਨਾਂ ਵਾਸਤੇ ਇਹ ਬਿਗ ਅਮਾਊਂਟ ਮਨੀ ਹੈ ਜਿਹੜੀ ਉਹ ਉਹਨਾਂ ਨੂੰ ਖਰਚ ਕਰਨੀ ਪਵੇਗੀ ਘਰ ਦੇ ਉੱਪਰ। ਕੀ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਅਸੀਂ ਸਿਟੀ ਤੋਂ ਉਮੀਦ ਰੱਖ ਸਕਦੇ ਹਾਂ, ਕੋਈ ਬਿਲਡਿੰਗ ਹੀ ਕੋਡ ਇਹੋ ਜਿਹਾ ਇਸ਼ੂ ਕੀਤਾ ਜਾਵੇ ਕਿ ਨਾਰਥ ਈਸਟ ਦੇ ਵਿੱਚ ਹੀਲ ਡੈਮਸ ਜ਼ਿਆਦਾ ਹੁੰਦੇ ਆ, ਤੇ ਇੱਥੇ ਘਰਾਂ ਦੀਆਂ ਛੱਤਾਂ ਵਾਸਤੇ ਜਾਂ ਜਿਹੜੀ ਬਾਹਰਲੀ ਸਾਈਡਿੰਗ ਆ ਉਹਨੂੰ ਪਰਮਾਨੈਂਟ ਤੁਸੀਂ ਸਟੱਕੋ ਕਰਵਾਓ, ਜਾਂ ਇਹੋ ਜਿਹੀਆਂ ਚੇਂਜਸ ਹੋ ਸਕਦੀਆਂ ਤਾਂ ਕਿ ਜਿਹੜੇ ਹੋਮ ਓਨਰਸ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ? ਦੇਖੋ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਨਾਰਥ ਈਸਟ ਖਾਸ ਕਰ ਜਿਹੜੀ ਉਹ ਬੈਡ ਵੈਦਰ ਐਲੀ ਮੈਂ ਉਹਨੂੰ ਕਹਿੰਦਾ ਹੁੰਦਾ, ਉਹਦੇ ਵਿੱਚ ਫਾਲ ਕਰਦੇ ਆ, ਸਨਬਰੀ ਹੋਲਸ ਤੋਂ ਇੱਧਰ ਨੋਇਰ ਟਰੀ ਤੋਂ ਆਉਂਦੀ ਆ, ਤੇ ਡੈਮੇਜ ਇੱਧਰ ਹੁੰਦਾ। ਤੇ ਲਾਸਟ ਈਅਰ ਇਟ ਵਾਸ ਅਨਫੋਰਚੂਨੇਟ ਕਿ ਇਟ ਟੁਕ ਕਾਉਂਸਲ 4 months ਉੱਥੇ ਆਉਣ ਨੂੰ ਟਾਈਮ ਲੱਗਿਆ ਉਹਨਾਂ ਨੂੰ, ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਪਲਾਨ ਵੀ ਦਿੱਤਾ ਉਹ ਜਿਹੜਾ $3000 ਆਈ ਬਲੀਵ ਰਿਲੀਜ਼ ਸੀਗਾ, ਉਹ ਇੰਨਾ ਹੀ ਲੇਟ ਆਇਆ ਕਿ ਕਈਆਂ ਨੇ ਛੱਤਾਂ ਬਦਲਾ ਲਈਆਂ ਸੀਗੀਆਂ। ਸੋ ਦੇਖੋ, ਜਿਹੜਾ ਹੋਮ ਓਨਰ ਆ, ਜੇ ਮੈਂ ਹੋਮ ਓਨਰ ਆ, ਕੋਈ ਵੀ ਹੋਮ ਓਨਰ ਆ, ਉਹਨੇ ਜਦੋਂ ਘਰ ਲੈਣਾ ਨਾ, ਉਹਦਾ ਇੱਕ ਪ੍ਰੈਸ਼ੀਅਸ ਜਿਹਨੂੰ ਕਹਿ ਸਕਦੇ ਆ ਉਹਦੀ ਚੀਜ਼ ਆ, ਉਹਨੇ ਉਹਨੂੰ ਕਿੱਦਾਂ ਸਜਾਉਣਾ, ਉਹਨੇ ਉਹਨੂੰ ਕਿੱਦਾਂ ਬਣਾਉਣਾ, ਉਹਨੇ ਉਹਦੇ ਵਿੱਚ ਕੀ ਰੱਖਣਾ, ਕਿੱਦਾਂ ਉਹਦੇ ਸੇਫ, ਕਿੱਦਾਂ ਉਹਦੇ 'ਚ ਗੁੱਡ ਫੀਲ ਕਰਨਾ, ਤੁਸੀਂ ਉਹਨੂੰ ਫੋਰਸ ਨਹੀਂ ਕਰ ਸਕਦੇ ਬਾਏ
ਬਾਏ ਜਿਹਨੂੰ ਕਹਿ ਸਕਦੇ ਹਾਂ ਲੈਜਿਸਲੇਸ਼ਨ ਔਰ ਸਮਥਿੰਗ, ਕਿਉਂਕਿ ਹੋ ਗਿਆ। ਹਾਂਜੀ, ਇਹ ਗੱਲ ਜ਼ਰੂਰ ਕਰ ਸਕਦੇ ਹੋ ਕਿ ਤੁਸੀਂ ਬਿਲਡਰਸ ਦੇ ਨਾਲ ਜਾਂ ਜੋ ਵੀ ਸਾਡੇ ਸਟੇਕ ਹੋਲਡਰਸ ਹੈਗੇ ਆ ਜਾਂ ਸ਼ੇਅਰ ਸਟੇਕ ਹੋਲਡਰਸ ਹੈਗੇ ਉਹਨਾਂ ਨਾਲ ਰਿਵਿਊ ਕਰ ਸਕਦੇ ਹੋ ਕਿ ਕਿਹੜੇ ਬਾਇਲਾਜ਼ ਦੇ ਵਿੱਚ ਕਿੱਦਾਂ ਦੀ ਚੇਂਜ ਲਿਆ ਸਕਦੇ ਹਾਂ ਆਪਾਂ, ਈਵਨ ਕਮਿਊਨਿਟੀ ਨੂੰ ਇੰਗੇਜ ਕਰਕੇ ਕਿ ਕੁਝ ਮਟੀਰੀਅਲ ਜਿਹੜਾ ਯੂਜ਼ ਕੀਤਾ ਜਾਂਦਾ ਉਹ ਮਟੀਰੀਅਲ ਇਹ ਜਿਹੜਾ ਵੈਦਰ ਰੈਜ਼ਿਸਟੈਂਟ ਹੋਵੇ ਕਿਸੇ ਹੱਦ ਤੱਕ। ਕੋਈ ਨਾ ਕੋਈ ਬਿਲਡਿੰਗ ਕੋਡ ਤਾਂ ਹੋਣਾ ਚਾਹੀਦਾ ਬਿਲਕੁਲ, ਹਾਂਜੀ, ਕਿ ਫਿਊਚਰ ਸਿਕਿਉਰ, ਕਿਉਂਕਿ ਜੇ ਦੇਖਿਆ ਜਾਵੇ, ਸੌਰੀ ਤੁਹਾਡੀ ਗੱਲ ਵਿਚਾਲੇ ਆ, ਜੇ ਦੇਖਿਆ ਜਾਵੇ ਤਾਂ ਪਿਛਲੇ ਹੇਲ ਸਟਾਰਮ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ। ਹਾਂਜੀ, ਤੇ ਉਹ ਨੁਕਸਾਨ ਕਹਿ ਲਓ, ਜੇ ਉਸ ਨੁਕਸਾਨ ਨੂੰ ਆਪਾਂ ਦੁਬਾਰਾ ਰੋਕਣਾ ਤਾਂ ਮੈਨੂੰ ਲੱਗਦਾ ਉਹ ਇੰਨਾ ਔਖਾ ਨਹੀਂਗਾ ਰੋਕਣਾ, ਕਿਉਂਕਿ ਅਸੀਂ ਇਸ ਨੈਚੁਰਲ ਡਿਜ਼ਾਸਟਰ ਨੂੰ ਨਹੀਂ ਰੋਕ ਸਕਦੇ, ਪਰ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਪਰ ਹੋਮ ਓਨਰ ਜਦੋਂ ਘਰ ਖਰੀਦਦੇ ਨੇ ਉਦੋਂ ਤਾਂ ਉਹ ਇਸ ਚੀਜ਼ ਦਾ ਖਿਆਲ ਰੱਖਣਗੇ ਕਿ ਅਸੀਂ ਅੰਦਰੋਂ ਕਿਵੇਂ ਸਜਾਉਣਾ। ਜਿਹੜੀ ਬਾਹਰਲੀ ਚੀਜ਼ ਆ, ਜਿਵੇਂ ਹੁਣ ਤੁਸੀਂ ਨਾਰਥ ਵੈਸਟ ਵਿੱਚ ਚਲੇ ਜਾਓ, ਕੁਝ ਏਰੀਆ ਇਹੋ ਜਿਹੇ ਹੈਗੇ ਨੇ ਜਿੱਥੇ ਸਾਰੇ ਘਰ ਸਟਰਕ ਨੇ, ਉਹ ਬਿਲਡਿੰਗ ਕੋਡ ਉਹਨਾਂ ਦਾ ਇਹੋ ਜਿਹਾ ਇੱਥੇ ਵਾਈਨਲ ਲੱਗ ਹੀ ਨਹੀਂ ਸਕਦੀ, ਉਹਨਾਂ ਨੇ ਬਿਲਡਰਸ ਨੇ ਬਣਾਈ ਇਸ ਤਰ੍ਹਾਂ। ਕਿਉਂ ਨਹੀਂ ਸਿਟੀ ਵੀ ਇਸ ਤਰ੍ਹਾਂ ਕੋਈ ਪਲਾਨ ਬਣਾਉਂਦੇ ਕਿ ਫਿਊਚਰ ਦੇ ਵਿੱਚ ਕੋਈ ਬਿਲਡਿੰਗ ਕੋਡ ਹੈ ਜਾਂ ਸੈੱਟ ਕੀਤਾ ਜਾਵੇ ਬਿਲਡਰਸ ਦੇ ਵਾਸਤੇ, ਕਿ ਜੇ ਤੁਸੀਂ ਇਸ ਏਰੀਆ ਦੇ ਵਿੱਚ ਅਸੀਂ ਤੁਹਾਨੂੰ ਜ਼ਮੀਨ ਅਲਾਟ ਕਰਦੇ ਹਾਂ ਕਿ ਤੁਸੀਂ ਘਰ ਬਣਾ ਸਕਦੇ ਆ, ਤਾਂ ਸਾਡੇ ਵੱਲੋਂ ਤੁਹਾਨੂੰ ਆਹ ਚੀਜ਼ਾਂ ਪੂਰੀਆਂ ਕਰਨੀਆਂ ਪੈਣਗੀਆਂ, ਕਿਉਂਕਿ ਇਹ ਏਰੀਆ ਜਿਹੜਾ ਇਹ ਗੜਿਆਂ ਦੀ ਮਾਰ ਦੇ ਥੱਲੇ, ਹੀਲਸ ਦੇ ਥੱਲੇ ਆਉਂਦਾ। ਹਾਂਜੀ, ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਆ। ਮੇਰੇ ਆਪਣੇ ਮਤਲਬ ਮੈਂ ਦੇਖਿਆ ਆਪਣੀ ਅੱਖਾਂ ਨਾਲ ਫਰਸਟ ਹੈਂਡ ਐਕਸਪੀਰੀਅੰਸ ਆ, ਜਿਹੜੀਆਂ ਸਾਈਡਿੰਗ ਟੁੱਟੀਆਂ, ਸ਼ੀਸ਼ੇ ਵਿੰਡੋਜ਼ ਟੁੱਟੇ, ਲੋਕਾਂ ਦੇ ਇੱਥੋਂ ਤੱਕ ਕਿ ਸਾਡੇ ਰੈਜ਼ੀਡੈਂਟਸ ਦੀਆਂ ਕਾਰਾਂ ਡੈਮੇਜ ਹੋ ਗਈਆਂ, ਮੇਰੇ ਆਪਣੇ ਰਿਸ਼ਤੇਦਾਰਾਂ ਦੇ, ਮੇਰੇ ਆਪਣੇ ਘਰ ਨੇ ਰਾਈਟ ਜਿੱਥੇ ਡੈਮੇਜ ਹੋਏ ਨੇ। ਸੋ ਬਟ ਤੁਹਾਡੀ ਗੱਲ ਬਿਲਕੁਲ ਸਹੀ ਹੈ, ਜੇ ਮੈਂ ਕਾਉਂਸਲਰ ਬਣਨਾ ਦਿਸ ਵਿਲ ਬੀ ਅ ਪ੍ਰਾਇੋਰਟੀ ਟੂ ਸਿਟ ਡਾਊਨ ਵਿਦ ਆਲ ਦ ਸਟੇਕ ਹੋਲਡਰਸ ਐਂਡ ਰਿਵਿਊ ਅਸੀਂ ਮਿਨੀਮਮ ਕੀ ਕਰ ਸਕਦੇ ਹਾਂ, ਕਿ ਮਿਨੀਮਮ ਇੰਨਾ ਤਾਂ ਹੋਣਾ ਚਾਹੀਦਾ ਵਾ ਤਾਂ ਜੋ ਅਸੀਂ ਜਿਹੜੇ ਫਿਊਚਰ ਡਿਜ਼ਾਸਟਰਸ ਆ ਉਹਨਾਂ ਤੋਂ ਪ੍ਰੋਐਕਟਿਵਲੀ ਬਚ ਸਕੀਏ। ਬਾਕੀ ਇਹਦੇ ਵਿੱਚ ਹੋਰ ਵੀ ਇੰਟਰਸਟਿੰਗ ਹੋਊਗਾ ਕਿ ਕਾਉਂਸਲਰ ਨੂੰ ਦਾ ਇਹ ਵੀ ਹੈ ਜੌਬ ਕਿ ਰਿਸਰਚ ਕਰੇ ਕਿ ਹੋਰ ਜੂਰਿਸਡਿਕਸ਼ਨ ਦੇ ਵਿੱਚ ਕਿਹੜੀਆਂ ਚੇਂਜਸ ਲੈਂਦੀਆਂ ਗਈਆਂ ਜਿਹਨੇ ਇੱਦਾਂ ਦੇ ਚੀਜ਼ਾਂ ਨੂੰ ਮਤਲਬ ਕਹਿ ਸਕਦੇ ਹਾਂ ਕਿ ਉਹ ਪ੍ਰੋਟੈਕਟ ਕੀਤਾ ਵੀ ਕੱਲ੍ਹ ਨੂੰ ਜੇ ਡੈਮੇਜ ਹੋਵੇ। ਡੈਫੀਨਿਟਲੀ ਮੈਂ ਉੱਤੇ ਵਰਕ ਕਰੂੰਗਾ ਜੀ, ਇਹ ਪ੍ਰਾਇੋਰਟੀ ਹੋਊਗੀ ਮੇਰੀ ਜੀ। ਤੇ ਅਸੀਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਜੀ, ਤੁਸੀਂ ਉਮੀਦਵਾਰ ਹੋ ਇਸ ਵਕਤ ਕਾਉਂਸਲਰ ਦੇ ਵਾਸਤੇ, ਤੇ ਅਸੀਂ ਇਹ ਵੀ ਚਾਹਾਂਗੇ ਕਿ ਤੁਸੀਂ ਅਖੀਰ ਦੇ ਵਿੱਚ ਆਪਣੇ ਵੋਟਰਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ, ਕਿਉਂ ਤੁਹਾਨੂੰ ਵੋਟ ਪਾਉਣ, ਕੀ ਕਾਰਨ ਕਿ ਤੁਸੀਂ ਉਹਨਾਂ ਵਾਸਤੇ ਵਧੀਆ ਕਾਉਂਸਲਰ ਸਾਬਤ ਹੋਵੋਗੇ। ਆਪਣਾ ਮੈਸੇਜ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਦੱਸੋ। ਨਹੀਂ ਜੀ, ਦੇਖੋ ਪਹਿਲਾਂ ਤਾਂ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਟਾਈਮ ਦਿੱਤਾ ਆਪਣੇ ਸਰੋਤਿਆਂ ਦੇ ਰੂਬਰੂ ਹੋਣ ਦਾ, ਤੇ ਫਿਰ ਸਰੋਤਿਆਂ ਦਾ ਧੰਨਵਾਦ ਜਿਹੜੇ ਵੀਡੀਓ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਮੈਨੂੰ। ਤੇ ਦੇਖੋ ਪਹਿਲੀ ਗੱਲ ਮੈਂ ਇਹ ਕਹਿਣਾ ਕਿ ਵੋਟ ਕਿਸੇ ਨੂੰ ਵੀ ਪਾਓ, ਪਰ ਵੋਟ ਜ਼ਰੂਰ ਪਾਓ। ਵੋਟ ਤੁਹਾਡਾ ਹੱਕ ਆ, ਜਿਹੜਾ ਹੱਕ ਸਾਡੇ ਜਿਹੜੇ ਪਹਿਲਾਂ ਇੱਥੇ ਪਾਇਨੀਅਰਸ ਆਏ ਉਹਨਾਂ ਨੇ ਲੜ ਕੇ ਲਿਆ, ਚਾਹੇ ਉਹ ਸਾਡੇ ਗਦਰੀ ਬਾਬੇ ਸੀ ਜਿਨ੍ਹਾਂ ਨੂੰ ਇੱਥੇ ਆਉਣ ਨਹੀਂ ਦਿੱਤਾ ਗਿਆ, ਸਾਨੂੰ 1947 ਦੇ ਵਿੱਚ ਇਹ ਹੱਕ ਇੱਥੇ ਮਿਲਿਆ। ਸੋ ਪਲੀਜ਼ ਵੋਟ ਜ਼ਰੂਰ ਪਾਓ, ਕਿਉਂਕਿ ਜੇ ਅਸੀਂ ਵੋਟ ਨਹੀਂ ਪਾਉਂਦੇ ਅਸੀਂ ਆਪਣੀ ਜਨਰੇਸ਼ਨ ਜਿਹੜੀਆਂ ਅਗਲੀਆਂ ਜਨਰੇਸ਼ਨਸ ਆ ਉਹਨਾਂ ਨਾਲ ਜਸਟਿਸ ਨਹੀਂ ਕਰ ਰਹੇ। ਕਿਉਂਕਿ ਵੋਟ ਪਾ ਕੇ ਤੁਸੀਂ ਉਹ ਨੁਮਾਇੰਦਾ ਚੁਣਨਾ ਜਿਹੜਾ ਤੁਸੀਂ ਸੋਚਦੇ ਹੋ ਕਿ ਸਹੀ ਕੰਮ ਕਰੂ ਤਾਂ ਜੋ ਸਾਡੇ ਬੱਚਿਆਂ ਦਾ ਭਵਿੱਖ ਬਣ ਸਕੇ। ਜੇ ਵੋਟ ਨਹੀਂ ਪਾਉਂਦੇ ਅਸੀਂ ਆਈ ਥਿੰਕ ਬੱਚਿਆਂ ਨਾਲ ਜਸਟਿਸ ਨਹੀਂ ਕਰਦੇ। ਦੂਸਰੀ ਗੱਲ, ਮੈਨੂੰ ਕਿਉਂ ਵੋਟ ਪਾਓ ਇਹ ਤੁਸੀਂ ਆਪ ਇਵੈਲੂਏਟ ਕਰਨਾ। ਮੈਂ ਜਿੱਦਾਂ ਕਿਹਾ ਕਿ ਮੈਂ ਇਸ ਕਮਿਊਨਿਟੀ ਦੇ ਵਿੱਚ ਪਲਿਆ ਵਾਂ, ਇਸ ਕਮਿਊਨਿਟੀ ਦੀ ਗੋਦ 'ਚ ਖੇਡਿਆ ਵਾਂ, ਇਸ ਕਮਿਊਨਿਟੀ ਦੇ ਵਿੱਚ ਸ਼ੁਰੂ ਤੋਂ ਰਿਹਾ ਵਾਂ। ਗੁਰਦੁਆਰਾ ਸਾਹਿਬ ਮੱਥਾ ਟੇਕਿਆ ਹੀ ਆ, ਜਦੋਂ ਸੈਡਲ ਦੇ ਜਟੈਰਾ ਡੇ ਨੂੰ ਹੁੰਦਾ ਲਾਈਟਾਂ ਤੇ ਆ ਕੇ ਉਹ ਸੜਕ ਬੰਦ ਹੋ ਜਾਂਦੀ ਸੀ, ਉਦੋਂ ਦਾ ਮੈਂ ਇਸ ਕਮਿਊਨਿਟੀ ਵਿੱਚ ਰਹਿ ਰਿਹਾ ਰਾਈਟ। ਫਿਰ ਮੈਂ ਇਸ ਕਮਿਊਨਿਟੀ ਦੇ ਵਿੱਚ ਵਿਚਰਿਆ ਵਾਂ, ਸਾਡੇ ਚਾਹੇ ਸੀਨੀਅਰਸ ਹੋਣ, ਚਾਹੇ ਸਾਡੇ ਬੱਚੇ ਹੋਣ, ਸਾਡੀਆਂ ਮਾਵਾਂ ਭੈਣਾਂ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਉਹਨਾਂ ਦੇ ਮੈਂ ਸਮਝਦਾ ਇਸ਼ੂਜ਼ ਕੀ ਨੇ, ਚੈਲੰਜਸ ਕੀ ਨੇ, ਉਹਨਾਂ ਦੇ ਦੁੱਖਾਂ ਸੁੱਖਾਂ ਵਿੱਚ ਖੜੇ ਆ। 99 ਦੇ ਵਿੱਚ ਜਦੋਂ ਅਸੀਂ ਸਿੱਖ ਕਮਿਊਨਿਟੀ ਨੇ ਇੱਥੇ ਪਹਿਲਾ ਨਗਰ ਕੀਰਤਨ ਕੱਢਿਆ, ਉਦੋਂ ਵਲੰਟੀਅਰ ਕੀਤਾ ਦਸ਼ਮੇਸ਼ ਮਿਸ਼ਨ ਦੇ ਨਾਲ, ਉਦੋਂ ਸਾਰਾ ਸਾਡਾ ਜਿਹੜਾ ਯੂਥ ਸੀਗਾ ਉਹਨੇ ਕੀਤਾ। ਫਿਰ ਉਸ ਤੋਂ ਬਾਅਦ ਕੋਈ ਵੀ ਕਮਿਊਨਿਟੀ ਦਾ ਇਵੈਂਟ ਹੋਇਆ ਸੀਗਾ, ਚਾਹੇ ਕਮਿਊਨਿਟੀ ਐਟ ਲਾਰਜ, ਉਹਦੇ 'ਚ ਪਾਰਟੀਸਪੇਟ ਕਰਦਾ। ਸੋ ਮੈਂ ਸਮਝਦਾ ਵਾਂ, ਆਈ ਗੋਟ ਦ ਪਲਸ ਆਫ ਦਿਸ ਕਮਿਊਨਿਟੀ being one of them। ਮੈਨੂੰ ਪਤਾ ਸਾਡੀਆਂ ਨੀਡਸ ਕੀ ਆ। ਤੇ ਸੈਕੰਡਲੀ ਆਇਲ ਐਂਡ ਗੈਸ ਇੰਡਸਟਰੀ ਦੇ ਵਿੱਚ ਮੈਂ ਕੰਮ ਕੀਤਾ, ਉੱਥੇ ਮੈਨੂੰ ਵਾਸਟ ਐਕਸਪੀਰੀਅੰਸ ਮਿਲਿਆ ਵੀ ਮੈਂ ਪ੍ਰੋਜੈਕਟਸ ਡਿਵਰਸ ਪ੍ਰੋਜੈਕਟਸ 'ਤੇ ਕੰਮ ਕਰਨ ਦੇ ਵਿੱਚ ਮੈਂ ਓਵਰ $2 billion ਦੇ ਪ੍ਰੋਜੈਕਟ ਹੈਂਡਲ ਕੀਤੇ ਨੇ, ਔਨ ਟਾਈਮ ਡਿਲੀਵਰ ਕੀਤੇ ਨੇ, ਔਨ ਕਾਸਟ ਕੀਤੇ ਨੇ, ਤੇ ਟੂ ਦ ਸੈਟਿਸਫੈਕਸ਼ਨ ਆਫ ਮਾਈ ਸਟੇਕ ਹੋਲਡਰਸ। ਤੇ ਜਦੋਂ ਮੈਂ ਜਾਣਾ ਉਹ ਜਿਹੜੀ ਫਿਸਕਲ ਮੈਨੇਜਮੈਂਟ ਆ ਉਹ ਕਾਉਂਸਲ ਦੇ ਵਿੱਚ ਲੈ ਕੇ ਜਾਣਾ, ਉਹ ਐਟੀਟਿਊਡ ਮੇਰਾ ਉੱਥੇ ਮੇਕ ਸ਼ੋਰ ਕਰੂਗਾ ਕਿ ਸਾਡੇ ਜਿਹੜੇ ਪੈਸੇ ਅਸੀਂ ਖਰਚ ਕਰਦੇ ਹਾਂ ਸਾਡੇ ਟੈਕਸ ਪੇਅਰਸ ਦੇ, ਮੈਂ ਤਾਂ ਉਹਨਾਂ ਨੂੰ ਇਨਵੈਸਟਰ ਹੀ ਕਹਿੰਦਾ ਵਾਂ, ਉਹ ਸਹੀ ਤਰੀਕੇ ਨਾਲ ਕੀਤੇ ਜਾਣ ਜਿੱਥੇ ਰਿਟਰਨ ਹੋਵੇ। ਤੇ ਉਸ ਤੋਂ ਬਾਅਦ ਮੇਰਾ ਇਹੀ ਹੁੰਦਾ ਵਾ ਕਿ ਪਰਖਣਾ ਤੁਸੀਂ ਆ,
ਤੇ ਬਾਕੀ ਮੇਰਾ ਇਹੀ ਆ ਕਿ ਮੈਂ ਲੋਕਾਂ ਦੀ ਆਵਾਜ਼ ਬਣਨਾ ਚਾਹੁੰਦਾ ਵਾਂ ਤੇ ਮੈਂ ਚਾਹੁੰਦਾ ਕਿ ਮੈਂ ਉੱਥੇ ਜਾ ਕੇ ਕੋਈ ਵੈਸਟਡ ਇੰਟਰਸਟ ਨੂੰ ਰੈਪਰੈਜ਼ੈਂਟ ਨਾ ਕਰਾਂ ਓਨੈਸਟਲੀ ਜੀ ਮੈਂ ਲੋਕਾਂ ਦੀ ਆਵਾਜ਼ ਹੀ ਬੋਲਾਂ ਲੋਕਾਂ ਲਈ ਲੜਾਂ ਤੇ ਲੋਕਾਂ ਜੋ ਸਾਡੇ ਰੈਜ਼ੀਡੈਂਟਸ ਦੇ ਮੁੱਦੇ ਆ ਉਹਨਾਂ ਨੂੰ ਉੱਥੇ ਉਭਾਰਾਂ ਜੀ ਤੇ ਮੇਰੇ ਕੋਲ ਆਈ ਥਿੰਕ ਐਕਸਪੀਰੀਅੰਸ ਵੀ ਹੈਗਾ ਤੇ ਮੇਰੇ ਕੋਲ ਜਿਹਨੂੰ ਕਹਿ ਸਕਦੇ ਆ ਬਾਕੀ ਆਈ ਥਿੰਕ ਲਿੰਗੁਅਲੀ ਵੀ ਦੋਨੋਂ ਲੈਂਗੁਏਜਸ ਮੈਨੂੰ ਐਡਵਾਂਟੇਜ ਹੈਗੀ ਹੈ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹੁੰਦਾ ਐਟ ਦੀ ਐਂਡ ਮੈਂ ਇਹੀ ਕਹੂੰਗਾ ਕਿ ਜਿਹੜੀ ਬੋਰਡ ਫਾਈਟ ਦੀ ਪੋਲਿਟਿਕਸ ਆ ਜਾਂ ਕੁਝ ਵੀ ਆ ਉਹ ਟੱਚ ਐਂਡ ਫੀਲ ਦੀ ਆ ਫਿਜ਼ੀਕਲ ਨਹੀਂ ਤੁਸੀਂ ਟੱਚ ਕਰਨਾ ਉਹਨਾਂ ਦੇ ਹਾਰਟ ਨੂੰ ਤੇ ਫੀਲ ਕਰਨਾ ਉਹਨਾਂ ਦੇ ਇਮੋਸ਼ਨਸ ਨੂੰ ਤੁਸੀਂ ਤਾਂ ਹੀ ਕਰ ਸਕਦੇ ਹੋ ਜੇ ਤੁਹਾਨੂੰ ਪੰਜਾਬੀ ਆਉਂਦੀ ਆ ਐਂਡ ਯੂ ਆਰ ਫਲੂਐਂਟ ਇਨ ਇੰਗਲਿਸ਼ ਐਂਡ ਯੂ ਹੈਵ ਦੈਟ ਕਮਿਊਨੀਕੇਸ਼ਨ ਸਕਿੱਲਸ ਟੂ ਗੋ ਐਂਡ ਟਾਕ ਔਨ देयर ਬਿਹਾਫ ਤੇ ਬਸ ਮੈਂ ਇਹੀ ਕਹੂੰਗਾ ਜੀ ਵਾਹ ਜੀ ਵਾਹ ਇੱਕ ਲਾਸਟ ਕੁਐਸਚਨ ਹਾਂਜੀ ਜਾਂਦੇ ਜਾਂਦੇ ਹਾਂਜੀ ਇੰਡੀਆ ਵਾਲੀਆਂ ਜਿਹੜੀਆਂ ਵੋਟਸ ਹੁੰਦੀਆਂ ਨੇ ਇੰਡੀਆ ਦੇ ਵਿੱਚ ਤਾਂ ਸਾਡੇ ਜਿਹੜੇ ਵੋਟਰਸ ਨੂੰ ਕਾਫੀ ਲਾਲਚ ਦਿੱਤੇ ਜਾਂਦੇ ਨੇ ਸ਼ਰਾਬਾਂ ਪਿਆਈਆਂ ਜਾਂਦੀਆਂ ਨੇ ਹਾਂਜੀ। ਵੋਟ ਖਰੀਦੇ ਜਾਂਦੇ ਨੇ ਥੋੜੀ ਜਿਹੀ ਟੱਚ ਖੈਰ ਖਰੀਦਣ ਵਾਲੇ ਹੱਦ ਤੱਕ ਤਾਂ ਅਸੀਂ ਪਹੁੰਚੇ ਨਹੀਂ ਗਏ ਇੱਥੇ ਕੈਨੇਡਾ ਹਾਂਜੀ। ਦੇ ਵਿੱਚ ਪਰ ਥੋੜੀ ਜਿਹੀ ਟੱਚ ਉਹੀ ਇੱਥੇ ਵੋਟਾਂ ਦੇ ਸੀਜ਼ਨ ਦੇ ਵਿੱਚ ਦੇਖਣ ਨੂੰ ਮਿਲਦੀ ਆ ਹਾਂਜੀ ਲੋਕ ਇਕੱਠੇ ਹੁੰਦੇ ਨੇ ਸ਼ਰਾਬਾਂ ਪੀਈਆਂ ਜਾਂਦੀਆਂ ਨੇ ਹਾਂਜੀ ਹਾਂਜੀ ਰਾਈਟ ਖਾਣੇ ਪੀਣੇ ਦਾ ਇੰਤਜ਼ਾਮ ਕੀਤਾ ਜਾਂਦਾ ਉਹੀ ਕੁਝ ਲੋਕ ਹੁੰਦੇ ਨੇ 200 ਲੋਕ ਜਿਹੜੇ ਉਸ ਕੰਪੇਨ ਦੇ ਵਿੱਚ ਇੱਥੇ ਤੁਹਾਡੇ ਕੋਲੇ ਬੈਠੇ ਨੇ ਫਿਰ ਉਹਨਾਂ ਨੇ 2 ਘੰਟਿਆਂ ਬਾਅਦ ਦੂਜੀ ਕੰਪੇਨ 'ਚ ਨਜ਼ਰ ਆਉਣਗੇ ਹਾਂਜੀ ਸੋ ਖਾਣ ਪੀਣ ਦਾ ਸਿਲਸਿਲਾ ਵੋਟਾਂ ਦੇ ਨਾਲ ਜੁੜ ਚੁੱਕਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਆਪਾਂ ਸਿਰਫ ਆਪਣੀ ਕਮਿਊਨਿਟੀ ਨੂੰ ਟਾਰਗੇਟ ਨਾ ਕਰੀਏ ਜੀ ਜੇ ਤੁਸੀਂ ਮੇਨਸਟ੍ਰੀਮ ਕਮਿਊਨਿਟੀ ਦੇ ਵਿੱਚ ਜਾਓ ਨਾ ਹਮ ਉਹਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲਣਾ ਕਿ ਵੋਲੰਟੀਅਰ ਐਪਰੀਸ਼ੀਏਸ਼ਨ ਹੁੰਦੀ ਆ ਹਨਾ ਮੈਂ ਇਹ ਨਹੀਂ ਕਹਿ ਰਿਹਾ ਮੈਂ ਇੱਥੇ ਬਿਲਕੁਲ ਕੰਡੋਨ ਨਹੀਂ ਕਰ ਰਿਹਾ ਕਿ ਸ਼ਰਾਬਾਂ ਪੜਾਓ ਜਾਂ ਖਵਾਓ ਪਰ ਜਿਹੜੇ ਤੁਹਾਡੇ ਵੋਲੰਟੀਅਰ ਆ ਜਿਹੜੇ 3-3 4-4 ਘੰਟੇ ਤੁਹਾਡੇ ਲਈ ਕੰਮ ਕਰ ਰਹੇ ਆ ਉਹ ਇੱਕ ਐਪਰੀਸ਼ੀਏਸ਼ਨ ਹੁੰਦੀ ਆ ਕਿ ਤੁਸੀਂ ਉਹਨਾਂ ਨੂੰ ਕੁਝ ਖਵਾਓ ਪੀਜ਼ਾ ਉਹਨਾਂ ਲਈ ਹੋਵੇ ਜਾਂ ਕੋਈ ਸਨੈਕਸ ਹੋਣ ਹਾਂ ਜਿਹੜੇ ਸ਼ਰਾਬਾਂ ਪਿਲਾਉਣ ਵਾਲਾ ਕੰਮ ਮੈਂ ਉਹਦੇ ਬਿਲਕੁਲ ਸਪੋਰਟ ਨਹੀਂ ਕਰਦਾ ਕਿਉਂਕਿ ਉਹਦੇ ਨਾਲ ਇੱਕ ਤਾਂ ਜੇ ਤੁਸੀਂ ਇਹ ਪ੍ਰੀਚ ਕਰ ਰਹੇ ਹੋ ਕਿ ਹੈਲਥੀਅਰ ਕਮਿਊਨਿਟੀਜ਼ ਇੱਕ ਤਾਂ ਤੁਸੀਂ ਉਹਨਾਂ ਦੀ ਸਿਹਤ ਖਰਾਬ ਕਰ ਰਹੇ ਹੋ ਤੇ ਸੈਕੰਡਲੀ ਉਹ ਸਾਡੇ ਬੱਚਿਆਂ ਲਈ ਇੱਕ ਗਲਤ ਐਗਜ਼ਾਮਪਲ ਬਣ ਰਿਹਾ ਵਾ ਕਿਉਂਕਿ ਜਦੋਂ ਸਾਡੇ ਬੱਚੇ ਇਹ ਚੀਜ਼ਾਂ ਦੇਖਦੇ ਨੇ ਤਾਂ ਉਹ ਨਾਰਮਲਾਈਜ਼ ਕਰ ਲੈਂਦੇ ਚੀਜ਼ ਨੂੰ ਜੀ ਕਿ ਇਟਸ ਓਕੇ ਟੂ ਡਰਿੰਕ ਇਟਸ ਓਕੇ ਟੂ ਡੂ ਦਿਸ ਅਸੀਂ ਉਹ ਚੀਜ਼ਾਂ ਜੇ ਨਾਰਮਲਾਈਜ਼ ਨਹੀਂ ਕਰਾਂਗੇ ਐਂਡ ਡਰੱਗ ਦੀ ਵੀ ਇਹੀ ਪ੍ਰੋਬਲਮ ਤਾਂ ਹੀ ਆ ਰਹੀ ਹੈ ਸਾਨੂੰ ਕਿ ਕੁਝ ਚੀਜ਼ਾਂ ਅਸੀਂ ਕਮਿਊਨਿਟੀ ਦੇ ਵਿੱਚ ਨਾਰਮਲਾਈਜ਼ ਕਰਦੀਆਂ ਨੇ ਤਾਂ ਬੱਚੇ ਜਦੋਂ ਉਹ ਚੀਜ਼ਾਂ ਨੂੰ ਨਾਰਮਲ ਦੇਖਦੇ ਨੇ ਉਹ ਸੋਚਦੇ ਨੇ ਇਟਸ ਓਕੇ ਟੂ ਡੂ ਦਿਸ ਨਥਿੰਗ ਰੋਂਗ ਵਿਦ ਇਟ ਅਸੀਂ ਗਲਤ ਐਗਜ਼ਾਮਪਲ ਸੈੱਟ ਕਰ ਰਹੇ ਹਾਂ ਬਿਲਕੁਲ ਤੇ ਜੇ ਅਸੀਂ ਅੱਗੇ ਚੱਲਣਾ ਵਾ ਤੇ ਸਾਨੂੰ ਆਪ ਐਗਜ਼ਾਮਪਲ ਬਣਨਾ ਪਊਗਾ ਜੀ ਸੋ ਇਹੀ ਮੇਰੇ ਬਲੀਫਸ ਨੇ ਬਹੁਤ ਵਧੀਆ ਲੱਗਾ ਰਾਜ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ ਜੀ ਤੇ ਅਖੀਰ ਦੇ ਵਿੱਚ ਅਸੀਂ ਇਹੀ ਕਹਾਂਗੇ ਬੈਸਟ ਆਫ ਲੱਕ ਤੇ ਉਮੀਦ ਕਰਦੇ ਹਾਂ ਕਿ ਜੇ ਤੁਸੀਂ ਸਾਡੇ ਵਾਰਡ 5 ਦੇ ਵਿੱਚੋਂ ਉਮੀਦਵਾਰ ਐਜ਼ ਏ ਉਮੀਦਵਾਰ ਤੁਸੀਂ ਜਿੱਤ ਕੇ ਅੱਗੇ ਆਉਣੇ ਆ ਤਾਂ ਜ਼ਰੂਰ ਹੀ ਜਿਹੜੇ ਤੁਸੀਂ ਵਾਅਦੇ ਕੀਤੇ ਨੇ ਤੇ ਉਹਨਾਂ ਤੇ ਪੂਰੇ ਉਤਰੋ ਨਹੀਂ ਜੀ ਬਿਲਕੁਲ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਮੈਂ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਵੀ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਮੈਂ ਉਹਨਾਂ ਤੋਂ ਇਹੀ ਉਮੀਦ ਕਰੂੰਗਾ ਕਿ ਅਕਤੂਬਰ 18 ਨੂੰ ਵੋਟ ਆ ਐਡਵਾਂਸ ਪੋਲ ਅਕਤੂਬਰ 4 ਨੂੰ ਖੁੱਲ ਜਾਣੀ ਆ ਅਕਤੂਬਰ 4 ਤੋਂ 10 ਤੱਕ ਐਡਵਾਂਸ ਪੋਲ ਆ ਜੇ ਆਪਾਂ 18 ਨੂੰ ਬਿਜ਼ੀ ਆ ਉਸ ਦੇ ਵਿੱਚ ਵੋਟ ਪਾਓ ਆਪਣਾ ਤੁਸੀਂ ਜਿੱਦਾਂ ਮੈਂ ਕਿਹਾ ਤੁਸੀਂ EMPLOYEE ਹਾਇਰ ਕਰ ਰਹੇ ਹੋ ਸੋ ਮੇਕ ਸ਼ੋਰ ਤੁਸੀਂ ਉਹਨਾਂ ਬਾਰੇ ਸਾਰਾ ਕੁਝ ਜਾਣੋ ਉਹਨਾਂ ਦੀ ਕੁਆਲੀਫਿਕੇਸ਼ਨ ਜਾਣੋ ਉਹਨਾਂ ਦਾ ਕਮਿਊਨਿਟੀ ਇਨਵੋਲਵਮੈਂਟ ਕਿੰਨੀ ਆ ਕਿੰਨੀ ਦੇਰ ਤੋਂ ਕਮਿਊਨਿਟੀ ਦੇ ਵਿੱਚ ਇੰਗੇਜ ਰਹੇ ਆ ਕਿੰਨੀ ਦੇਰ ਤੋਂ ਕਮਿਊਨਿਟੀ ਦੇ ਵਿੱਚ ਕੰਮ ਕਰ ਰਹੇ ਹਨ ਕਿਉਂਕਿ ਤਾਂ ਹੀ ਉਹ ਪਲਸ ਜਾਣਦੇ ਹੋਣਗੇ ਜੇ ਉਹ ਕਮਿਊਨਿਟੀ ਵਿੱਚ ਵਿਚਰੇ ਹੀ ਨਹੀਂ ਜੀ ਤੇ ਆਈ ਡੋਨਟ ਥਿੰਕ ਕਿ ਉਹ ਕੱਲ੍ਹ ਨੂੰ ਸਾਡੇ ਲਈ ਉਹਨਾਂ ਨੂੰ ਅੰਡਰਸਟੈਂਡ ਨਹੀਂ ਹੋਣੇ ਉਹ ਇਸ਼ੂ ਸੋ ਇਹੀ ਮੈਂ ਕਹੂੰਗਾ ਵੋਟ ਜ਼ਰੂਰ ਪਾਓ ਤੇ ਹੋਪਫੁਲੀ ਤੁਸੀਂ ਰਾਜ ਧਾਲੀਵਾਲ ਨੂੰ ਹੀ ਵੋਟ ਪਾਓਗੇ ਬਹੁਤ ਬਹੁਤ ਧੰਨਵਾਦ ਰਾਜ ਜੀ ਬੈਸਟ ਆਫ ਲੱਕ ਬਹੁਤ ਬਹੁਤ ਧੰਨਵਾਦ ਸਤਿ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ